पिछले लैक्चर च आपां एक तां पढ़िया सी इलैक्ट्रिक पोटैंशियल एनर्जी दे बारे है ना। इलैक्ट्रिक पोटैंशियल एनर्जी बारे की पढ़िया सी कि जे दो पॉइंट चार्जेस ने Q1 एंड Q2 ਤੇ ਉਹਨਾਂ ਚ डिस्टेंस हैगा मान लो R ਤਾਂ ਇੱਕ ਆਪਣੀ पोटेंशियल एनर्जी ਜਿਹੜੀ ਆਈ ਆ ਉਹ ਕਿੰਨੀ ਆਈ ਸੀ Q1 Q1 into Q2 by R R ਇਹ ਆਈ ਸੀ ਆਪਣੀ ਇਹਨੂੰ ਆਪਾਂ ਡਿਰਾਈਵ ਵੀ ਕੀਤਾ ਸੀ ਨਾ ਤਾਂ ਬਾਅਦ ਚ ਆਪਾਂ ਹੁਣ ਸਿੱਧੇ ਲਿਖਣ ਲੱਗ ਗਏ ਆ ਤੇ ਇਸ ਤੋਂ ਬਾਅਦ ਆਪਾਂ ਇਹ ਕਿਹਾ ਸੀ ਕਿ ਜੇ ਦੋ ਤੋਂ ਜ਼ਿਆਦਾ ਚਾਰजेस ਹੋਣ ਤਾਂ ਆਪਾਂ ਸਾਰੇ ਪੇਅਰਸ ਦੀ पोटेंशियल एनर्जी ਲੈਣੀ ਹੈ ਹਨਾ ਜਿਵੇਂ ਤਿੰਨ ਚਾਰजेस ਲਈ ਹੈ n ਚਾਰजेस ਲਈ ਸਮਝਾਇਆ ਸੀ ਤੁਹਾਨੂੰ ਹਨਾ ਤੇ ਇੱਕ ਸਮਝਾਇਆ ਸੀ ਮੈਂ ਜੇ ਕੋਈ ਪੁਆਇੰਟ ਚਾਰਜ ਹੋਵੇ ਮੰਨ ਲਓ ਕੋਈ ਉਹਦੇ ਕਰਕੇ ਇਸ ਜਗ੍ਹਾ ਤੇ r ਡਿਸਟੈਂਸ ਤੇ ਪੋਟੈਂਸ਼ੀਅਲ ਪਤਾ ਕਰਨਾ ਹੈ ਤੇ ਪੋਟੈਂਸ਼ੀਅਲ ਕੀ ਹੁੰਦਾ ਹੈ ਇਸ ਜਗ੍ਹਾ ਤੇ ਉਹ ਹੁੰਦਾ kq upon r ਬਸ ਤੇ ਇਹਨਾਂ ਦੋਨਾਂ ਚ ਰਿਲੇਸ਼ਨ ਕੀ ਹੁੰਦਾ ਕਿ ਪੋਟੈਂਸ਼ੀਅਲ એનર્ਜੀ ਜਿਹੜੀ ਹੁੰਦੀ ਹੈ ਕਿਸੇ ਪੁਆਇੰਟ ਤੇ ਹੁੰਦੀ q v ਵੇਅਰ q ਇਜ਼ ਦਾ ਚਾਰਜ ਉਸ ਜਗ੍ਹਾ ਤੇ ਰੱਖਿਆ ਤੇ v ਪੋਟੈਂਸ਼ੀਅਲ ਹੈ ਸੋ ਆਹ ਗੱਲਾਂ ਨੂੰ ਆਪਾਂ ਰਿਲੇਟ ਕੀਤਾ ਸੀ ਚੰਗੀ ਤਰ੍ਹਾਂ ਸਮਝਾਇਆ ਸੀ ਤੁਹਾਨੂੰ ਗੱਲ ਸੋ ਹੁਣ ਆਪਾਂ ਇਸ ਤੋਂ ਅੱਗੇ ਗੱਲ ਕਰਦੇ ਹਾਂ ਇੱਥੇ ਆਪਾਂ ਇਲੈਕਟ੍ਰਿਕ ਪੋਟੈਂਸ਼ੀਅਲ ਬਾਰੇ ਗੱਲ ਕੀਤੀ ਸੀ ਤੇ ਪੋਟੈਂਸ਼ੀਅਲ એનર્ਜੀ ਬਾਰੇ ਗੱਲ ਕੀਤੀ ਸੀ ਤੇ ਆਇਆ ਦਾ ਮਤਲਬ ਕੀ ਸੀਗਾ ਵੀ ਜਿਸ ਪੁਆਇੰਟ ਤੇ ਪੋਟੈਂਸ਼ੀਅਲ v ਹੈਗਾ ਜੇ ਉਸ ਜਗ੍ਹਾ ਤੇ ਮੈਂ ਚਾਰਜ q ਰੱਖੂੰਗਾ ਤਾਂ ਉਹਦੇ ਚ એનર્ਜੀ ਆ ਜਾਊਗੀ q v ਇੰਨੀ એનર્ਜੀ ਉਸ ਸਿਸਟਮ ਚ ਐਡ ਹੋ ਜਾਊਗੀ ਤੇ ਆਪਾਂ ਪੂਰੇ ਸਿਸਟਮ ਦੀ એનર્ਜੀ ਬਾਰੇ ਗੱਲ ਕਰਦੇ ਹਾਂ ਬੇਸਿਕਲੀ ਠੀਕ ਹੈ ਗੱਲ ਸਾਰਿਆਂ ਨੂੰ ਸਮਝ ਲੱਗ ਗਈ ਗੱਲ yes sir ਜਿਹੜਾ ਰੈਫਰੈਂਸ ਲੈਣੇ ਆ ਆਪਾਂ ਰੈਫਰੈਂਸ ਦੇ ਵਿੱਚ ਪੋਟੈਂਸ਼ੀਅਲ એનર્ਜੀ 0 ਕਿੱਥੇ ਮੰਨਦੇ ਆ ਐਟ ਇਨਫਿਨਿਟੀ ਜਦੋਂ ਸਾਰੇ ਚਾਰजेस ਐਟ ਇਨਫਿਨਿਟੀ ਹੁੰਦੇ ਨੇ ਉਹਨੂੰ ਆਪਾਂ 0 ਮੰਨਦੇ ਆ ਸੋ ਆਪਾਂ ਸਿੰਪਲੀ ਕੁਐਸਚਨਸ ਕਰਦੇ ਆ ਕੁਝ ਜਿਵੇਂ ਫॉर एग्जांपल मान लो एक क्वेश्चन है मान लो मैंने किसी ने कहा फाइंड पोटेंशियल एनर्जी ऑफ सिस्टम बस वो वही कहेंगे पोटेंशियल एनर्जी समझ लिया करो कि आप इलैक्ट्रिक पोटेंशियल एनर्जी गल कर रहे हैं तो मान लो सिस्टम की है अपना सिस्टम आया है देखो एक इक्विलेटरल ट्रायंगल है इक्विलेटरल ट्रायंगल है तो ट्रायंगल दे हर एक कॉर्नर ਦੇ पर ਆਪਾਂ मान लो ਇਹਦਾ ट्रायंगल ਦਾ ਜਿਹੜਾ ਏਰੀਆ ਹੈ ਆਪਣਾ ਸੌਰੀ ਸਾਈਡ ਹੈ ਉਹ A ਹੈ ਤੇ ਟ੍ਰਾਇੰਗਲ ਦੇ ਵਿੱਚ ਇੱਥੇ ਇਸ ਕਾਰਨਰ ਤੇ ਪੁਆਇੰਟ ਚਾਰਜ ਰੱਖਿਆ ਹੈ Q1 ਇੱਥੇ ਰੱਖਿਆ ਮੰਨ ਲਓ Q2 ਇੱਥੇ ਰੱਖਿਆ ਮੰਨ ਲਓ Q3 ਬਸ ਆ ਸਿਸਟਮ ਹੈ ਆਪਣੇ ਕੋਲ ਹੁਣ ਇਸ ਸਿਸਟਮ ਦੀ ਪੋਟੈਂਸ਼ੀਅਲ એનર્ਜੀ ਤੁਸੀਂ ਕਿਵੇਂ ਲਿਖੋਗੇ ਸੋਲੂਸ਼ਨ ਸਿੱਧਾ ਹੀ ਲਿਖ ਸਕਦੇ ਹੋ U ਪਹਿਲਾਂ ਤੁਸੀਂ Q1 ਦੀ Q2 ਦੇ ਨਾਲ ਦੇਖ ਲਓ ਹਨਾ ਕੀ ਆਊਗੀ K Q1 Q2 by A प्लस फिर Q1 ਦੀ Q3 ਨਾਲ ਦੇਖ ਲਓ K Q1 Q3 by A फिर Q2 ਦੀ Q3 ਨਾਲ ਦੇਖ ਲਓ Q2 Q3 by A ਤੁਹਾਨੂੰ ਪਤਾ ਨਾ ਇਹ ਗੱਲਾਂ ਇਹ ਕੁਝ ਵੀ ਨਹੀਂ ਹੈ ਆਪਾਂ ਜਿੰਨੇ ਵੀ ਪੇਅਰਸ ਪੋਸੀਬਲ ਨੇ ਸਾਰਿਆਂ ਦੀ ਪੋਟੈਂਸ਼ੀਅਲ એનર્ਜੀ ਨੂੰ ਐਡ ਕਰਦੇ ਆ ਤੇ ਜੇ ਇਹਦੇ ਚ ਮੰਨ ਲਓ Q3 ਨੈਗੇਟਿਵ ਹੋ ਗਿਆ ਤੁਹਾਨੂੰ ਪਤਾ ਨਾ ਫਿਰ ਆ ਵਾਲਾ ਤੇ ਆ ਰਿਟਰਨ ਨੈਗੇਟਿਵ ਆ ਜੂਗੀ ਕਿਉਂਕਿ ਚਾਰਜ ਨੂੰ ਪੋਜ਼ਿਟਿਵ ਹੈ ਤਾਂ ਤੁਸੀਂ ਉਹਨੂੰ ਪੋਜ਼ਿਟਿਵ ਲਿਖਣਾ ਹੈ ਨੈਗੇਟਿਵ ਹੈ ਤਾਂ ਤੁਸੀਂ ਉਹਨੂੰ ਨੈਗੇਟਿਵ ਹੀ ਲਿਖਣਾ ਹੈ ਫਿਰ ਇਹ ਗੱਲ ਯਾਦ ਰੱਖਿਓ ਯਾਨੀ ਪੋਟੈਂਸ਼ੀਅਲ એનર્ਜੀ ਪੋਜ਼ਿਟਿਵ ਤੇ ਨੈਗੇਟਿਵ ਦੋਨੋਂ ਹੋ ਸਕਦੀ ਹੈ ਸੋ ਆਟੋਮੈਟਿਕਲੀ ਇਹ ਡਿਪੈਂਡ ਕਰਦਾ ਹੈ ਇਹਦੇ ਉੱਪਰ ਤੇ ਪੋਟੈਂਸ਼ੀਅਲ ਬਾਰੇ ਵੀ ਆਈ ਦੇਖਿਆ ਆਪਾਂ ਹੁਣ ਆ ਪੋਟੈਂਸ਼ੀਅਲ KQ by R ਹੈ ਜੇ ਚਾਰਜ ਪੋਜ਼ਿਟਿਵ ਹੋਇਆ ਤਾਂ ਇਹ ਪੋਟੈਂਸ਼ੀਅਲ ਪੋਜ਼ਿਟਿਵ ਆਊਗਾ ਤੇ ਜੇ ਚਾਰਜ ਨੈਗੇਟਿਵ ਹੋਇਆ ਤਾਂ ਇੱਥੇ ਪੋਟੈਂਸ਼ੀਅਲ ਨੈਗੇਟਿਵ ਆਊਗਾ ਸੋ ਇਸ ਅਕੋਰਡਿੰਗ ਹੋਊਗਾ ਡਿਪੈਂਡ ਕਰੂਗਾ ਠੀਕ ਹੈ ਆ ਗੱਲ ਆਪਾਂ ਕਰ ਚੁੱਕੇ ਹਾਂ ਪਹਿਲਾਂ ਹੀ ਸੋ ਆ ਕੁਐਸਚਨ ਪਤਾ ਲੱਗ ਗਿਆ ਸਾਰਿਆਂ ਨੂੰ yes sir ਇਸੇ ਤਰ੍ਹਾਂ ਕੁਝ ਹੋਰ ਵੀ ਕੁਐਸਚਨ ਤੁਸੀਂ ਜਿਵੇਂ ਦੇਖੋ ਆਹ ਕੁਐਸਚਨ ਦੇਖ ਸਕਦੇ ਹੋ ਇਸ ਤਰ੍ਹਾਂ ਹੀ ਕਿ ਜੇ ਮੰਨ ਲਓ ਮੈਂ ਕਿਸੇ ਫਰੇਮ ਦੇ ਵਿੱਚ ਮੈਂ ਗੱਲ ਕਰਾਂ ਆ ਮੰਨ ਲਓ ਫਰੇਮ ਹੈ ਇਸ ਤਰ੍ਹਾਂ ਇਹਦੇ ਵਿੱਚ ਮੰਨ ਲਓ ਕਿ ਆਪਾਂ ਚਾਰजेस ਐ ਰੱਖੇ ਆ ਕਿ ਜਿਹੜਾ ਇੱਕ 2Q ਚਾਰਜ ਰੱਖਿਆ ਇੱਥੇ ਪੋਜ਼ਿਟਿਵ 2Q ਠੀਕ ਤੇ ਇੱਥੇ ਆਪਾਂ ਰੱਖਿਆ -2Q ਠੀਕ ਤੇ ਇੱਥੇ ਆਪਾਂ ਰੱਖਿਆ ਨੀਚੇ +2Q ਫਿਰ ਤੇ ਇੱਥੇ ਆਪਾਂ ਰੱਖਤਾ -2Q ਠੀਕ ਹੈ ਤੇ ਆਪਾਂ ਇਹ ਰੱਖੇ ਕਿੰਨੀ ਦੂਰੀ ਤੇ ਆ origin ਤੋਂ ਮੰਨ ਲਓ ਆਪਾਂ a ਡਿਸਟੈਂਸ ਤੇ ਰੱਖਿਆ ਇਹਨੂੰ a ਡਿਸਟੈਂਸ ਤੇ ਇਹਨੂੰ a ਡਿਸਟੈਂਸ ਤੇ ਇਹਨੂੰ ਤੇ a ਡਿਸਟੈਂਸ ਤੇ ਇਹਨੂੰ ਠੀਕ ਹੈ ਹੁਣ ਇਸ ਸਿਸਟਮ ਦੀ ਪੋਟੈਂਸ਼ੀਅਲ એનર્ਜੀ ਦੱਸੋ ਕਿੰਨੀ ਹੈ ਫਿਰ ਪੋਟੈਂਸ਼ੀਅਲ એનર્ਜੀ ਪਤਾ ਕਰਨ ਲਈ ਤੁਹਾਨੂੰ ਚਾਰजेस ਵਿੱਚ ਡਿਸਟੈਂਸ ਪਤਾ ਹੋਣਾ ਚਾਹੀਦਾ ਨਹੀਂ ਤਾਂ ਤੁਸੀਂ ਲਿਖ ਹੀ ਨਹੀਂ ਸਕਦੇ ਨਾ yes ਹੁਣ ਤੁਸੀਂ ਦੇਖ ਲਓ ਇਹਦੀ ਪੋਟੈਂਸ਼ੀਅਲ એનર્ਜੀ ਕਿੰਨੀ ਆਏਗੀ ਸਿਸਟਮ ਦੀ ਫਾਈਂਡ ਪੋਟੈਂਸ਼ੀਅਲ એનર્ਜੀ ਤੇ ਲਿਖ ਰਿਹਾ ਮੈਂ ਫਾਈਂਡ ਪੋਟੈਂਸ਼ੀਅਲ એનર્ਜੀ ਤਾਂ ਤੁਸੀਂ ਸੋਲੂਸ਼ਨ ਲਿਖੋ ਇਹਦਾ ਸਿੱਧਾ ਹੀ ਸਿੰਪਲ ਜੀ ਗੱਲ ਆ ਪਹਿਲਾਂ ਤਾਂ ਤੁਹਾਨੂੰ ਆ ਡਿਸਟੈਂਸ ਪਤਾ ਹੋਣੇ ਚਾਹੀਦੇ ਨਾ ਕਿ ਆ ਡਿਸਟੈਂਸ ਕਿੰਨਾ ਹੋਏਗਾ √2a ਤੇ ਆ ਡਿਸਟੈਂਸ ਕਿੰਨਾ ਹੋਏਗਾ √2a ਆਹ ਵੀ ਉਨੇ ਹੋਏਗਾ ਤੇ ਆਹ ਵੀ ਉਨੇ ਹੋਏਗਾ ਹਨਾ ਸਮਝ ਲੱਗੀ ਗੱਲ
हाँ जी सर। ਤੇ ਧਿਆਨ ਨਾਲ ਦੇਖੋ ਕਿ ਤੁਸੀਂ ਪੋਟੈਂਸ਼ੀਅਲ એનર્ਜੀ ਜੇ ਲਿਖੋਗੇ ਤਾਂ ਤੁਸੀਂ ਫਾਸਟ ਕੈਲਕੂਲੇਸ਼ਨ ਕਿਵੇਂ ਕਰੋਗੇ ਇਹਦੀ। ਜਿਵੇਂ ਦੇਖੋ ਸਭ ਤੋਂ ਪਹਿਲਾਂ ਤਾਂ ਇੱਕ ਗੱਲ ਹੈ ਕਿ ਜਦੋਂ ਤੁਹਾਨੂੰ ਪਤਾ ਪੋਟੈਂਸ਼ੀਅਲ એનર્ਜੀ ਤੁਸੀਂ ਲਿਖਦੇ ਹੋ ਸਿਮਿਲਰ ਚਾਰजेस ਦੀ ਜਿਹੜੀ ਹੁੰਦੀ ਹੈ, ਜੇ ਸਿਮਿਲਰ ਚਾਰजेस ਹੋਣ Q1 Q2 ਬਾਈ R ਤਾਂ ਆ ਜਿਹੜੀ ਪੋਟੈਂਸ਼ੀਅਲ એનર્ਜੀ ਆਉਂਦੀ ਤੁਹਾਡੀ ਇਹ ਪੋਜ਼ਿਟਿਵ ਆਉਂਦੀ ਹੈ ਨਾ, ਕਿਉਂਕਿ ਜੇ ਆ ਵੀ ਪੋਜ਼ਿਟਿਵ ਹੋਇਆ ਆ ਵੀ ਪੋਜ਼ਿਟਿਵ ਹੈ ਤਾਂ ਵੀ ਪੋਜ਼ਿਟਿਵ ਆਊਗੀ, ਪਰ ਜੇ ਦੋਨੋਂ ਨੈਗੇਟਿਵ ਹੋਏ ਤਾਂ ਵੀ ਪੋਜ਼ਿਟਿਵ ਹੀ ਆਊਗੀ ਨਾ। Yes, sir. ਠੀਕ ਹੈ ਨਾ। ਸੋ ਸਭ ਤੋਂ ਪਹਿਲਾਂ ਤਾਂ ਤੁਸੀਂ ਪੇਅਰਸ ਨੂੰ ਐ ਇਮੇਜਿਨ ਕਰਿਆ ਕਰੋ, ਦੇਖ ਲਿਆ ਕਰੋ ਵੀ ਪੇਅਰਸ ਕਿੰਨੇ ਬਣੇ। ਪਹਿਲੀ ਗੱਲ ਤਾਂ ਇੱਥੇ ਦੇਖੋ ਜੇ n ਚਾਰजेस ਹੋਣ, ਇਹ ਰਫ ਚ ਤੁਸੀਂ ਲਿਖ ਰਿਹਾ, ਤੁਸੀਂ ਆਪਣੇ ਨੋਟਸ ਲਿਖਣਾ, ਜੇ n ਚਾਰजेस ਹੋਣ ਤਾਂ ਟੋਟਲ ਕਿੰਨੇ ਪੇਅਰ ਬਣਦੇ ਨੇ n into n-1 ਡਿਵਾਈਡ ਬਾਈ 2 ਇੰਨੇ ਪੇਅਰਸ ਬਣਦੇ। ਹੁਣ ਜੇ ਫॉर एग्जांपल ਦੇਖੋ ਇੱਥੇ 3 4 ਸੀਗੇ ਨਾ ਉੱਪਰ, ਤਾਂ 3 into 3-1 by 2 ਕਿੰਨੇ ਬਣੇ 3 ਬਣ ਗਏ ਨਾ। ਤੇ ਆ ਦੇਖੋ 3 ਟਰਮਸ ਆਈਆਂ ਫਿਰ ਆਪਣੀ ਕੋਲ, ਸਮਝ ਲੱਗੀ ਗੱਲ। ਇੱਥੇ ਟੋਟਲ ਕਿੰਨੇ ਪੇਅਰ ਬਣਨਗੇ, ਇੱਥੇ ਇੱਕ n ਨੂੰ 4 ਪੁੱਟ ਕਰੋ, 4 ਗੁਣਾ 4 - 1 ਬਟਾ 2 ਕਿੰਨਾ ਬਣ ਗਿਆ 2 दूनी 4 ਤੇ 2 3 6 ਬਣਨਗੇ ਨਾ। Yes, sir. ਹੁਣ 6 ਕਿਵੇਂ ਬਣਨਗੇ ਪਹਿਲਾਂ ਆ ਸੋਚ ਲਓ ਸਾਰੇ ਨੇ। ਦੇਖੋ 4 ਪੇਅਰ ਤਾਂ ਆ ਬਣਨਗੇ ਜਿਹੜੇ ਕਿ √2 ਡਿਸਟੈਂਸ ਤੇ ਆ 1 2 ਆ 3 ਤੇ ਆ 4 ਪੇਅਰ ਤਾਂ ਆ ਬਣ ਗਏ, ਤੇ ਦੋ ਬਾਕੀ ਕਿਹੜੇ ਬਣਨਗੇ, ਇੱਕ ਤਾਂ ਬਣੂਗੇ ਆ ਵਾਲਾ, ਇੱਕ ਬਣੂਗਾ ਆ ਵਾਲਾ। ਸਮਝ ਲੱਗੀ ਗੱਲ। यस सर। तो ਇਹਦੇ ਨਾਲ ਟੋਟਲ ਯਾਨੀ 6 ਟਰਮਸ ਆਣੀ ਚਾਹੀਦੀਆਂ ਨੇ। ਹੁਣ ਉਹਨਾਂ ਚ ਕੀ ਹੈ ਸਿਮਿਲਰ ਟਰਮਸ ਲਿਖ ਲਈਆਂ ਨੇ ਆਪਾਂ। ਜਿਵੇਂ ਦੇਖੋ ਜਿਹੜੇ ਆ 4 ਬਣਨਗੇ ਪਹਿਲਾਂ, ਜਿਹੜੇ ਮੈਂ ਪਹਿਲਾਂ ਬਣਾਏ, ਇਹਨਾਂ ਵਿੱਚੋਂ ਦੇਖੋ ਸਿਮਿਲਰ ਚਾਰजेस ਵਾਲੇ ਕਿਹੜੇ ਕਿਹੜੇ ਪੇਅਰਸ ਨੇ, -2q + 2q + 2q - 2q - 2q + 2q + 2q, ਚਾਰੇ ਹੀ ਆਪਣੇ ਕੀ ਨੇ सिमिलर। ਹਾਂ ਨॉन ਸੌਰੀ ਉਹ ਸਿਮਿਲਰ ਨਹੀਂ ਹੈਗੇ ਨਾ ਚਾਰੋਂ ਹੀ। ਤਾਂ ਕਿੰਨਾ ਆਏਗਾ ਪੋਟੈਂਸ਼ੀਅਲ એનર્ਜੀ ਦੇਖੋ ਇੱਥੇ 4 ਟਾਈਮਸ ਕਰ ਦੋ ਤੁਸੀਂ, ਹਨਾ, ਤੇ k q1 q2 ਕਰੋਗੇ ਤਾਂ ਬੇਸਿਕਲੀ ਇੱਥੇ ਬਣੇਗਾ -4q² ਆ ਜਾਏਗਾ ਕਿ ਨਹੀਂ, 2q - 2q डिवाइड बाय डिस्टेंस कितना आएगा √2 into a। ਇਹ ਗੱਲ ਕਲੀਅਰ ਹੈ ਸਾਰਿਆਂ ਨੂੰ। यस सर। यस ਠੀਕ ਹੈ। ਤੇ ਉਸ ਤੋਂ ਬਾਅਦ ਜਿਹੜੇ ਆ ਬੱਚੇ ਦੋਨੋਂ ਐਜ ਦੇਖੋ ਆ ਵਾਲਾ ਪਲੇਅਰ ਜਿਹੜਾ ਹੈਗਾ, ਆ ਵਾਲਾ ਪਲੇਅਰ ਵੀ ਤੁਹਾਡਾ ਸਿਮਿਲਰ ਹੈ ਤੇ ਆ ਵੀ ਸਿਮਿਲਰ ਹੈ, ਤਾਂ ਪੋਜ਼ਿਟਿਵ ਆਏਗੀ। Yes, sir. ਤੇ 2 ਟਾਈਮਸ ਕਰ ਦਈਏ ਸਿੱਧਾ ਹੀ 2q into 2q 4q² ਆ ਜਾਏਗਾ, Yes, sir. ਤੇ ਡਿਸਟੈਂਸ ਵਿੱਚ 2a ਆਏਗਾ। ਹੁਣ ਇਸ ਵਾਰ √2a ਨਹੀਂ ਆਏਗਾ, ਇਸ ਲਈ ਆਪਾਂ ਉਹ 4 ਇਕੱਠੇ ਕਰਤੇ, ਆ 2 ਇਕੱਠੇ ਕਰਦੇ ਜਿਨ੍ਹਾਂ ਦਾ ਡਿਸਟੈਂਸ ਸੇਮ ਸੀਗਾ। ਇਹਨੂੰ ਸੋਲਵ ਕਰਕੇ ਆਂਸਰ ਲਿਖ ਦਾਂਗੇ। ਦੱਸੋ ਸਮਝ ਲੱਗੀ ਗੱਲ ਸਾਰਿਆਂ ਨੂੰ। यस सर। Yes, sir. तो पोटेंशियल एनर्जी कैलकुलेट करना बहुत सौखा है, पोटेंशियल कैलकुलेट करना भी सौखा है, वो आप हम देखेंगे नवी नवी चीज़ां। फिलहाल आप सिर्फ डेफिनेशन ते उस दिन गल की थी। हुण जिवें एक होर क्वेश्चन देखो, जे क्वेश्चन है होवे मान लो कि जे तुहानू स्केयर दिता होवे इस तरह, हुण स्केयर है इस तरह, ते स्केयर दे चारों कॉर्नर्स दे ऊपर मान लो आपां पॉइंट चार्ज रखना है। इत्थे मान लो आपां चार्ज रखिया इस जगह ते Q, ਇੱਥੇ ਵੀ ਰੱਖਿਆ ਆਪਾਂ -q, ਇੱਥੇ ਰੱਖਤਾ q, ਤੇ ਇੱਥੇ ਵੀ ਰੱਖਤਾ q, ਮੰਨ ਲਓ ਇਹ ਰੱਖਤਾ। ਤੇ ਇਹਦੇ ਵਿੱਚ ਡਿਸਟੈਂਸ ਜਿਹੜਾ ਹੈਗਾ ਇਹਨਾਂ ਦੇ ਵਿੱਚ ਮੰਨ ਲਓ ਡਿਸਟੈਂਸ ਹੈਗਾ ਇਹਨਾਂ ਚ a ਯਾਨੀ ਸਾਈਡ ਇਹਦੀ ਹੈਗੀ a, ਠੀਕ ਹੈ। ਤਾਂ ਹੁਣ ਇਹਦੇ ਵਿੱਚ ਜਿਹੜੀ ਪੋਟੈਂਸ਼ੀਅਲ એનર્ਜੀ ਲਿਖੋਗੇ, ਫਾਈਂਡ ਪੋਟੈਂਸ਼ੀਅਲ એનર્ਜੀ ਕੁਐਸਚਨ ਹੋਈ ਆਪਣਾ, ਤਾਂ ਤੁਸੀਂ ਦੱਸੋ ਫਿਰ ਪੋਟੈਂਸ਼ੀਅਲ એનર્ਜੀ ਲਈ ਟੋਟਲ ਪਹਿਲਾਂ ਤਾਂ ਕਿੰਨੇ ਪੇਅਰ ਨੂੰ ਕੈਟੇਗਰਾਈਜ਼ ਕਰੋ। देखो जो तुम पेयर ਨੂੰ कैटेगराइज करना, पेयर हमेशा डिस्टेंस के हिसाब ਨਾਲ कैटेगराइज करना पहला, उस तो बाद फिर लाइक चार्जेस ਦਾ पेयर देख लेने ਤੇ डिसलाइक ਦੇ ਦੇਖਣੇ ਨੇ अलग-अलग, ਤਾਂ ਕਿ ਪੋਜ਼ਿਟਿਵ ਤੇ ਨੈਗੇਟਿਵ ਲਿਖੇ ਜਾ ਸਕਦੇ ਹੋ। ਹੁਣ ਆਪਣੇ ਪਹਿਲੇ 4 पेयर ਤਾਂ A डिस्टेंस ਵਾਲੇ ਹੈਗੇ ਨੇ ਕਿ ਨਹੀਂ, ਦੇਖੋ 1 2 3 4 ਸਿੱਧੀ ਜੀ ਗੱਲ। ਤਾਂ ਇਹਨਾਂ ਵਿੱਚੋਂ ਲਾਈਕ ਵਾਲੇ ਕਿੰਨੇ ਨੇ, ਅਨਲਾਈਕ ਵਾਲੇ ਕਿੰਨੇ ਨੇ, ਦੇਖੋ ਆ Q ਤੇ -Q ਅਨਲਾਈਕ, -Q ਤੇ Q ਅਨਲਾਈਕ, Q ਤੇ Q ਲਾਈਕ, Q ਤੇ Q ਲਾਈਕ, ਤਾਂ ਕਿੰਨੇ पेयर ਹੋ ਗਏ, 2 ਲਾਈਕ पेयर ਹੋ ਗਏ। ये आ जाऊगा देखो। Yes, sir. फिर 2 अनलाइक हो गए, अनलाइक दी फिर -k आ जाऊगा ना, k² क्योंकि q into -q करोगे माइनस आ जाऊगा। Yes, sir. उस तो बाद फिर अगला केड़ा रहेगा डिस्टेंस के हिसाब नाल, √2a डिस्टेंस वाले कितने पेयर ने, 4 कित्थों आ गए, 2 एक लाइक वाला हो गया, लाइक वाला पॉजिटिव लिखो k into q² बटा √2a, ਤੇ ਇੱਕ ਅਨਲਾइक वाला हो गया तो वो माइनस आ जाऊगा कि नहीं। ਆਪਾਂ ਤਾਂ ਐਡ ਹੀ ਕਰ ਰਹੇ ਸੀ, ਉਹ ਮਾਈਨਸ ਆ ਗਿਆ ਕਿਉਂਕਿ q into -q ਲਿਖਿਆ ਨਾ, q1 q2 ਜਗ੍ਹਾ। ਤਾਂ ਆ ਇਹਦੇ ਨਾਲ ਕੱਟਿਆ ਗਿਆ, ਆ ਇਹਦੇ ਨਾਲ ਕੱਟਿਆ ਗਿਆ, ਪੋਟੈਂਸ਼ੀਅਲ એનર્ਜੀ ਕਿੰਨੀ ਆ ਗਈ 0। ਸਮਝ ਲੱਗ ਰਹੀ ਸਾਰਿਆਂ ਨੂੰ ਗੱਲ। ਬਹੁਤ ਆਰਾਮ
पोटेंशियल एनर्जी कैलकुलेट की जा सकती है किसी भी इस तरह के गिवन सिस्टम की। ਤੁਹਾਨੂੰ बस पेयर्स ਨੂੰ रिकॉग्नाइज करना आना चाहिए कि पेयर ਕਿਵੇਂ ਬਣਾਣੇ ਨੇ। ठीक है जी गल। ਹੁਣ एक और क्वेश्चन देखो इस तरह ही ਤੁਸੀਂ ਆਪਣੇ ਜਿੰਨਾ ਵਧੀਆ ਇਮੇजिन ਕਰੋਗੇ पोटेंशियल एनर्जी ਦਾ ਸਵਾਲ ਉਨਾ ਹੀ ਸੌਖਾ ਹੈ, ਨਹੀਂ ਤਾਂ पोटेंशियल एनर्जी ਔਖੀ ਹੋ ਜਾਣੀ ਹੈ। ਸੋ ਇਸ ਤਰ੍ਹਾਂ ਹੁਣ ਮੰਨ ਲਓ ਇਹਦੇ ਵਿੱਚ ਆਪਾਂ ਕੀ ਕਰਦੇ ਆ, ਆਪਾਂ ਹੁਣ ਇੱਕ ਫਾਈਂਡ पोटेंशियल एनर्जी ਕਰਨੀ, ਫਿਰ ਹੋਈ ਆਪਾਂ ਇਸ ਤਰ੍ਹਾਂ ਲੈਣੇ ਇੱਕ क्यूब ले लेने इस तरह, क्या हो गया इस तरह ਇਹਦੇ ਪਿੱਛੇ ਜਿਹੜਾ ਹੈਗਾ ਉਹਨੂੰ ਆਪਾਂ ਸ਼ੇਡਡ ਕਰ ਦਿੰਦੇ ਆ ਤਾਂ ਕਿ ਤੁਹਾਨੂੰ ਪਤਾ ਲੱਗੇ 3 ਡਾਇਮੈਂਸ਼ਨਲ ਇਸ ਤਰ੍ਹਾਂ। ਠੀਕ ਹੈ, ਤੇ ਇਹਦੇ ਕਾਰਨਰਸ ਤੇ ਜਿਹੜੇ ਚਾਰਜ ਰੱਖੇ ਬਹੁਤ ਧਿਆਨ ਨਾਲ ਦੇਖੋ। ਇੱਥੇ ਚਾਰਜ ਰੱਖਿਆ ਜੀ ਆਪਾਂ Q, ਇੱਥੇ ਵੀ ਚਾਰਜ ਰੱਖਿਆ Q, ਇੱਥੇ ਚਾਰਜ ਰੱਖਿਆ ਆਪਾਂ -Q, ਇਸ ਕਾਰਨਰ ਤੇ ਚਾਰਜ ਰੱਖਿਆ ਆਪਾਂ Q, ਇਸ ਕਾਰਨਰ ਤੇ ਚਾਰਜ ਰੱਖਿਆ -Q, ਇਸ ਕਾਰਨਰ ਤੇ ਚਾਰਜ ਰੱਖਿਆ Q, ਇਸ ਕਾਰਨਰ ਤੇ ਵੀ ਚਾਰਜ ਰੱਖਿਆ Q, ਇਸ ਕਾਰਨਰ ਤੇ ਵੀ ਚਾਰਜ ਰੱਖਿਆ Q। ਇਹ ਚਾਰਜ ਰੱਖਤੇ ਤੇ ਇਹ ਸਾਰੇ ਜਿਹੜੇ ਸਾਈਡਸ ਨੇ ਇਹਨਾਂ ਦੀ ਸਾਈਡਸ ਹੈਗੀਆਂ ਇਹ ਜਿਹੜੀ ਮੈਂ ਇੱਕ ਸਾਈਡ ਜਿਹੜੀ A ਹੈ ਤੇ ਇਹ ਕਿਊਬ ਹੈ, ਇੱਕ ਸਮਝ ਲਓ ਕਿ ਆ ਵੀ A ਹੈ, ਆ ਵੀ A ਹੈ, ਆ ਵੀ A ਹੈ, ਤੁਹਾਨੂੰ ਪਤਾ ਹੈ ਸਾਰੀਆਂ A ਨੇ। ਠੀਕ ਹੈ, ਇਹ ਕੋਈ ਡਾਊਟ ਨਹੀਂ। ਹੁਣ ਇਹਦੀ पोटेंशियल एनर्जी फाइंड करनी है। ਹੁਣ पोटेंशियल एनर्जी ਲਈ ਫਿਰ ਤੁਸੀਂ ਪੇਅਰਸ ਨੂੰ ਪਹਿਲਾਂ ਤਾਂ ਕੈਟੇਗਰਾਈਜ਼ ਕਰੋਗੇ ਨਾ ਕਿ ਨਹੀਂ। ਹਾਂ, ਪੇਅਰਸ ਨੂੰ ਕੈਟੇਗਰਾਈਜ਼ ਕਿਵੇਂ ਕਰਕੇ ਆਪਣਾ ਕੰਮ ਹੁੰਦਾ, ਕਿਉਂਕਿ ਨਹੀਂ ਕੱਲਾ ਕੱਲਾ ਕਰਨ ਲੱਗ ਜਾਓਗੇ ਦੇਖੋ ਫਿਰ ਤਾਂ ਕਿੰਨੇ 8 ਗੁਣਾ 8 ਮਾਈਨਸ 1 ਬਟਾ 2 n into n ਮਾਈਨਸ 8 ਨੇ ਨਾ ਟੋਟਲ, ਤੇ ਕਿੰਨਾ ਆ ਜਾਊਗਾ 8 ਗੁਣਾ 7 ਬਟਾ 2, 2 ਜੋ ਕਿ 8 4 ਤਾਂ 28 ਪੇਅਰ ਬਣਨੇ ਆ। ਤੇ 28 ਟਰਮਾਂ ਤੁਸੀਂ ਕੱਲੇ ਕੱਲੇ ਕਰਕੇ ਲਿਖਣ ਲੱਗੇ ਫਿਰ ਤਾਂ ਤੁਸੀਂ ਪੱਕਾ ਹੀ ਕੁਝ ਨਾ ਕੋਈ ਭੁੱਲ ਜਾਣਾ ਤੇ ਕੁਝ ਨਾ ਕੁਝ मतलब खराब कर लेना, पक्का है होएगा ही होएगा। इसीलिए सब तो पहला जरूरी की है कैटेगराइज करना भी पेयर देख लो टोटल किन्ने आ डिस्टेंस के हिसाब नाल। हुण तुसीं आप सोच के देखो जे एच दी जिवें डिस्टेंस के हिसाब नाल पेयर बनाइए, रफ च कर रहे हैं आप, इत्थे बाद च आंसर लिखते हैं। जे अपना डिस्टेंस ए होवे, ए डिस्टेंस होवे तां ए डिस्टेंस वाले किन्ने पेयर मिलणगे आपां नूं देखो। ऑब्वियसली ए डिस्टेंस वाले उन्ने पेयर मिलणगे जिन्नियां इहदियां साइड्स ने ना 1 2 3 4 ऊपर, 1 2 3 4 नीचे, 1 2 3 4 ਜਿਹੜੀ ਇਹਦੀਆਂ ਆਗੇ ਹਾਈਟਸ ਵਾਲੀਆਂ, ਤਾਂ ਟੋਟਲ ਕਿੰਨੇ ਮਿਲਣਗੇ ਪੇਅਰ ਦੱਸੋ। 12 ਪੇਅਰਸ ਮਿਲਣਗੇ। ਇਹਨਾਂ ਚੋਂ ਦੇਖਾਂਗੇ ਆਪਾਂ ਲਾਈਕ ਤੇ ਅਨਲਾਈਕ ਕਿੰਨੇ ਨੇ, ਪਹਿਲਾਂ ਆਪਾਂ ਇਹ ਲਿਖ ਲਈਏ। ਫਿਰ ਦੂਸਰਾ ਇਹਨਾਂ ਚ ਡਿਸਟੈਂਸ ਇੱਕ ਨਵਾਂ ਆਏਗਾ ਜਿਹੜਾ ਆਹ ਵਾਲਾ ਹੋਏਗਾ। ਦੇਖੋ ਜਿਹੜਾ ਇਸ ਤਰ੍ਹਾਂ ਦੇ ਡਿਸਟੈਂਸ ਆਣਗੇ ਜਿਨ੍ਹਾਂ ਦੇ ਫੇਸ ਐਜ ਵਾਲੇ, ਫੇਸ ਡਾਇਗਨਲ ਵਾਲੇ, ਸੌਰੀ ਸਮਝ ਲੱਗ ਰਹੀ ਗੱਲ। ਇਹ ਤਾਂ ਐਜ ਸੀਗਾ ਆਪਣਾ ਜਿਹੜਾ ਆਹ ਵਾਲਾ A ਸੀਗਾ, ਇਹ ਐਜ ਵਾਲੇ ਆ ਗਏ। ਹੁਣ ਆਪਣੇ ਫੇਸ ਡਾਇਗਨਲ ਵਾਲੇ, ਫੇਸ ਡਾਇਗਨਲ ਸਮਝਦੇ ਹੋ ਨਾ। यस सर। ਕੈਮਿਸਟਰੀ ਚ ਤੁਸੀਂ ਸੋਲਿਡ ਸਟੇਟ ਚ ਦੇਖੋ ਫੇਸ ਡਾਇਗਨਲ √2 ਡਿਸਟੈਂਸ ਹੁੰਦਾ ਹੈ। ਡਿਸਟੈਂਸ ਤਾਂ ਇੰਨਾ ਹੋਊਗਾ ਉਹਦਾ √2 ਟਾਈਮਸ A, ਪਰ ਇਹ ਹੋਣਗੇ ਕਿੰਨੇ ਦੇਖੀਏ ਇਸ ਫੇਸ ਤੇ ਕਿੰਨੇ 1 2 ਤੇ ਦੇਖੋ ਇੱਕ ਫੇਸ ਤੇ 2 ਨੇ, ਹਰ ਫੇਸ ਤੇ 2 ਹੈਗੇ ਨੇ ਕਿ ਨਹੀਂ। ਟੋਟਲ ਕਿੰਨੇ ਫੇਸ ਹੁੰਦੇ ਆ 6 ਇਹ ਦੋਨੇ 12 ਪੇਅਰਸ ਆਵੇ ਬਣ ਜਾਣ। 12 ਤੇ 12 24 ਹੋ ਗਏ। ਇਧਰੋਂ ਚੈੱਕ ਕਰ ਲਿਆ ਆਪਾਂ ਕਿੰਨੇ ਟੋਟਲ ਹੋਣੇ ਚਾਹੀਦੇ ਆ 28। ਠੀਕ ਹੈ, ਤੇ ਫੇਸ ਡਾਇਗਨਲ ਤੋਂ ਬਾਅਦ ਬੋਡੀ ਡਾਇਗਨਲ ਹੁੰਦਾ ਹੈ। ਫਿਰ ਬੋਡੀ ਡਾਇਗਨਲ ਸਮਝਦੇ ਹੋ ਸਾਰੇ। यस सर। ਬੋਡੀ ਡਾਇਗਨਲ ਇਹ ਹੁੰਦੀ ਹੈ ਨਾ, ਤੇ ਬੋਡੀ ਡਾਇਗਨਲ ਜਿਹੜਾ ਹੁੰਦਾ ਆ ਇਹਦੇ ਅੰਦਰ ਹੁੰਦਾ ਹੈ। ਆ ਦੇਖੋ ਜਿਵੇਂ ਮੰਨ ਲਓ ਆਹ ਵਾਲਾ ਪੁਆਇੰਟ ਹੈ, ਆਹ ਨੂੰ ਇਹਦੇ ਨਾਲ ਜੋੜਾਂਗੇ ਤਾਂ ਬੋਡੀ ਅੰਦਰ ਨੂੰ ਪਾਸ ਹੋ ਰਿਹਾ ਨਾ ਉਹ। ਠੀਕ ਹੈ ਗੱਲ। ਤੇ ਦੂਜਾ ਇਹਨੂੰ ਜੇ ਇਹਦੇ ਨਾਲ ਜੋੜਾਂਗੇ ਤਾਂ ਆ ਬੋਡੀ ਡਾਇਗਨਲ ਹੋਏਗਾ। ਉਹ ਥੋੜਾ ਜਿਹਾ ਚਲੋ ਬਣਾਉਣੇ ਵਿੱਚ ਹੋ ਗਿਆ, ਸਮਝ ਰਹੇ ਹੋ ਨਾ ਗੱਲ ਮੇਰੀ। यस सर। ਇਹਨਾਂ ਨਾ ਹੀ ਬਣਾਈਏ ਵਾਲਾ, ਆਹ ਵਾਲਾ ਇਹਦੇ ਨਾਲ ਜੋੜਾਂਗੇ ਤਾਂ ਬੋਡੀ ਡਾਇਗਨਲ ਹੋਏਗਾ। ਠੀਕ ਹੈ, ਤੇ ਹੋਰ ਕਿੰਨੇ ਹੋਣਗੇ 4 ਬੋਡੀ ਡਾਇਗਨਲ ਹੋਣਗੇ, ਦਿਖ ਹੀ ਰਿਹਾ ਵਾ। यस सर। यस सर। 4 ਬੋਡੀ ਡਾਇਗਨਲ ਹੋਣਗੇ ਤਾਂ 4 ਪੇਅਰ ਇਹਦੇ ਇੱਥੋਂ ਆ ਜਾਣਗੇ। ਤਾਂ ਆ ਟੋਟਲ ਆ ਜਿਹੜੀ ਟਰਮਸ ਨੇ ਹੁਣ ਆਪਾਂ ਇਹਨਾਂ ਨੂੰ ਲਿਖ ਸਕਦੇ ਹਾਂ। ਸਭ ਤੋਂ ਪਹਿਲਾਂ ਤਾਂ ਪੋਟੈਂਸ਼ੀਅਲ એનર્ਜੀ ਲਿਖਣ ਲਈ ਸਿੱਧਾ ਹੀ ਲਿਖਣਾ ਆਪਾਂ 12 ਪੇਅਰ ਜਿਹੜੇ ਹੈਗੇ ਨੇ A ਐਜ ਵਾਲੇ, ਉਹਨਾਂ ਵਿੱਚੋਂ ਦੇਖੋ ਲਾਈਕ ਕਿੰਨੇ ਅਨਲਾਈਕ ਕਿੰਨੇ ਨੇ। ਦੇਖੋ ਸਿੰਪਲ ਜੀ ਗੱਲ ਆ, ਅਨਲਾਈਕ ਵਾਲੇ ਗਿਣ ਲੈਂਦੇ ਆ 12 ਵਿੱਚੋਂ। ਆ -Q ਆ ਨਾ, ਇਹਦਾ ਇਹ ਡਿਸਟੈਂਸ ਵਾਲਾ ਇੱਕ ਇਹਦੇ ਨਾਲ ਅਨਲਾਈਕ ਬਣੇਗਾ, ਇੱਕ ਇਹਦੇ ਨਾਲ ਅਨਲਾਈਕ ਬਣੇਗਾ। ਆ ਵਾਲਾ ਨਾ ਸੋਚਿਓ ਹਰਾ ਵਾਲਾ, ਕਿਉਂਕਿ ਇਹ ਤਾਂ A ਲੈਂਥ ਵਾਲਾ ਥੋੜੀ ਹੈ, ਇਹ ਤਾਂ ਜਿਹਦੀ ਦੂਰੀ √2 ਹੈ ਉਹ ਚਾਹੂਗਾ ਨਾ। ਇਹਦਾ ਇਹਦੇ ਨਾਲ, ਇੱਕ ਇਹਦੇ ਨਾਲ, ਦੂਜਾ ਇਹਦੇ ਨਾਲ, ਇਹਦੇ ਨਾਲ ਤਾਂ ਲਾਈਕ ਹੈ ਨਾ, ਅਨਲਾਈਕ ਨਹੀਂ ਹੈ। यस सर। 1 ਤੇ 2 ਹੋ ਗਏ ਇਧਰੋਂ, -Q ਇਹਦੇ, ਇੱਕ ਇਹਦੇ ਨਾਲ, ਦੂਜਾ ਇਹਦੇ ਨਾਲ, ਟੋਟਲ ਕਿੰਨੇ ਹੋ ਗਏ 4 ਹੋ ਗਏ ਨਾ ਅਨਲਾਈਕ। यस।
ਤੇ 4 ਅਨਲਾਈਕ ਹੋ ਗਏ ਤਾਂ 4 ਅਨਲਾਈਕ ਪਹਿਲਾਂ ਲਿਖ ਦਿੰਦਾ ਮੈਂ 4 - k q² ਬਟਾ a। ਇਹ ਅਨਲਾਈਕ ਵਾਲੇ ਹੋ ਗਏ। ਲਾਈਕ ਵਾਲੇ 8 ਹੀ ਬਚੇ, ਸਿੱਧੇ ਲਿਖੋ 8 k q² ਬਾਈ a। ਸਮਝ ਲੱਗ ਰਹੀ ਸਾਰਿਆਂ ਨੂੰ ਗੱਲ? Yes, sir. ਠੀਕ ਹੈ, ਇਹ ਹੋ ਗਏ। ਫਿਰ ਇਹਦੇ ਵਿੱਚ ਅੱਗੇ ਕਰਦੇ ਆਪਾਂ, ਅੱਗੇ √2a ਵਾਲੇ ਦੇਖ ਲਓ। ਹੁਣ √2a ਵਾਲੇ ਜਿਹੜੇ ਨੇ ਆ ਫੇਸ ਡਾਇਗਨਲ, ਫੇਸ ਡਾਇਗਨਲ ਚ ਦੇਖੋ ਅਨਲਾਈਕ ਕਿੰਨੇ ਨੇ। ਫੇਸ ਡਾਇਗਨਲ ਚ ਅਨਲਾਈਕ ਦੇਖੋ ਆ -q ਦਾ ਇਹਦੇ ਨਾਲ ਹੀ ਅਨਲਾਈਕ ਬਣਿਆ ਇੱਕ, ਨੀਚੇ ਵਾਲੇ -q ਦਾ ਵੀ ਨਹੀਂ ਇਹਦੇ ਨਾਲ ਨਹੀਂ ਬਣਿਆ। -q ਦਾ ਇੱਕ ਇਹਦੇ ਨਾਲ ਬਣਿਆ, ਦੇਖੋ ਗ੍ਰੀਨ ਨਾਲ ਸ਼ੋ ਕਰ ਰਿਹਾ ਮੈਂ। ਇੱਕ ਇਸ -q ਦਾ ਫੇਸ ਡਾਇਗਨਲ ਇਹਦੇ ਨਾਲ ਵੀ ਤਾਂ ਬਣੇਗਾ ਨਾ, ਉਧਰਲੇ ਪਾਸੇ ਪਿਛਲੇ ਪਿੱਛੇ ਦੇਖੋ, ਹਨਾ? यस सर। ਤੇ ਉਸ ਫੇਸ ਚ ਬਣ ਗਿਆ, ਇਸ ਫੇਸ ਚ ਬਣ ਗਿਆ, ਇਸ ਫੇਸ ਚ ਵੀ ਬਣੇਗਾ। ਆ ਦੇਖੋ ਆ ਵੀ, ਹਨਾ? यस सर। ਤੇ ਬਸ 3 ਹੀ ਬਣ ਸਕਦੇ ਸੀ, 3 ਬਣ ਗਏ। ਆਹ ਵਾਲਾ ਜਿਹੜਾ -q ਹੈਗਾ ਇਹਦਾ ਇੱਕ ਇਹਦੇ ਨਾਲ ਪਿੱਛੇ ਬਣੇਗਾ, ਪਹਿਲਾਂ ਤਾਂ ਪਿੱਛੇ ਵਾਲੀ ਕੰਧ ਤੇ ਹੀ, ਹਨਾ? ਤੇ ਫੇਸ ਵਾਲਾ ਆ ਇਹਦੇ ਨਾਲ ਬਣੇਗਾ, ਹਨਾ? 2 ਹੋ ਗਏ। ਤੇ ਤੀਜਾ ਇਹਦਾ ਆ ਇਹਦੇ ਨਾਲ ਬਣੇਗਾ, ਆ ਵਾਲਾ ਫੇਸ ਉੱਪਰ। 3 ਇਹਦੇ ਹੀ ਬਣ ਗਏ ਤਾਂ 6 ਬਣ ਗਏ ਨਾ ਪੂਰੇ। Yes, sir. ਸੋ 6 ਬਣ ਗਏ ਤੁਹਾਡੇ ਅਨਲਾਈਕ। ਤਾਂ ਫਿਰ 6 ਹੀ ਅਨਲਾਈਕ ਤੇ 6 ਲਾਈਕ ਬਣ ਜਾਣਗੇ ਕਿ ਨਹੀਂ? Cancel हो ਫਿਰ ਕੈਨਸਲ ਹੋ ਕੇ ਫਿਰ ਸਿੱਧਾ 0 ਨਾ ਬਣ ਜੂਗਾ ਉਹ ਤਾਂ, ਹਨਾ? 6 6 ਹੀ ਹੋ ਗਿਆ ਉਹ ਤਾਂ। ਤੇ ਜਿਹੜਾ ਬਾਡੀ ਡਾਇਗਨਲ ਦੇਖੋ, ਬਾਡੀ ਡਾਇਗਨਲ ਤਾਂ ਹੈ ਹੀ 4 ਨੇ। ਆ -q ਦਾ ਆਵਲੇ q ਨਾਲ ਅਨਲਾਈਕ, ਆਵਲੇ q ਦਾ ਆਵਲੇ q ਨਾਲ ਲਾਈਕ, ਆਵਲੇ -q ਦਾ ਆਵਲੇ q ਨਾਲ ਅਨਲਾਈਕ। ਤੇ ਹੋਰ ਕਿਹੜਾ ਰਹਿ ਗਿਆ ਬਈ? ਇਹ ਬਾਡੀ ਡਾਇਗਨਲ ਇਹਦਾ ਇਹਦੇ ਨਾਲ ਹੋ ਗਿਆ, ਇਹਦਾ ਇਹਦੇ ਨਾਲ ਹੋ ਗਿਆ, ਇਹਦਾ ਇਹਦੇ ਨਾਲ ਅਨਲਾਈਕ ਹੋ ਗਿਆ, ਤੇ ਇਹਦਾ ਇਹ ਵੀ 2 ਲਾਈਕ ਤੇ 2 ਅਨਲਾਈਕ ਬਣ ਗਏ ਕਿ ਨਹੀਂ? ਦੇਖੋ ये भी 0. ਇਹ ਵੀ 2 ਲਾਈਕ ਤੇ 2 ਅਨਲਾਈਕ ਬਣ ਜਾਣਗੇ। ਇਹਦਾ ਫਿਰ ਖਤਮ ਹੀ ਹੋ ਗਿਆ ਸਾਰਾ। ਫਿਰ ਪੋਟੈਂਸ਼ੀਅਲ ਜੀ ਕਿੰਨੀ ਆਈ? ਫਿਰ ਇਹ ਜੋ 8 ਵਿੱਚੋਂ ਆ 4 ਘਟਾ ਦਿਓ, 4 ਟਾਈਮਸ k q² ਬਾਈ a ਆਨਸਰ। ਹੁਣ ਦੇਖੋ ਜੇ ਤੁਸੀਂ ਆ ਕੈਟੇਗਰਾਈਜ਼ ਨਹੀਂ ਕਰੋਗੇ, ਜੇ ਤੁਹਾਨੂੰ ਪਹਿਲਾਂ ਹੀ ਨਹੀਂ ਪਤਾ ਹੋਊਗਾ ਕਿੰਨੇ ਪੇਅਰਸ ਬਣ ਸਕਦੇ ਆ, ਤਾਂ ਤੁਸੀਂ ਹਮੇਸ਼ਾ ਇਹਦੇ ਵਿੱਚ ਕੋਈ ਨਾ ਕੋਈ ਗਲਤੀ ਕਰ ਜਾਓਗੇ। ਇਸ ਲਈ ਸਭ ਤੋਂ ਪਹਿਲਾਂ ਜ਼ਰੂਰੀ ਕੰਮ ਕੀ ਆ ਕਿ ਜੇ n ਚਾਰजेस ਹੋਣ ਤਾਂ ਆਪਾਂ ਨੂੰ ਪਤਾ ਕਿ ਕਿੰਨੇ ਪੇਅਰਸ ਬਣਨਗੇ ਆਪਣੇ, n × n-1/2 ਪੇਅਰਸ ਹੀ ਬਣਨਗੇ ਹਮੇਸ਼ਾ। ਦੂਸਰੀ ਗੱਲ, ਆਪਾਂ ਕੈਟੇਗਰਾਈਜ਼ ਕਿਵੇਂ ਕਰਨਾ ਪੇਅਰਸ ਨੂੰ? ਪਹਿਲਾਂ ਤਾਂ ਕੈਟੇਗਰਾਈਜ਼ ਕਰਨਾ ਡਿਸਟੈਂਸ ਵਾਈਜ਼, ਤੇ ਡਿਸਟੈਂਸ ਵਾਈਜ਼ ਕੈਟੇਗਰਾਈਜ਼ ਕਰਨ ਦਾ ਲਾਈਕ ਵਾਲੇ ਪੇਅਰਸ ਤੇ ਅਨਲਾਈਕ ਵਾਲੇ ਪੇਅਰਸ। ਲਾਈਕ ਵਾਲੇ ਪੇਅਰਸ ਪੋਜ਼ਿਟਿਵ ਤੇ ਅਨਲਾਈਕ ਵਾਲੇ ਪੇਅਰਸ ਨੈਗੇਟਿਵ ਪੋਟੈਂਸ਼ੀਅਲ એનર્ਜੀ ਹੋਏਗੀ। ਸਮਝ ਲੱਗੀ ਗੱਲ? ਹੁਣ ਆਪਾਂ ਇੱਕ ਕੁਐਸਚਨ ਹੋਰ ਕਰਦੇ ਹਾਂ। ਜਿਵੇਂ ਦੇਖੋ, ਜੇ ਆਪਾਂ ਰੈਗੂਲਰ ਹੈਕਸਾਗਨ ਦੀ ਗੱਲ ਕਰੀਏ, ਰੈਗੂਲਰ ਹੈਕਸਾਗਨ, ਤਾਂ ਉਹਦੇ ਕੇਸ ਚ ਕਿਵੇਂ ਆਏਗਾ? ਦੇਖੋ ਰੈਗੂਲਰ ਹੈਕਸਾਗਨ ਵੀ ਸਾਈਡ A ਹੀ ਲਵਾਂਗੇ ਆਪਾਂ। ਮੰਨ ਲਓ ਆ ਰੈਗੂਲਰ ਹੈਕਸਾਗਨ ਬਣਾ ਦਿੰਦੇ ਆਪਾਂ, 1 2 3 ਇਹਦੇ ਬਿਲਕੁਲ ਨੀਚੇ ਆਏਗਾ, 4 5 ਤੇ ਆ 6। ਸਾਰੀਆਂ ਸਾਈਡਸ A ਨੇ। ਮੈਂ ਉਹਨਾਂ ਸਿਮੈਟ੍ਰਿਕ ਸ਼ਾਇਦ ਨਹੀਂ ਵੀ ਬਣਾ ਪਾਇਆ, ਤਾਂ ਤੁਸੀਂ ਸਮਝ ਲਓ ਹੁਣ ਇਸ ਗੱਲ ਨੂੰ। ਇਹਦੀ ਆ ਇੱਥੇ ਰੱਖਿਆ ਆਪਾਂ -q ਚਾਰਜ, ਇੱਥੇ ਰੱਖਿਆ -q ਚਾਰਜ, ਇੱਥੇ ਰੱਖਿਆ ਆਪਾਂ -q ਚਾਰਜ, ਇੱਥੇ ਰੱਖਿਆ +q ਚਾਰਜ, ਇੱਥੇ ਰੱਖਿਆ +q ਚਾਰਜ, ਇੱਥੇ ਵੀ ਰੱਖਿਆ +q ਚਾਰਜ। ਤੇ ਇਹਦਾ ਜਿਹੜਾ ਸਾਈਡ ਹੈਗੀ ਆ ਉਹ A ਹੈ। ਤਾਂ ਇਹਦੇ ਲਈ ਕੁਝ ਡਿਸਟੈਂਸ ਤੁਹਾਨੂੰ ਮੈਂ ਦੱਸਦਾ, ਇੱਥੇ ਤੁਹਾਨੂੰ ਯਾਦ ਰਹਿਣੇ ਚਾਹੀਦੇ ਆ, ਅੱਗੇ ਤੋਂ ਧਿਆਨ ਰੱਖਿਓ ਇਸ ਗੱਲ ਦਾ। ਸਿੱਧਾ ਵੀ ਲਿਖ ਸਕਦੇ ਆਪਾਂ ਵੀ ਆ A ਹੈ, ਆ A ਹੈ, ਆ A ਹੈ, A ਹੈ, A ਹੈ ਤੇ A ਹੈ। ਸਿਮੈਟ੍ਰਿਕ ਹੈ, ਬਿਲਕੁਲ ਰੈਗੂਲਰ ਹੈ। ਸੋ ਬੇਸਿਕਲੀ ਆ ਇਹਦੇ ਸੈਂਟਰ ਤੇ ਨਾ ਇੱਥੋਂ ਜਿਹੜਾ ਇੱਕ ਇਕੁਇਲੇਟਰਲ ਟ੍ਰਾਇੰਗਲ ਜਿਹਾ ਬਣਦਾ ਹੈ, 60 ਡਿਗਰੀ ਦਾ ਐਂਗਲ ਬਣਦਾ ਇੱਥੇ। ਤੇ ਆ A ਹੈ ਤਾਂ ਆ ਵੀ A ਹੀ ਹੁੰਦਾ ਹੈ, ਆ ਵੀ A ਹੀ ਹੁੰਦਾ ਹੈ, ਆ ਵੀ A ਹੁੰਦੀ ਹੈ ਫਿਰ। ਠੀਕ ਹੈ, ਆ 6 ਇਕੁਇਲੇਟਰਲ ਟ੍ਰਾਇੰਗਲ ਬਣ ਜਾਂਦੇ ਇਹਦੇ ਅੰਦਰ। ਡਿਸਟੈਂਸ ਸਮਝਾਉਣ ਲਈ ਹੈ ਇਹ ਬਸ। ਹੁਣ ਤੁਸੀਂ ਸੋਚੋ ਇਹਦੇ ਵਿੱਚ ਜੇ ਤੁਸੀਂ ਟੋਟਲ ਪੇਅਰਸ ਕਿੰਨੇ ਬਣਨਗੇ? ਪਹਿਲਾਂ ਤਾਂ 6 × 6 - 1/2 ਕਿੰਨਾ ਬਣ ਗਿਆ? 15। यस सर। 15 ਪੇਅਰ ਬਣਨੇ ਆ। ਪਹਿਲਾਂ ਤਾਂ A ਡਿਸਟੈਂਸ ਵਾਲੇ ਦੇਖ ਲਈਏ ਪੇਅਰ ਕਿੰਨੇ ਬਣਨੇ ਆ। A ਡਿਸਟੈਂਸ ਵਾਲੇ ਪੇਅਰ, ਤੇ A ਡਿਸਟੈਂਸ ਵਾਲੇ ਪੇਅਰ ਦੇਖੋ ਕਿੰਨੇ ਬਣਨਗੇ? ਆਹੀ ਬਣਨਗੇ। ਇਹਨਾਂ ਵਿੱਚ ਦੇਖ ਲਓ ਤੁਸੀਂ, ਇਧਰੋਂ ਸ਼ੁਰੂ ਕਰ ਲਓ ਮਾਪਣੇ। ਇੱਕ ਆ ਹੋ ਗਿਆ, ਇੱਕ ਆ ਹੋ ਗਿਆ, ਇੱਕ ਆ ਹੋ ਗਿਆ, ਇੱਕ ਆ ਹੋ ਗਿਆ, ਇੱਕ ਆ ਹੋ ਗਿਆ। ਟੋਟਲ 6 ਹੋ ਗਏ, 6 ਪੇਅਰਸ ਬਣ ਗਏ। ਇਹਨਾਂ 6 ਵਿੱਚੋਂ ਦੇਖੋ ਪਹਿਲਾ ਅਨਲਾਈਕ ਹੋ ਗਿਆ, ਆ ਅਨਲਾਈਕ ਹੋ ਗਿਆ, ਦੇਖੋ ਆ ਅਨਲਾਈਕ ਹੋ ਗਿਆ।
ਤੇ ਹੋਰ ਅਨਲਾਈਕ ਕਿੱਥੇ ਆ? ਆ ਤਾਂ ਲਾਈਕ ਹੀ ਹੋ ਗਿਆ, ਆ ਵੀ ਲਾਈਕ ਹੋ ਗਿਆ, क्या ਆ ਅਨਲਾਈਕ ਹੈ। 2 ਅਨਲਾਈਕ ਆ, ਬਾਕੀ ਸਾਰੇ ਲਾਈਕ ਆ। ਦੇਖੋ ਹੈ ਕਿ ਨਹੀਂ? Yes, sir. तो 4 ਤੁਹਾਡੇ ਹੋ ਗਏ ਲਾਈਕ, 2 ਅਨਲਾਈਕ, ਤਾਂ 2 ਘਟਾ ਦੋ, 2 ਲਾਈਕ ਵਾਲਾ ਲਿਖ ਦਈਏ ਸਿੱਧਾ ਹੀ ਪੋਟੈਂਸ਼ੀਅਲ એનર્ਜੀ 2 ਟਾਈਮਸ। ਸਮਝ ਲੱਗੀ ਗੱਲ? Yes, sir. ਉਸ ਤੋਂ ਬਾਅਦ ਇਹ ਵਾਲੇ ਜਿਹੜੇ ਟੋਟਲ 6 ਬਣੇ ਸੀ ਪੇਅਰਸ, ਤੇ ਉਸ ਤੋਂ ਬਾਅਦ ਹੈਗਾ ਡਿਸਟੈਂਸ, ਦੇਖੋ 2a ਕਰ ਲਓ। ਅੱਛਾ ਇਹ ਦੇਖੋ ਆ ਇਹ ਡਿਸਟੈਂਸ ਹੋ ਗਿਆ। ਉਸ ਤੋਂ ਬਾਅਦ ਇਹਦਾ ਇਹਦੇ ਨਾਲ ਡਿਸਟੈਂਸ ਦੇਖੋ, ਪਹਿਲਾਂ ਐ ਕਰੋ ਨਾ, ਐ ਕਰੋ ਪਹਿਲਾਂ ਡਿਸਟੈਂਸ ਐ ਦੇਖੀਏ ਆਪਾਂ ਵੀ ਇਹਦਾ ਇਹਦੇ ਨਾਲ ਜਿੰਨਾ ਡਿਸਟੈਂਸ ਇਹ ਹੈ ਨਾ, ਤਾਂ ਇਹ ਵਾਲੇ ਦੇਖ ਲਿਆ ਆਪਾਂ। ਹੁਣ ਇਹਦਾ ਇਹਦੇ ਨਾਲ ਡਿਸਟੈਂਸ ਕਿੰਨਾ, ਦੇਖੋ ਇਹਦਾ ਇਹਦੇ ਨਾਲ ਡਿਸਟੈਂਸ ਦੇਖੋਗੇ ਉਹ ਆਏਗਾ √3a। ਹੁਣ ਤੁਸੀਂ ਇਸ ਗੱਲ ਨੂੰ ਸੋਚੋ, ਇਹ √3a ਕਿਵੇਂ ਆਇਆ? ਇਹ √3a ਕਿਵੇਂ ਆਇਆ? √3 ਟਾਈਮਸ a, ਤਾਂ √3a ਡਿਸਟੈਂਸ ਵਾਲੇ ਆਪਾਂ ਪੇਅਰ ਦੀ ਗੱਲ ਕਰਾਂਗੇ। ਪਰ √3a ਕਿਵੇਂ ਆਇਆ ਇਹਨੂੰ ਸਮਝਣ ਲਈ ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਆ 60 ਡਿਗਰੀ ਐਂਗਲ ਹੁੰਦਾ, 60 ਡਿਗਰੀ ਐਂਗਲ ਹੁੰਦਾ, ਤੇ ਇਹਦਾ ਬਾਹਰ ਵਾਲਾ ਐਂਗਲ ਆ ਕਿੰਨਾ ਹੁੰਦਾ? 60 ਡਿਗਰੀ ਹੁੰਦਾ ਕਿ ਨਹੀਂ? Yes, sir. ਤੇ ਇਹਦਾ ਮਤਲਬ ਤੁਸੀਂ ਇਹ ਸਮਝ ਲਓ ਕਿ ਵੀ ਆ ਇੱਕ ਵੈਕਟਰ ਹੈਗਾ, ਇੱਕ ਵੈਕਟਰ ਹੈਗਾ ਜਿਹਦੀ ਲੈਂਥ a ਹੈ, ਤੇ ਆ ਇੱਕ ਵੈਕਟਰ ਹੈਗਾ ਜਿਹਦੀ ਲੈਂਥ a ਹੈ, ਤੇ ਇਹਨਾਂ ਦੋਨਾਂ 'ਚ ਐਂਗਲ 60 ਡਿਗਰੀ ਹੈ। ਤਾਂ ਤੁਸੀਂ ਬੇਸਿਕਲੀ ਰਿਜ਼ਲਟੈਂਟ ਦਾ ਦੇਖ ਰਹੇ ਹੋ ਨਾ ਕਿ ਨਹੀਂ? Yes, sir. ਤਾਂ ਤੁਸੀਂ ਜਦੋਂ ਇਹਨੂੰ ਰਿਜ਼ਲਟੈਂਟ ਦਾ ਮੈਗਨੀਟਿਊਡ ਦੇਖੋਗੇ ਉਹ ਆਏਗਾ a ਦਾ ਸਕੁਅਰ ਪਲੱਸ a ਦਾ ਸਕੁਅਰ ਪਲੱਸ 2 ਟਾਈਮਸ a into a into cos 60 ਡਿਗਰੀ ਕਿੰਦਾ 1/2 ਹੁੰਦਾ ਹੈ। ਠੀਕ ਹੈ, ਤਾਂ 2 ਨਾਲ 2 ਕੱਟਿਆ ਗਿਆ, √3a ਆ ਜਾਊਗਾ। ਸਮਝ ਲੱਗੀ ਗੱਲ? तो ਵੈਕਟਰਸ ਨੂੰ ਯੂਜ਼ ਕਰਕੇ ਆਪਾਂ ਦੇਖ ਲਿਆ। ਅੱਛਾ √3a ਵਾਲੇ ਪੇਅਰ ਕਿੰਨੇ ਬਣਨਗੇ? ਦੇਖੋ ਇੱਕ ਤਾਂ ਆ ਬਣ ਗਿਆ ਜਿਹੜਾ ਮੈਂ ਬਣਾਇਆ, ਠੀਕ ਹੈ, ਦੂਜਾ ਫਿਰ ਆ ਬਣ ਗਿਆ, ਇੱਥੇ ਆ ਖਤਮ ਕਰੇ ਨਾ ਗੱਲ, ਧਿਆਨ ਦੇ। ਤੀਜਾ ਆ ਬਣ ਗਿਆ, ਤੇ ਚੌਥਾ ਆ ਬਣ ਗਿਆ, ਪੰਜਵਾਂ ਆ ਬਣ ਗਿਆ, ਹੈਨਾ, ਤੇ 6 ਨਹੀਂ ਕਿੰਨੇ ਬਣ ਗਿਆ? ਹਾਂ 6ਵਾਂ ਆ ਬਣ ਗਿਆ। ਸਮਝ ਲੱਗ ਰਹੀ ਗੱਲ? Yes, sir. Yes. तो जो 6ਵਾਂ ਇਹ ਬਣ ਗਿਆ, 6 ਵਿੱਚੋਂ ਪੇਅਰ ਦੇਖੋ ਕਿੰਨੇ ਲਾਈਕ ਤੇ ਅਨਲਾਈਕ ਆ, ਦੇਖ ਲਓ ਹੁਣ ਕਿੰਨੇ ਪੇਅਰਸ ਲਾਈਕ ਆ ਤੇ ਅਨਲਾਈਕ। ਆ ਵਾਲੇ ਦੇਖਣੇ ਆ √3a ਡਿਸਟੈਂਸ ਵਾਲੇ। येलो वाला देख रहे हैं मैं, तो लाइक ही है, फिर आ वाला अनलाइक है, फिर आ लाइक है, ये अनलाइक है। 4 की बने, 4 की बने Unlike. अनलाइक 2 लाइक बने होने हैं। ਤੇ ਫਿਰ ਅਨਲਾਈਕ ਹੈ, ਫਿਰ ਮਾਈਨਸ ਹੀ ਲਿਖਣਾ ਪੈਣਾ ਨਾ, Yes, sir. ਤਾਂ ਇੱਥੇ ਆ ਜਾਊਗਾ -2 ਟਾਈਮਸ kq ਸਕੁਅਰ ਬਟਾ √3 ਹੈ। ਵੈਰੀ ਗੁੱਡ। ਤੇ ਇਸ ਤੋਂ ਬਾਅਦ ਫਿਰ ਟੋਟਲ 6 ਤੇ 6 12, 3 ਹੋਰ ਰਹਿ ਗਏ। 3 ਕਿਹੜੇ ਰਹਿ ਗਏ ਪੇਅਰ ਸੋਚੋ? Distance 2a. 2a distance. 2a ਹੈ, ਯੈਸ 2a। ਇੱਕ ਇੱਥੋਂ ਦਾ ਆ ਵਾਲਾ ਵੀ ਹੋ ਗਿਆ, ਹੁਣ ਆ ਵਾਲਾ ਆਏਗਾ, ਇੱਕ ਆ ਹੋ ਗਿਆ 2a ਡਿਸਟੈਂਸ ਵਾਲਾ, ਹਨਾ। ਫਿਰ ਇੱਕ ਇੱਥੋਂ ਆਏਗਾ ਆ ਵਾਲਾ 2a ਡਿਸਟੈਂਸ ਵਾਲਾ, ਇੱਥੋਂ ਆ ਵਾਲਾ ਆਏਗਾ, ਹਨਾ। ਇੱਕ ਮਿੰਟ ਕਿੰਨੇ ਹੋ ਗਏ? 3 ਰਹਿ ਗਿਆ। ਦੇਖੋ ਤੇ ਇਹਦਾ ਇੱਕ ਮਿੰਟ ਤੋਂ ਸ਼ੁਰੂ ਕੀਤਾ ਮੈਂ, ਇੱਥੇ ਇਹਦੇ ਨਾਲ, ਇਹਦਾ ਇਹਦੇ ਨਾਲ, ਇਹਦਾ ਇਹਦੇ ਨਾਲ, 3 ਹੀ ਬਣੇ, 3 ਹੀ ਹੋਏ, ਹਨਾ। ਆ ਹੋ ਗਿਆ ਅਨਲਾਈਕ, ਆ ਵੀ ਅਨਲਾਈਕ, ਤਿੰਨੋਂ ਹੀ ਅਨਲਾਈਕ ਆ, ਤਾਂ -3 ਟਾਈਮਸ kq ਸਕੁਅਰ ਬਾय 2a ਆਨਸਰ। ਬਸ ਇਹਨੂੰ ਥੋੜਾ ਸਿੰਪਲੀਫਾਈ ਕਰਕੇ ਆਨਸਰ ਦੇ। ਸਮਝ ਲੱਗੀ ਗੱਲ ਸਾਰਿਆਂ ਨੂੰ? Yes, sir. तो ਇਹ ਤਾਂ ਹੋ ਗਿਆ ਪੋਟੈਂਸ਼ੀਅਲ એનર્ਜੀ ਕੈਲਕੂਲੇਟ ਕਰਨ ਦੇ ਬਾਰੇ। ਜਦੋਂ ਆਪਣੇ ਕੋਲ ਬਹੁਤ ਸਾਰੇ ਚਾਰजेस ਹੋਣ, ਆਪਾਂ ਕਿਵੇਂ ਆਪਾਂ, ਅੱਛਾ ਜੇ ਚਾਰजेस q1 q2 q3 ਹੋਣ ਤਾਂ ਫਿਰ ਤੁਹਾਨੂੰ ਪਤਾ ਅਲੱਗ-ਅਲੱਗ ਹੀ ਲਿਖਣੇ ਪੈਣੇ। ਫਿਰ q ਫਿਰ ਇਹ ਪੇਅਰਿੰਗ ਪੂਰਿੰਗ ਨਹੀਂ ਹੋਣੀ ਫਿਰ, ਹਨਾ। ਫਿਰ ਤਾਂ ਕਿਉਂਕਿ ਬਹੁਤ ਬਿਲਕੁਲ ਅਲੱਗ ਹੀ ਕੰਮ ਹੋ ਗਿਆ। ਫਿਰ ਤੁਹਾਨੂੰ ਉਸ ਤਰ੍ਹਾਂ ਹੀ ਕਰਾਂਗੇ ਜਿਸ ਤਰ੍ਹਾਂ ਮੈਂ ਬਾਈ ਡੈਫੀਨੇਸ਼ਨ ਤੁਹਾਨੂੰ ਸਮਝਾਇਆ ਸੀ। ਬਿਲਕੁਲ ਇਸ ਤਰ੍ਹਾਂ ਜਿਹੜਾ ਪੋਟੈਂਸ਼ੀਅਲ ਲਿਖਦੇ ਆਪਾਂ ਹੁਣ, ਫਾਈਂਡ ਪੋਟੈਂਸ਼ੀਅਲ। ਹੁਣ ਪੋਟੈਂਸ਼ੀਅਲ ਇਕੱਲੇ ਇੱਕ ਚਾਰਜ ਕਰਕੇ ਤਾਂ ਕਿਸੇ ਪੁਆਇੰਟ ਤੇ ਪੁੱਛਿਆ ਜਾ ਸਕਦਾ। पोटेंशियल एनर्जी पूरे सिस्टम की पूछी जा रही सी, पोटेंशियल किसी पॉइंट पे पूछा जा सकता। फाइंड पोटेंशियल एट सेंटर ऑफ स्क्वायर। तो स्क्वायर की है अपना, दिस इज द स्क्वायर, देखो आ स्क्वायर है, ते ਇਹਦੇ ਵਿੱਚ ਆ ਆਏਗਾ मान लो -q, ਆ ਆਏਗਾ मान लो -q, आएगा Q, आ हैगा या Q, ते सेंटर ते तुसी दसना पोटेंशियल कितना है।
ਦੇਖੋ ਬੱਚਿਆਂ ਨੂੰ ਨਾ ਇਲੈਕਟ੍ਰਿਕ ਫੀਲਡ ਦੇ ਕੁਐਸਚਨ ਕਰ ਕਰਕੇ ਆਦਤ ਪਈ ਹੁੰਦੀ ਉਦਾਂ ਸੋਚਣ ਦੀ, ਜਦ ਕਿ ਪੋਟੈਂਸ਼ੀਅਲ ਦੇ ਕੇਸ ਸੋਚਣਾ ਸੌਖਾ ਹੁੰਦਾ ਹੈ, ਕਿਉਂਕਿ ਇੱਥੇ ਪੋਟੈਂਸ਼ੀਅਲ ਇੱਕ ਸਕੇਲਰ ਕੁਆਂਟੀਟੀ ਹੈ, ਕੋਈ ਡਾਇਰੈਕਸ਼ਨ ਨਹੀਂ ਦੇਖਣੀ, ਕੁਝ ਵੀ ਨਹੀਂ ਦੇਖਣਾ, ਸਿੱਧਾ ਹੀ ਬਸ ਲਿਖੀ ਜਾਣਾ ਹੈ ਉਹਨੂੰ ਕਿ ਪੋਜ਼ਿਟਿਵ ਚਾਰਜ ਦਾ ਪੋਜ਼ਿਟਿਵ ਪੋਟੈਂਸ਼ੀਅਲ, ਨੈਗੇਟਿਵ ਚਾਰਜ ਦਾ ਨੈਗੇਟਿਵ ਪੋਟੈਂਸ਼ੀਅਲ। ਤੇ ਸੈਂਟਰ ਤੇ ਪੋਟੈਂਸ਼ੀਅਲ ਕਿੰਨਾ ਆਏਗਾ ਦੱਸੋ? पोटेंशियल का फार्मूला ਤੁਸੀਂ ਲਿਖ ਹੀ ਚੁੱਕੇ ਹੋ, ਕੀ ਹੁੰਦਾ KQ/R ਹੁੰਦਾ ਹੈ ਨਾ, ਸਾਰੇ ਚਾਰजेस ਕਰਕੇ ਇੱਕ ਇੱਕ ਕਰਕੇ ਪਤਾ ਆ ਡਿਸਟੈਂਸ ਕਿੰਨਾ ਹੈ ਮੈਨੂੰ ਨਾ ਤਾਂ ਇੱਥੇ ਦਿੱਤਾ ਹੈ ਨਾ ਹੀ ਮੈਨੂੰ ਲੈਣਾ ਦੇਣਾ ਹੈ, ਆ ਡਿਸਟੈਂਸ ਜੋ ਮਰਜ਼ੀ ਹੋਵੇ ਤੁਸੀਂ ਸੋਚੋ। सर 0 ਬਿਲਕੁਲ 0, ਕਿਉਂਕਿ ਆ ਡਿਸਟੈਂਸ ਤੁਸੀਂ R ਹੀ ਮੰਨ ਲਓ, ਆ ਵੀ R ਮੰਨ ਲਓ, ਆ ਵੀ R ਮੰਨ ਲਓ, ਆ ਵੀ R ਮੰਨ ਲਓ, ਜਾਂ ਨਹੀਂ ਤਾਂ ਇਹ ਪਤਾ ਹੁੰਦਾ ਤਾਂ ਕੈਲਕੂਲੇਟ ਵੀ ਕਰ ਲੈਂਦੇ, ਤੇ R ਹੈਗਾ ਫਿਰ ਕੀ ਹੋ ਗਿਆ ਇਹ, ਫਿਰ ਆ ਇਹਦੇ ਕਰਕੇ ਪਹਿਲਾਂ ਇਹਦੇ ਕਰਕੇ ਪੋਟੈਂਸ਼ੀਅਲ ਪਤਾ ਕਰੋ ਤੇ ਉਹ ਜਗ੍ਹਾ ਤੇ ਕੀ ਹੋਏਗਾ KQ/R, फिर प्लस अगले Q करके फिर KQ/R, फिर अगले करके माइनस KQ/R, अगले करके फिर माइनस KQ/R, बस कितना आ गया पोटेंशियल 0। समय लगेगा सारे ਨੂੰ? Yes sir. ਇਸ ਤਰ੍ਹਾਂ ਜਦੋਂ ਤੁਸੀਂ ਇਲੈਕਟ੍ਰਿਕ ਫੀਲਡ ਫਾਈਂਡ ਕਰਦੇ ਹੋ, ਜਿਵੇਂ ਉੱਥੇ ਆਪਾਂ ਡਾਇਰੈਕਸ਼ਨ ਦਾ ਮਾਮਲਾ ਹੁੰਦਾ, ਇੱਥੇ ਮੰਨ ਲਓ Q ਹੈ ਚਾਰਜ, ਇੱਥੇ ਮਾਈਨਸ Q ਚਾਰਜ ਹੈ, ਤੇ ਇਹਨਾਂ ਦੇ ਵਿੱਚ ਡਿਸਟੈਂਸ ਜੋ ਵੀ ਗਿਵਨ ਹੋਵੇ ਮੰਨ ਲਓ ਆਪਾਂ ਨੂੰ, ਤੇ ਉਹ ਕਹਿ ਰਹੇ ਨੇ ਬਿਲਕੁਲ ਇਹਨਾਂ ਦਾ ਸੈਂਟਰ ਤੇ ਇੱਥੇ ਸੈਂਟਰ ਤੇ ਤੁਸੀਂ ਦੱਸੋ ਕਿੰਨਾ ਪੋਟੈਂਸ਼ੀਅਲ ਹੈ, ਆ ਡਿਸਟੈਂਸ ਮੰਨ ਲਓ R ਹੈ, ਆ ਵੀ R ਹੈ, ਤਾਂ ਪੋਟੈਂਸ਼ੀਅਲ ਕਿੰਨਾ ਆਏਗਾ? फिर KQ/R इधर लेकर के माइनस KQ/R उधर करके, तो पोटेंशियल कितना आ गया 0। सोच के देखो कि जे इस तरह गिवन हुंदा भी आ C पॉइंट है, आ वाला पॉइंट Q है, ते ए वाला R डिस्टेंस है, ते ए तो R डिस्टेंस ते इधर हुंदा माइनस Q, ਤਾਂ ਇੱਥੇ ਪੋਟੈਂਸ਼ੀਅਲ ਕਿੰਨਾ ਆਣਾ ਸੀ? 0 ਹੀ ਆਣਾ ਸੀ। ਐਗਜ਼ੈਕਟਲੀ ਮੈਂ ਤੁਹਾਨੂੰ ਬਸ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ, ਪੋਟੈਂਸ਼ੀਅਲ ਦੇ ਲਈ ਡਾਇਰੈਕਸ਼ਨ ਰੁਕਸ਼ਨ ਮੈਟਰ ਨਹੀਂ ਕਰਦੀ, ਬਸ ਡਿਸਟੈਂਸ ਤੇ ਚਾਰਜ, ਬਸ ਇਹ ਸਕੇਲਰ ਕੁਆਂਟੀਟੀ ਹੈ। ਪੋਜ਼ਿਟਿਵ ਚਾਰਜ ਹੈ ਤਾਂ ਪੋਜ਼ਿਟਿਵ ਪੋਟੈਂਸ਼ੀਅਲ ਹੋ ਜਾਂਦਾ, ਨੈਗੇਟਿਵ ਦਾ ਨੈਗੇਟਿਵ ਪੋਟੈਂਸ਼ੀਅਲ ਆਉਂਦਾ, ਤੇ ਜੇ ਦੋਨੋਂ ਇੱਕੋ ਹੀ ਜਗ੍ਹਾ ਤੇ ਆ ਰਹੇ ਹੋਣ ਤਾਂ ਉਹ ਇੱਕ ਦੂਜੇ ਨੂੰ ਕੈਂਸਲ ਵੀ ਕਰ ਸਕਦੇ ਨੇ ਬਿਲਕੁਲ ਮੈਥਮੈਟਿਕਲੀ, ਤਾਂ ਇੱਥੇ ਪੋਟੈਂਸ਼ੀਅਲ 0 ਹੋਏਗਾ। ਹੁਣ ਮੈਨੂੰ ਦੱਸੋ ਇਲੈਕਟ੍ਰਿਕ ਡਾਈਪੋਲ ਦੇ ਸੈਂਟਰ ਤੇ ਪੋਟੈਂਸ਼ੀਅਲ ਕਿੰਨਾ ਹੁੰਦਾ? 0। ਪਰ ਫੀਲਡ 0 ਨਹੀਂ ਹੁੰਦਾ, क्योंकि इतने जो फील्ड देखोगे तो इस चार्ज के करके पोटेंशियल इधर होएगा, फील्ड होएगा, ਇਹਦੇ ਕਰਕੇ ਵੀ ਫੀਲਡ ਇਧਰ ਹੋਏਗਾ, ਤਾਂ 2 ਟਾਈਮਸ ਦੈਟ ਆ ਜਾਏਗਾ, ਆਏਗਾ ਕਿ ਨਹੀਂ? Yes sir. तो देखो ਜ਼ਰੂਰੀ ਨਹੀਂ ਹੈ ਪੋਟੈਂਸ਼ੀਅਲ ਤੇ ਇਲੈਕਟ੍ਰਿਕ ਫੀਲਡ ਇਸ ਤਰ੍ਹਾਂ ਰਿਲੇਟਡ ਨਹੀਂ ਹੈਗੇ, ਇਸ ਲਈ ਮੈਂ ਤੁਹਾਨੂੰ ਕਹਿ ਰਿਹਾ, ਮੈਂ ਦੱਸੂਗਾ ਅੱਜ ਕੀ ਕਿਵੇਂ ਰਿਲੇਟਡ ਹੈਗੇ ਨੇ ਪੋਟੈਂਸ਼ੀਅਲ ਤੇ ਫੀਲਡ ਨੂੰ ਆਪਾਂ ਰਿਲੇਟ ਕਰਾਂਗੇ ਅੱਜ ਕੀ ਕਿਵੇਂ ਰਿਲੇਟਡ ਨੇ। ਸੋ ਜ਼ਰੂਰੀ ਨਹੀਂ ਹੈਗਾ ਕਿ ਜੇ ਇਲੈਕਟ੍ਰਿਕ ਫੀਲਡ ਹੈ ਤਾਂ ਪੋਟੈਂਸ਼ੀਅਲ ਵੀ ਹੋਏਗਾ, ਪੋਟੈਂਸ਼ੀਅਲ ਕੈਨ ਬੀ 0 ਓਵਰ देयर। ਹੁਣ ਇੱਕ ਕੁਐਸਚਨ ਹੈਗਾ, ਇਹ ਸਾਰੇ ਨੇ ਹੁਣੇ ਸੋਲਵ ਕਰੋਗੇ। देखो find position of those points on the line joining Q and minus Q as shown in diagram, where V is 0, यानी पोटेंशियल नेट पोटेंशियल 0 आवे, आ चार्ज आएगा जी Q, आ चार्ज हैगा जी -2Q, एक पॉजिटिव एक नेगेटिव चार्ज है, ਤੇ ਇਹ ਜਿਹੜੇ ਦੋਨੋਂ ਨੇ ਇਹ ਇਸ ਤਰ੍ਹਾਂ ਆਪਾਂ ਇਸ ਲਾਈਨ ਨਾਲ ਜੋੜ ਦਿੰਨੇ ਆ, ਤੇ ਇਹਦੇ ਵਿੱਚ ਜਿਹੜਾ ਡਿਸਟੈਂਸ ਹੈਗਾ ਇਹਨਾਂ ਵਿੱਚ ਉਹ ਡਿਸਟੈਂਸ ਹੈਗਾ ਗਿਵਨ D, ਆ ਡਿਸਟੈਂਸ D ਗਿਵਨ ਹੈ, ਤੇ ਇਹਨੂੰ ਲਾਈਨ ਜੁਆਇਨਿੰਗ ਜਿਹੜੀ ਆ ਲਾਈਨ ਜੁਆਇਨਿੰਗ ਆ ਨਾ, ਆ ਵਾਲੀ ਪੂਰੀ ਲਾਈਨ ਜਾਂ ਆ ਵਾਲੀ ਪੂਰੀ ਲਾਈਨ, ਤੁਸੀਂ ਬਸ ਇਸ ਲਾਈਨ ਦੇ ਉੱਪਰ ਉਹ ਪੁਆਇੰਟ ਪਤਾ ਕਰਨਾ ਹੈ ਜਿੱਥੇ ਪੋਟੈਂਸ਼ੀਅਲ 0 ਹੋਏਗਾ, ਤੇ ਸੋਲੂਸ਼ਨ ਕਰੋ ਇਹਨੂੰ ਜਲਦੀ, ਸਾਰੇ ਜਣੇ ਲਓ ਵੀ 1-2 ਮਿੰਟ ਕਰਕੇ ਆਨਸਰ ਦੱਸੋ ਮੈਨੂੰ, ਫਿਰ ਆਪਾਂ ਕਰਦੇ ਆ। ਸਾਰੇ ਆਪਣੇ ਆਪਣੀ ਕਾਪੀਜ਼ ਸੋਲਵ ਕਰੋ, ਹੁਣੀ ਸੋਲਵ ਕਰੋ, ਜੋ ਵੀ ਮੈਥਡ ਲਗਾ ਰਹੇ ਹੋ ਜਿਵੇਂ ਵੀ ਲਗਾ ਰਹੇ ਹੋ, ਮੈਨੂੰ ਕਲਾਸ ਤੋਂ ਬਾਅਦ WhatsApp ਕਰ ਦਿਓ। ਕੁਝ ਨਹੀਂ ਕਰਨਾ ਜੀ, ਬਸ ਤੁਸੀਂ ਆ ਇਹਨੂੰ ਬਸ ਇੱਥੇ ਤੁਸੀਂ ਆ ਲੈ ਲਓ ਪੁਆਇੰਟ, ਕੋਈ ਵੀ ਮੰਨ ਲਓ ਇੱਥੇ ਆ ਕੋਈ ਵੀ, ਮੈਂ ਜਾਣਬੁੱਝ ਕੇ ਇਹਦੇ ਨੇੜੇ ਹੀ ਵੈਸੇ ਕਾਮਨ ਸੈਂਸ ਨਾਲ ਦਿਖਾ ਰਿਹਾ, ਕਿਉਂਕਿ ਆ ਚਾਰਜ ਵੱਡਾ ਆ ਤਾਂ ਇਹ ਦੂਰ ਜਾ ਕੇ ਉਨਾ ਪੋਟੈਂਸ਼ੀਅਲ ਦੇਗਾ ਜਿੰਨਾ ਇਹ ਨੇੜੇ ਹੀ ਦੇਵੇਗਾ ਨਾ, ਪੋਜ਼ਿਟਿਵ ਆ ਜਿੰਨਾ ਪੋਟੈਂਸ਼ੀਅਲ ਇਹ ਪੋਜ਼ਿਟਿਵ ਦੇਗਾ ਉਨਾ ਇਹਨੂੰ ਨੈਗੇਟਿਵ ਦੇਣਾ ਪੈਣਾ, ਤਾਂ ਇਹ ਤਾਂ 0 ਹੋਏਗਾ। ਇੱਥੋਂ ਡਿਸਟੈਂਸ x ਮੰਨ ਲਓ, ਇਹਨੂੰ d - x ਮੰਨ ਲਓ, ਤੇ ਤੁਸੀਂ ਫਿਰ ਇਸ ਜਗ੍ਹਾ ਤੇ ਪੋਟੈਂਸ਼ੀਅਲ ਮੰਨ ਲਓ v ਨੂੰ 0 ਪੁੱਟ ਕਰਨਾ ਹੈ, ਤਾਂ ਇਸ ਜਗ੍ਹਾ ਤੇ ਪੋਟੈਂਸ਼ੀਅਲ ਨੂੰ ਕਿਵੇਂ ਲਿਖੋਗੇ? K Q/x
वैसे तो बराबर भी कर देना होना, पर थोड़ा मैं थोड़ा प्रॉपरली समझा दूंगा पहला। के क्यू बाय एक्स आ गया ये पॉजिटिव पोटेंशियल, प्लस फिर आएगा के इंटू माइनस टू क्यू, ये नेगेटिव वाला होएगा, डिवाइड बाय डी माइनस एक्स, तो ये पोटेंशियल किहदे बराबर लिखना है, जीरो। तो ਉਹਦੇ ਕਰਕੇ ਆਪਾਂ ਕੀ ਕਰਦੇ ਆ, ਮਾਈਨਸ ਪੋਟੈਂਸ਼ੀਅਲ ਉਧਰ ਜਾ ਕੇ ਪਲੱਸ ਹੋ ਜਾਏਗਾ, ਹੈ ਨਾ। ਤਾਂ ਇਹ ਆ ਜਾਏਗਾ ਤੁਹਾਡਾ kq by x is equal to k into 2q by d minus x। फिर आ q ना q कैंसिल कर दो, आ q ना q ਤੇ k कैंसिल कर दो, ਇਹ ਬਣ ਜਾਏਗਾ ਜੀ ਤੁਹਾਡਾ d minus x is equal to 2x, ਇਹ ਆ ਜਾਏਗਾ d is equal to 3x, ਤੇ ਤੁਹਾਡੀ x ਦੀ ਵੈਲਿਊ ਕਿੰਨੀ ਆਈ, d ਬਟਾ 3 ਆ ਗਈ। ਸੋ ਜੇ ਤੁਸੀਂ ਇਹਦੇ ਸੈਂਟਰ 'ਚ ਦੇਖਣਾ ਇੱਥੇ ਕੋਈ जगह था, उस जगह पे पोटेंशियल जीरो आएगा, वो आएगा d/3 डिस्टेंस ते। इस तो अलावा कोई होर पॉइंट हो सकता है अनुराग, इस साइड या इस साइड? सर शायद सर क्यू वाली साइड हो सकता, 2 वाली साइड, सर क्यू वाली साइड, हाँ क्यू वाली साइड ही हो सकता है। क्यों क्यों ठीक बोल रहे हैं तू? सर रीजन नहीं सर्टेन की कराऊंगा, फिर कि मैं पता लग गया, रीजन नहीं पता सर लग तुक्का जाई मार रहे हैं। नहीं तुक्का ने ना मारना, आप सोच के दसना ना, मैं दसदा देख, देखो सारे जने एक ਇਹਦੇ ਨਾ ਇਧਰਲੇ ਪੁਆਇੰਟ, ਜਿਵੇਂ अनुराग ठीक कह रहा ਵਾ, ਆਪਾਂ ਦੇਖਦੇ ਹਾਂ ਕਿਉਂ ਠੀਕ ਕਹਿ ਰਿਹਾ, ਕਿਉਂਕਿ ਜੇ ਆਪਾਂ ਇਧਰਲੇ ਪਾਸੇ ਗੱਲ ਕਰਾਂਗੇ ਨਾ ਤਾਂ ਇਸ ਇਧਰਲੇ ਪਾਸੇ ਕਿਉਂਕਿ 2q ਚਾਰਜ ਬਹੁਤ ਵੱਡਾ ਹੈ, ਇਹਨੇ ਇਧਰਲੇ ਪਾਸੇ 네ਗੇਟਿਵ ਪੋਟੈਂਸ਼ੀਅਲ ਨੇੜੇ ਹੋਣ, ਇੱਕ ਤਾਂ ਨੇੜੇ ਹੋ ਜਾਊਗਾ, ਉੱਪਰੋਂ ਹੈਵੀ ਬਹੁਤ ਜ਼ਿਆਦਾ ਹੈਵੀ ਡਬਲ ਚਾਰਜ ਆ, ਇਹਨੇ ਬਹੁਤ ਸਾਰਾ 네ਗੇਟਿਵ ਦੇ ਦੇਣਾ ਵਾ। q ਚਾਰਜ ਛੋਟਾ ਵੀ ਹੈ ਤੇ ਦੂਰ ਵੀ ਹੋ ਗਿਆ, ਉਹਨੇ ਉਨਾ ਪੋਜ਼ਿਟਿਵ ਦੇ ਹੀ ਨਹੀਂ ਪਾਣਾ ਕਿ ਇੱਥੇ ਪੋਟੈਂਸ਼ੀਅਲ ਕਿਸੇ ਵੀ ਜਗ੍ਹਾ ਜ਼ੀਰੋ ਹੋ ਸਕੇ। ਸਮਝ ਲੱਗ ਰਹੀ ਗੱਲ ਸਾਰਿਆਂ ਨੂੰ ਕਿ ਨਹੀਂ? Yes, sir. ਔਰ ਇਧਰਲੇ ਪਾਸੇ ਦੇਖੋ ਤਾਂ ਚਾਰਜ q ਪੋਜ਼ਿਟਿਵ ਹੈਗਾ ਤੇ ਉਹ ਨੇੜੇ ਪਊਗਾ ਇੱਥੋਂ, ਹਨਾ, ਇਸ ਪੁਆਇੰਟ ਤੇ q ਚਾਰਜ ਜਿਹੜਾ ਪੋਜ਼ਿਟਿਵ ਨੇੜੇ ਪਊਗਾ, ਇੱਥੇ ਪੋਜ਼ਿਟਿਵ ਪੋਟੈਂਸ਼ੀਅਲ ਇੰਨਾ ਦੇ ਦੂਗਾ ਕਿ ਉਹ ਵੱਡਾ ਦੂਰੋਂ ਵੀ ਉਹਨਾਂ ਦੇ ਪਾਊਗਾ 네ਗੇਟਿਵ, ਤਾਂ ਕਿ ਦੋਨੋਂ ਕੈਂਸਲ ਕਰ ਜਾਣ ਇੱਕ ਦੂਜੇ ਨੂੰ। ਹੁਣ ਪਤਾ ਲੱਗੀ ਗੱਲ अनुराग? हाँ जी सर। ਤੁੱਕੇ ਨਹੀਂ ਮਾਰਨੇ, ਇੰਨੇ ਵਧੀਆ ਤੁੱਕੇ ਕਿ ਵੀ ਤੁੱਕੇ ਠੀਕ ਵੀ ਹੋਣ ਤੇ ਪਤਾ ਵੀ ਨਾ ਹੋਵੇ, ਠੀਕ ਹੈ। ਸੋ i2 ਆਪਾਂ ਮੰਨ ਲਈਏ ਡਿਸਟੈਂਸ x, ਤਾਂ ਇਸ ਜਗ੍ਹਾ ਤੇ ਪੋਟੈਂਸ਼ੀਅਲ ਨੂੰ ਜ਼ੀਰੋ ਪੁੱਟ ਕਰਨਾ, ਕੀ ਆਊਗਾ ਫਿਰ अनुराग ਦੱਸ? kq by x, ਤੇ ਮੈਂ ਸਿੱਧੇ ਬਰਾਬਰ ਲਿਖ ਦਵਾਂ k into 2q ਲਿਖ ਦਵਾਂ, ਇੱਥੇ ਹੁਣ -2q ਨਹੀਂ ਲਿਖਣਾ, ਤੁਸੀਂ ਕਹੋਗੇ ਸਰ ਮਾਈਨਸ ਕਿਉਂ ਨਹੀਂ ਲਿਖਿਆ, ਉਹ ਮਾਈਨਸ ਹੀ ਆ, ਇਕੁਅਲ ਟੂ 0 ਕਰੋਗੇ ਇੱਧਰ ਆ ਜਾਊਗਾ, ਤਾਂ ਮੈਂ ਸਿੱਧਾ ਹੀ ਲਿਖ ਰਿਹਾ ਉਹਨੂੰ। ਆ ਗਿਆ? हाँ जी सर। ਇਹਦਾ ਮਤਲਬ 1/x ਬਰਾਬਰ ਆ ਗਿਆ 2/d + x, हाँ जी। ਇਹਦਾ ਮਤਲਬ d + x ਬਰਾबर है 2x, d ਬਰਾबर है x, ਤੇ x ਬਰਾबर d ਦੇ ਆ ਗਿਆ ਨਾ, ਤਾਂ ਮੈਂ ਇੱਥੋਂ ਕਿੰਨੀ ਦੂਰੀ ਤੇ, d ਦੂਰੀ ਤੇ ਰੱਖਣਾ ਪਏਗਾ ਬਸ। ਕਲੀਅਰ ਹੋ ਗਈ ਗੱਲ ਕਿ ਨਹੀਂ, ਦੱਸੋ ਮੈਨੂੰ? यस सर। ਸਾਰਿਆਂ ਨੂੰ ਸਮਝ ਲੱਗ ਗਈ ਗੱਲ? ਇਹ Yes, sir. ਬਹੁਤ ਚੰਗੀ ਤਰ੍ਹਾਂ ਇਹਨੂੰ ਸਮਝ ਕੇ ਕਰਨਾ, ਆਪਾਂ ਐਵੇਂ ਨਹੀਂ ਮਤਲਬ ਉਹੀ ਹਵਾ 'ਚ ਨਹੀਂ ਕਰੀ ਜਾਣਾ ਕੰਮ। ਇਹਨੂੰ ਥੋੜਾ ਜਿਹਾ ਇਹਨੂੰ ਹੋਰ ਡਿਟੇਲਿੰਗ ਦੇ ਸਕਦੇ ਆ ਆਪਾਂ, ਕਿ ਜੇ ਆਪਾਂ ਕੋਈ ਵੀ ਪੁਆਇੰਟ ਪੁੱਛ ਲਈਏ, ਲਾਈਨ ਤੇ ਨਾ ਪੁੱਛੀਏ, ਕਿਤੇ ਵੀ ਪੁੱਛ ਲਈਏ ਤਾਂ ਕੀ ਹੋਏਗਾ, ਇਹ ਤੁਸੀਂ ਆਪ ਸੋਚ ਕੇ ਦੇਖਣਾ ਸਾਰਿਆਂ ਨੇ, ਫਿਰ ਆਪਾਂ ਗੱਲ ਕਰਾਂਗੇ। ਤੇ ਕਿ ਜੇ ਮੈਂ ਕਹਿ ਦੇਵਾਂ ਕਿ ਆ ਚਾਰਜ ਹੈਗਾ q, ਆ ਚਾਰਜ ਹੈਗਾ -2q, ਦੋਨਾਂ 'ਚ ਡਿਸਟੈਂਸ ਹੈਗਾ d, ਤੇ ਕਿਸੇ ਵੀ ਪੁਆਇੰਟ ਤੇ ਕਿੰਨੇ ਪੁਆਇੰਟ ਹੋ ਸਕਦੇ ਆ, ਤਾਂ ਆਪਾਂ ਮੰਨ ਲਓ ਜਨਰਲੀ ਕੋਈ ਪੁਆਇੰਟ ਲੈ ਲੈਣੇ, ਕਿਤੇ ਵੀ ਮੰਨ ਲਓ ਆ ਪੁਆਇੰਟ ਲੈ ਲਿਆ ਆਪਾਂ, ਤੇ ਆ ਪੁਆਇੰਟ ਦਾ ਡਿਸਟੈਂਸ ਮੰਨ ਲਓ ਇਹ ਤੋਂ ਹੈਗਾ z1, ਆ ਪੁਆਇੰਟ ਦਾ ਡਿਸਟੈਂਸ ਹੈਗਾ ਮੰਨ ਲਓ z2, ਕਿਉਂਕਿ ਤੁਹਾਨੂੰ ਇਹ ਗੱਲ ਪਤਾ ਹੈ ਨਾ ਕਿ ਜਿਹੜਾ ਪੁਆਇੰਟ ਹੋਏਗਾ ਕੋਈ ਵੀ, ਉਹ ਪੁਆਇੰਟ q ਦੇ ਨੇੜੇ ਤਾਂ ਉਹਨੂੰ ਹੋਣਾ ਹੀ ਪੈਣਾ ਹੈ ਜੇ ਪੋਟੈਂਸ਼ੀਅਲ ਜ਼ੀਰੋ ਹੋਣਾ ਹੈ ਨਾ, ਕਿਉਂਕਿ ਚਾਰਜ ਉਹ ਵੱਡਾ ਆ, ਉਹਨੇ -2q ਨੇ ਦੂਰੋਂ ਵੀ ਉਹਨਾਂ ਪੋਟੈਂਸ਼ੀਅਲ ਦੇ ਦੇਣਾ 네ਗੇਟਿਵ ਜਿੰਨਾ ਇਹਨੇ ਪੋਜ਼ਿਟਿਵ ਦੇਣਾ ਹੈ। ਸੋ ਇੱਥੇ ਬੇਸਿਕਲੀ z1 ਤੇ z2 ਚ ਕੀ ਲਿੰਕ ਹੋਏਗਾ, ਕੀ ਹੋਏਗਾ, k q by z1 ਹਮੇਸ਼ਾ ਬਰਾਬਰ ਹੋਣਾ ਚਾਹੀਦਾ ਹੈ k into 2q by z2 ਦੇ, यानी कि ਤੁਸੀਂ ਕਹਿ ਸਕਦੇ ਹੋ z2 ਹਮੇਸ਼ਾ 2 times z1 ਹੀ ਹੋਏਗਾ, यानी ਜਿਹੜਾ ਡਿਸਟੈਂਸ 2q ਤੋਂ ਹੋਏਗਾ ਉਹ ਹਮੇਸ਼ਾ ਡਬਲ ਹੋਏਗਾ ਦੈਨ ਦਾ ਡਿਸਟੈਂਸ ਫਰੋਮ q। ਇਹ ਗੱਲ ਤੁਹਾਡੇ ਦੋਨੋਂ ਆਨਸਰਸ 'ਚ ਰਿਫਲੈਕਟ ਹੋ ਰਹੀ ਹੈ, ਦੇਖੋ है ना, 2q तो डिस्टेंस हमेशा डबल आ रहा है, 2d/3 आ रहा है, इधर d/3 आ रहा है कि नहीं? यस सर। ਇੱਥੇ ਵੀ ਦੇਖੋ ਇਤੋਂ d ਆ ਰਿਹਾ, ਉਹਦੇ ਤੋਂ ਡਿਸਟੈਂਸ 2d ਹੋ ਗਿਆ ਫਿਰ, ਹਾਂ। ਸੋ ਉਹ ਗੱਲ ਨਹੀਂ ਕਿਸੇ ਵੀ z1 ਤੇ z2 ਲਈ ਵੈਲਿਡ ਹੈ, ਇਹਨੂੰ ਆਪਾਂ ਪਲੇਨ 'ਚ ਵੀ ਗੱਲ ਕਰ ਸਕਦੇ ਹਾਂ ਇਹਦੇ ਬਾਰੇ, ਪਰ ਫਿਲਹਾਲ ਆਪਾਂ ਉਹਨੂੰ ਸਕਿਪ ਕਰਕੇ ਅੱਗੇ ਚੱਲੀਏ।
ਹੁਣ ਇਸੇ ਤਰ੍ਹਾਂ ਦੇਖੋ ਬਹੁਤ ਇੰਪੋਰਟੈਂਟ ਗੱਲ ਆ, ਜਦੋਂ ਆਪਾਂ ਇਹ ਸਭ ਕਰਦੇ ਆ ਨਾ ਪੋਟੈਂਸ਼ੀਅਲ ਬਾਰੇ, ਤਾਂ ਆਪਣਾ ਪਿਛਲਾ ਸਾਰਾ ਇਲੈਕਟ੍ਰਿਕ ਫੀਲਡ ਜਿਵੇਂ ਜਿਵੇਂ ਕੈਲਕੂਲੇਟ ਕੀਤੇ ਆਪਾਂ, ਜੋ ਆਪਾਂ ਸੋਚਿਆ ਵਾ ਉਹਦੇ ਨਾਲ ਡਿਫਰੈਂਟ ਤਰੀਕੇ ਨਾਲ ਸੋਚਣਾ ਪੈਂਦਾ, ਕਿਉਂਕਿ ਇੱਥੇ ਗੱਲ ਸਿੱਧੀ ਗੱਲ ਆ, ਚਾਰਜ ਐਟ ਡਿਸਟੈਂਸ ਹੈ ਬਸ, ਤੇ ਹੋਰ ਕੋਈ ਗੱਲ ਮੈਟਰ ਹੀ ਨਹੀਂ ਕਰਦੀ। ਚਾਰਜ ਜਿੱਧਰ ਮਰਜੀ ਪਿਆ ਹੋਵੇ ਮੈਟਰ ਨਹੀਂ ਕਰਦਾ। ਜਿਵੇਂ ਫੋਰ ਐਗਜ਼ਾਮਪਲ ਸੋਚੋ ਕਿ ਜੇ ਮੈਂ ਇਸ ਜਗ੍ਹਾ ਤੇ ਪੋਟੈਂਸ਼ੀਅਲ ਪਤਾ ਕਰ ਰਿਹਾ ਹੋਵਾਂ ਤੇ ਇੱਥੇ ਕੋਈ ਚਾਰਜ ਹੋਵੇ Q1 ਜਿਹੜਾ ਕਿ R ਦੂਰੀ ਤੇ ਹੈ, ਇੱਕ ਚਾਰਜ ਹੋਵੇ Q2 ਇੱਥੇ ਜਿਹੜਾ ਕਿ R ਦੂਰੀ ਤੇ ਹੈ, ਇੱਕ ਚਾਰਜ ਹੋਵੇ Q3 ਇੱਥੇ ਜਿਹੜਾ ਕਿ R ਦੂਰੀ ਤੇ ਹੀ ਹੈ, ਤਾਂ ਇਹਦਾ ਪੋਟੈਂਸ਼ੀਅਲ ਇਸ ਜਗ੍ਹਾ ਤੇ ਕਿੰਨਾ ਆਏਗਾ? K Q1/R ਪਲੱਸ K ਕहीं ਆਏਗਾ ਨਾ। Yes, sir. Yes, sir. ਤੁਸੀਂ ਕੁਝ ਵੀ ਨਹੀਂ ਕਰਨਾ ਨਾ, ਤੁਸੀਂ ਤਾਂ ਚਾਰ ਨੈਟ ਚਾਰਜ ਹੀ ਦੇਖਣਾ, ਹੋਰ ਤਾਂ ਕੁਝ ਦੇਖਣਾ ਨਹੀਂ ਕਿ ਨਹੀਂ। ਜਾਂ ਫਿਰ ਮੈਂ ਕਹਿ ਰਿਹਾ ਸਿੱਧਾ ਹੀ ਚੁੱਪ ਕਰਕੇ ਸਾਰੇ ਚਾਰਜ ਜੋੜ ਦਵੋ ਜਿਹੜੇ ਬਰਾਬਰ ਦੂਰੀ ਤੇ ਨੇ, ਉਹਨਾਂ ਨੈਟ ਚਾਰਜ ਪਤਾ ਕੋ ਬਟਾ R। ਆ ਗੱਲ ਕਲੀਅਰ ਹੋਈ ਸਭ ਨੂੰ? Yes, sir. Yes, sir. ਅੱਛਾ, ਜੇ ਮੈਂ ਆਹ ਵਾਲਾ ਚਾਰਜ ਇੱਥੋਂ Q3 ਗੈਪ ਕਰ ਦਵਾਂ, ਆਹ ਵਾਲਾ ਚਾਰਜ, ਤੇ ਇਹਨੂੰ Q3 ਨੂੰ ਇੱਥੇ R ਦੂਰੀ ਤੇ ਰੱਖ ਦਵਾਂ, ਤਾਂ ਕੀ ਬਦਲ ਜਾਏਗਾ ਪੋਟੈਂਸ਼ੀਅਲ? No, sir. ਅੱਛਾ, ਜੇ ਮੈਂ Q1 ਨੂੰ ਇੱਥੋਂ ਗੈਪ ਕਰ ਦਵਾਂ ਤੇ ਇੱਥੇ ਲਿਆ ਕੇ ਰੱਖ ਦਵਾਂ R ਦੂਰੀ ਤੇ, ਤਾਂ No, sir. ਪਰ ਜੇ ਇਹੀ ਸਭ ਗੱਲਾਂ ਇਲੈਕਟ੍ਰਿਕ ਫੀਲਡ ਬਾਰੇ ਹੁੰਦੀਆਂ ਤਾਂ ਤੁਸੀਂ ਦੇਖੋ ਉਹਦੀ ਤਾਂ ਬਹੁਤ ਸਾਰਾ ਕੁਝ ਚੇਂਜਸ ਆ ਜਾਣੇ ਸੀ, ਕਿਉਂਕਿ ਡਾਇਰੈਕਸ਼ਨਸ, ਐਂਗਲ, ਫਿਰ ਉਹਨਾਂ ਇਲੈਕਟ੍ਰਿਕ ਫੀਲਡ ਐਂਡ ਨੈਟ ਕੈਲਕੂਲੇਟ ਕਰਨ ਲਈ ਪੈਰਲਲੋਗ੍ਰਾਮ ਲਾਅ ਐਂਡ ਆਲ ਦੈਟ, ਫਿਰ ਉਹਦੇ ਨੈਟ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ, ਨੈਟ ਇਲੈਕਟ੍ਰਿਕ ਫੀਲਡ ਦਾ ਮੈਗਨੀਟਿਊਡ, ਪੰਗੇ ਪੈਣੇ ਸੀ ਕਿ ਨਹੀਂ? Yes, sir. पोटेंशियल तो पंगा ही नहीं है, पोटेंशियल ਦੇ ਵਿੱਚ ਤਾਂ ਬਸ ਦੂਰ ਹੀ ਦੇਖਣੀ ਹੈ बस। हाँ जी शुभम बोलो। सर यहाँ पे R सेम है, अगर R ऐसे होता R1 R2 R3 तो भी हम डिवाइड R1 प्लस R2 प्लस R3 ऐसा कुछ फिर कर तो हम सकते अलग अलग लिखते, फिर ऐसे नीचे Yes. R1 R2 R3 का एलसीएम लेके लिख सकते थे, पर उसकी कोई जरूरत नहीं, फिर तो मैं ऐसे अलग अलग ही लिख रहे देता मैं। Yes, ठीक। और वैसे भी मैं ये तो आपको जस्ट एक एग्जांपल दे रहा हूँ, Yes. यानी कि अगर आप किसी चार्ज को R1 डिस्टेंस पे रखा हुआ है, आप उसको वहां से उठाकर R1 डिस्टेंस पे ही स्पेस में कहीं मर्जी रख दो उस पॉइंट से दूरी पे, तो उससे पोटेंशियल को कोई फर्क नहीं पड़ने वाला, मैं ये कह रहा हूं। समझ में आई बात? हाँ जी हुसन जो। ਸਰ ਮੈਨੂੰ ਨਾ ਉਹ ਸਮਝ ਨਹੀਂ ਆਇਆ ਕਿ ਜਿਵੇਂ ਜਦੋਂ ਆਪਾਂ 네ਗੇਟਿਵ ਚਾਰਜ ਹੁੰਦਾ ਹੈ ਤਾਂ ਉਹਦੇ ਲਈ ਡਿਸਟੈਂਸ ਵੱਧ ਲੈ ਕੇ ਵੀ ਉਹਨਾਂ ਪੋਟੈਂਸ਼ੀਅਲ ਜਿੰਨਾ ਪੋਜ਼ਿਟਿਵ ਘੱਟ ਡਿਸਟੈਂਸ ਤੋਂ ਦਿੰਦਾ ਹੈ, ਇਹ ਕਿਵੇਂ ਕਰਦੇ ਆ? ਦੇਖੋ ਨਾ, ਜਿਵੇਂ ਜਿਹੜਾ ਪੋਟੈਂਸ਼ੀਅਲ ਆ, ਦੇਖੋ ਬਹੁਤ ਧਿਆਨ ਨਾਲ ਸੁਣੋ ਮੇਰੀ ਗੱਲ, ਜਿਹੜਾ ਪੋਟੈਂਸ਼ੀਅਲ ਦਾ ਫਾਰਮੂਲਾ V = KQ/R ਆ ਨਾ, ਸੋ ਜਿੰਨੀ ਦੂਰੀ ਵਧੀ ਜਾਊਗੀ ਪੋਟੈਂਸ਼ੀਅਲ ਘਟੂਗਾ ਨਾ, ਹਾਂਜੀ ਪਰ ਜਿੰਨਾ ਚਾਰਜ ਵਧੂਗਾ ਉਹਨੇ ਪੋਟੈਂਸ਼ੀਅਲ ਵਧੂਗਾ। ਹਾਂਜੀ तो जे तुसी किसी जगह ते पोटेंशियल ਨੂੰ ਜ਼ੀਰੋ ਕਰਨਾ ਚਾਹੁੰਦੇ ਹੋ, ਇੱਕ देखो जे दोनों चार्ज पॉजिटिव होए तो पोटेंशियल ਜ਼ੀਰੋ कभी भी नहीं होगा, पता ना ये गल? ਯੈਸ ਸਰ। जे दोनों चार्ज नेगेटिव ने ਤਾਂ ਵੀ पोटेंशियल कभी भी नहीं ਜ਼ੀਰੋ होगा। ਯੈਸ ਸਰ। ਤੇ ਇਹੀ ਗੱਲ पोटेंशियल ਚ ਸਮਝਣ ਵਾਲੀ ਹੈ। ਹੁਣ ਇਹਦਾ ਮਤਲਬ ਕੀ ਹੈ ਕਿ ਜੇ ਇਸ ਜਗ੍ਹਾ पोटेंशियल ਜ਼ੀਰੋ ਹੋਇਆ, ਮਤਲਬ ਇਹਦੇ Q ਦੇ ਕਰਕੇ ਜਿਹੜਾ पोटेंशियल ਆ ਪੋजिटिव पोटेंशियल ਆਇਆ ਹੋਊਗਾ, ਉਨਾ ਹੀ 네ਗੇਟਿਵ पोटेंशियल -2Q ਕਰਕੇ ਆਊਗਾ, ਤਾਂ ਹੀ ਤਾਂ ਦੋਨੋਂ ਕੈਨਸਲ ਹੋ ਕੇ ਖਤਮ ਹੋਣਗੇ ਨਾ। ਹਾਂਜੀ ਸਰ। ਹੁਣ -2Q ਕੋਈ ਵੱਡਾ ਚਾਰਜ ਹੈ, ਇਹਦੇ ਕਰਕੇ ਪੋਟੈਂਸ਼ੀਅਲ ਦੀ ਵੈਲਿਊ ਜ਼ਿਆਦਾ ਆ, ਤਾਂ ਉਹਦਾ ਡਿਸਟੈਂਸ ਘਟਾਣਾ, ਸੌਰੀ ਡਿਸਟੈਂਸ ਵਧਾਉਣਾ ਪੈਣਾ ਆਪਾਂ ਨੂੰ, ਤਾਂ ਕਿ ਪੋਟੈਂਸ਼ੀਅਲ ਬਰਾਬਰ ਆ ਜਾਵੇ ਉਹਦੇ। ਯੈਸ। ਨਿੱਕਾ ਚਾਰਜ ਨੇੜੇ ਹੀ, ਆਪਣੇ ਨੇੜੇ ਕਾਫੀ ਸਟਰੋਂਗ ਪੋਟੈਂਸ਼ੀਅਲ ਦੇ ਰਿਹਾ। ਜੇ 2Q ਵੀ ਇੰਨੀ ਹੀ ਦੂਰੀ ਤੇ ਹੁੰਦਾ, ਇੱਥੇ ਹੁੰਦਾ, ਤਾਂ ਫਿਰ ਉਹਨੇ ਕੈਂਸਲ ਨਹੀਂ ਕਰ ਪਾਣਾ ਸੀ, ਕਿਉਂਕਿ 2Q ਤਾਂ ਸਟਰੋਂਗ ਆ, ਹਨਾ? 2Q ਦਾ ਪੋਟੈਂਸ਼ੀਅਲ ਵੱਧ ਹੋਣਾ ਸੀ ਕਿ ਨਹੀਂ? ਹਾਂਜੀ ਸਰ। मैं 2Q ਨੂੰ ਤਾਂ ਹੀ ਦੂਰ ਰੱਖਿਆ, ਇਹਨੂੰ ਦੂਰ ਲੈ ਜਾਓ, ਤਾਂ ਕਿ ਇਹਦਾ ਪੋਟੈਂਸ਼ੀਅਲ ਬਿਲਕੁਲ ਉਹਦੇ ਪੋਜ਼ਿਟਿਵ ਪੋਟੈਂਸ਼ੀਅਲ ਦੇ ਬਰਾਬਰ ਹੋਵੇ। ਮੰਨ ਲਓ ਇਹਨੇ 5 ਵੋਲਟ ਬਣਾਇਆ, ਇਹ -5 ਵੋਲਟ ਬਣਾਵੇ ਉੱਥੇ, ਤਾਂ ਕਿ ਦੋਨੋਂ ਜਮਾ ਕਰਕੇ ਜ਼ੀਰੋ ਹੋ ਜਾਵੇ। ਠੀਕ ਹੈ ਗੱਲ? ਹਾਂਜੀ ਸਰ। ਹੁਣ ਜਿਵੇਂ ਇੱਕ ਹੋਰ ਗੱਲ ਦੇਖੋ, ਜਿਵੇਂ ਫੀਲਡ ਤੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਨਾ, ਫੀਲਡ ਵੱਖਰੀ ਚੀਜ਼ ਹੈ, ਪੋਟੈਂਸ਼ੀਅਲ ਵੱਖਰੀ ਚੀਜ਼ ਹੈ। ਹੁਣ ਜਿਵੇਂ ਫੀਲਡ ਹੈ, ਆਹ Q ਚਾਰਜ ਹੈ ਤੇ ਆਹ Q ਚਾਰਜ ਹੈ, ਤੇ ਇਹਨਾਂ ਦਾ ਸੈਂਟਰ ਇੱਥੇ ਹੈ, ਆ डिस्टेंस मान लो R है, आ डिस्टेंस मान लो R है, तो सेंटर ते इलेक्ट्रिक फील्ड जिहड़ा होएगा कितना होएगा, दसो मेरे जल्दी बोलो सारे ने फास्ट। जीरो होएगा, क्योंकि आ Q चार्ज R दूरी ते जिहड़ा इधर नु इलेक्ट्रिक फील्ड देगा, आ वाला है ना चार्ज, बिल्कुल उन्ना ही ए वाला जिहड़ा चार्ज है इधरला आ इधर नु देगा, उन्ना ही पोटेंशियल, सॉरी उन्ना ही इलेक्ट्रिक फील्ड, आ वाला चार्ज।
ਤੇ ਫਿਰ ਜਿਹੜਾ ਪੋਟੈਂਸ਼ੀਅਲ ਸੌਰੀ ਇਲੈਕਟ੍ਰਿਕ ਫੀਲਡ 0 ਹੋ ਜਾਏਗਾ ਕਿ ਨਹੀਂ ਦੱਸੋ। यस सर ਪਰ ਜੇ Yes, ਮੈਨੂੰ sir. ਸੈਂਟਰ ਤੇ ਕੋਈ ਪੋਟੈਂਸ਼ੀਅਲ ਪੁੱਛ ਲਵੇ ਤੇ ਪੋਟੈਂਸ਼ੀਅਲ ਕਿੰਨਾ ਹੋਏਗਾ, ਤਾਂ ਪੋਟੈਂਸ਼ੀਅਲ ਮੈਂ ਕੀ ਕਹੂੰਗਾ ਵੀ KQ/R, KQ/2 KQ/R, ਬਸ ਇਹ ਤਾਂ ਸਕੇਲਰ ਹੀ ਹੈ, ਕੋਈ ਡਾਇਰੈਕਸ਼ਨ ਦਾ ਮਸਲਾ ਹੀ ਨਹੀਂ ਹੈ, ਬਸ ਪੋਜ਼ਿਟਿਵ ਨੇ ਦੋਨੋਂ ਤਾਂ ਐਡ ਹੀ ਹੋਣਗੇ। ਸਮਝ ਲੱਗੀ ਗੱਲ। Yes, sir. ਤੇ ਜੇ ਮੈਂ ਐ ਕਹਿ ਦਵਾਂ ਵੀ ਇਧਰਲੇ ਪਾਸੇ ਚਾਰਜ Q ਹੈਗਾ ਆ, ਇਧਰਲੇ ਪਾਸੇ ਚਾਰਜ -Q ਹੈਗਾ ਆ, ਤੇ ਇਹਦੇ ਸੈਂਟਰ ਤੇ ਹੁਣ ਫੀਲਡ ਇੱਥੇ R ਹੈ, ਇੱਥੇ R ਹੈ, ਤੇ ਇਹ ਇਲੈਕਟ੍ਰਿਕ ਫੀਲਡ ਕਿੰਨਾ ਆਊਗਾ KQ/R ਦੀ ਸਕੁਅਰ ਦਾ ਟਵਾਈਸ Square. ਹੋਊਗਾ ਕਿ ਨਹੀਂ। ਮੈਗਨੀਟਿਊਡ ਲਿਖ ਰਿਹਾ ਮੈਂ, ਕਿਉਂਕਿ ਇਹਦੇ ਕਰਕੇ ਇਧਰ ਨੂੰ ਫੀਲਡ ਕਿੰਨਾ ਹੋਊਗਾ KQ/R ਸਕੁਅਰ, ਇਹਦੇ ਕਰਕੇ ਕਿੰਨਾ ਹੋਗਾ ਇਧਰ ਨੂੰ ਹੀ KQ/R ਸਕੁਅਰ, ਦੋਨੋਂ ਜੁੜ ਜਾਣਗੇ ਸਿੱਧੇ ਸਿੱਧੇ ਹੀ 2KQ/R ਸਕੁਅਰ। ਸਮਝ ਲੱਗੀ ਗੱਲ। Yes, sir. ਪਰ ਪੋਟੈਂਸ਼ੀਅਲ ਦੇਖਿਆ ਜਾਵੇ ਸੈਂਟਰ ਤੇ ਤਾਂ ਇਹਦੇ ਕਰਕੇ ਪੋਜ਼ਿਟਿਵ Zero. ਹੋ ਜਾਊਗਾ। ਸਮਝ ਲੱਗ ਰਹੀ ਸਾਰਿਆਂ ਨੂੰ ਗੱਲ। Yes, sir. ਤਾਂ ਫੀਲਡ ਨੂੰ ਸਮਝਿਆ ਕਰੋ ਤਾਂ ਡਾਇਰੈਕਸ਼ਨ ਦਾ ਧਿਆਨ ਰੱਖਣਾ ਪੈਣਾ। ਪੋਟੈਂਸ਼ੀਅਲ ਨੂੰ ਸਮਝਦੇ ਹੋਏ ਡਾਇਰੈਕਸ਼ਨ ਦਾ ਕੋਈ ਸੈਂਸ ਹੀ ਨਹੀਂ ਬਣਦੀ। ਆਪਾਂ ਪੋਟੈਂਸ਼ੀਅਲ ਇੱਕ ਸਕੇਲਰ ਕੁਆਂਟੀਟੀ ਹੈ, ਇਹਨਾਂ ਦੋਨਾਂ ਨੂੰ ਜੋੜਾਂਗੇ ਆਪਾਂ ਤੇ ਬੜਾ ਹੀ ਮਜ਼ੇਦਾਰ ਇਹ ਚੋਂ ਨਿਕਲ ਕੇ ਆਏਗਾ ਰਿਜ਼ਲਟ। ਪਹਿਲਾਂ ਤਾਂ ਆਪਾਂ ਇਹਨੂੰ ਐਂ ਸਮਝ ਲਈਏ ਕਿ ਪੋਟੈਂਸ਼ੀਅਲ ਨੂੰ ਤੇ ਫੀਲਡ ਨੂੰ ਆਪਾਂ ਐ ਅਲੱਗ-ਅਲੱਗ ਦੇਖ ਕੇ ਚੱਲਦੇ ਹਾਂ। ਕਲੀਅਰ ਹੈ ਗੱਲ। Yes, sir. ਇਲੈਕਟ੍ਰਿਕ ਫੀਲਡ ਨੂੰ ਇਸੇ ਲਈ ਜਦੋਂ ਆਪਾਂ ਕੈਲਕੂਲਸ ਨਾਲ ਸੋਲਵ ਕਰਦੇ ਆ, ਰਿੰਗ ਲਈ ਉਹਦੇ ਲਈ ਬੜਾ ਸਿਆਪਾ ਹੁੰਦਾ ਹੈ। ਬੰਦਾ ਕਹਿੰਦਾ ਵੀ ਉਧਰੋਂ ਲਿਆਓ, ਇੱਧਰ ਨੂੰ ਜਾਏਗਾ, ਇਹਨਾਂ ਥੀਟਾ ਐਂਗਲ ਬਣੇਗਾ, E cos ਥੀਟਾ ਨੂੰ ਸਾਰਿਆਂ ਨੂੰ ਜੋੜੋ, ਫਿਰ E sin ਥੀਟਾ ਦੇਖੋ ਕੈਂਸਲ ਕਰ ਰਹੇ ਨੇ, ਇਹ ਸਾਰੀ ਗੱਲਾਂ ਦੇਖਣੀ ਪੈਂਦੀਆਂ ਨੇ। ਪੋਟੈਂਸ਼ੀਅਲ ਨੇ ਕੁਝ ਨਹੀਂ ਕਰਨਾ, ਪੋਟੈਂਸ਼ੀਅਲ ਸਿੱਧਾ ਮਾਮਲਾ ਦੇਖੋ ਕਿੰਨਾ ਸਿੱਧਾ ਰਿਜ਼ਲਟ। ਜੇ ਮੈਂ ਕਰਾਂ ਹੁਣ potential due to topic है नवा potential due to uniformly charged ring ਵੀ ਇਸ ਤੇ ਚਾਰਜ ਹੈਗਾ ਆ ਤੇ ਇਹ ਚਾਰਜ ਯੂਨੀਫਾਰਮਲੀ ਡਿਸਟ੍ਰੀਬਿਊਟ ਕੀਤਾ ਹੋਇਆ ਆ ਰਿੰਗ ਦੇ ਉੱਪਰ। ਤੇ ਉਹਦੇ ਕਰਕੇ ਆਪਾਂ ਕਿਵੇਂ ਪਤਾ ਕਰਾਂਗੇ ਕਿਸੇ ਵੀ ਤੁਹਾਨੂੰ ਪਤਾ ਹੈ ਐਕਸੀਅਲ ਡਿਸਟੈਂਸ ਦੇ ਉੱਪਰ, ਜਿਵੇਂ ਮੰਨ ਲਓ ਆ ਰਿੰਗ, ਇਹਦੇ ਉੱਪਰ ਪੋਜ਼ਿਟਿਵ ਚਾਰਜ ਹੈ ਮੰਨ ਲਓ, ਤੇ ਸਾਰਾ ਯੂਨੀਫਾਰਮਲੀ ਡਿਸਟ੍ਰੀਬਿਊਟਡ ਹੈ। ਚਾਹੋ ਤਾਂ ਤੁਸੀਂ ਇੱਥੇ ਲੈਮਡਾ ਦੀ ਗੱਲ ਕਰ ਸਕਦੇ ਹੋ, ਚਾਹੋ ਤਾਂ ਤੁਸੀਂ ਸਿੱਧਾ ਹੀ ਕਹਿ ਸਕਦੇ ਹੋ ਪਰ ਟੋਟਲ ਚਾਰਜ ਕਿਉਂ ਹੈ ਤੇ ਇਹਦਾ ਰੇਡੀਅਸ r ਹੈ, ਆ ਇਹਦਾ ਸੈਂਟਰ ਹੈ। ਇਹਦੇ ਸੈਂਟਰ ਤੋਂ ਕਿਸੇ x ਡਿਸਟੈਂਸ ਤੇ ਇਸ ਜਗ੍ਹਾ ਤੇ ਮੈਨੂੰ ਕਿਹਾ ਗਿਆ ਕਿ ਤੁਸੀਂ ਪਤਾ ਕਰੋ ਪੋਟੈਂਸ਼ੀਅਲ। ਬਹੁਤ ਸੌਖਾ ਕੰਮ ਹੈ, ਦੇਖੋ ਇਹ ਤੇ ਕੋਈ ਇੰਟੀਗ੍ਰੇਸ਼ਨ ਦੇ ਚੱਕਰ 'ਚ ਪੈਣ ਦੀ ਲੋੜ ਨਹੀਂ ਹੈ। ਤੁਸੀਂ ਮੈਨੂੰ ਇਹ ਦੱਸੋ, ਜਦੋਂ ਆਪਾਂ ਇਹਦਾ ਥੋੜਾ ਜਿਹਾ ਵੀ ਇੱਥੇ ਲਵਾਂਗੇ ਆਪਾਂ ਕੋਈ ਛੋਟਾ ਜਿਹਾ ਐਲੀਮੈਂਟ, ਥੋੜੀ ਜਿਹੀ ਲੈਂਥ ਹਨਾ, ਜਿਵੇਂ ਉਹਦੇ ਕਰਕੇ ਫੀਲਡ ਦੇਖਿਆ ਸੀ ਨਾ ਆਪਾਂ ਇੱਧਰ ਨੂੰ ਆਇਆ ਸੀ ਹਨਾ, ਇਹਦੇ ਕਰਕੇ ਇੱਥੇ ਪੋਟੈਂਸ਼ੀਅਲ ਜਿਹੜਾ ਆਏਗਾ ਬਿਲਕੁਲ ਇਹਦੇ ਨੀਚੇ ਵਾਲੇ ਕਰਕੇ ਵੀ ਉਨਾ ਹੀ ਆਏਗਾ ਪੋਟੈਂਸ਼ੀਅਲ ਕਿ ਨਹੀਂ। यस सर। ਫਿਰ ਇਹਦੇ ਕਰਕੇ ਵੀ, ਫਿਰ ਇਹਦੇ ਕਰਕੇ ਵੀ, ਇਹਦੇ ਕਰਕੇ, ਕਿਉਂਕਿ ਸਭ ਦੀ ਦੂਰੀ ਦੇਖੋ ਨਾ, ਉਹ ਜੋਕਰ ਵਾਲੀ ਟੋਪੀ ਜਿਹੜੀ ਹੁੰਦੀ ਹੈ, ਜੋਕਰ ਵਾਲੀ ਟੋਪੀ ਆ ਫਿਰ ਜਿਹੜੀ ਉਹ ਕਹਿ ਲਓ ਹੈਪੀ ਬਰਥਡੇ ਵਾਲੀ ਟੋਪੀ ਜੀ ਬਣ ਜੂਗੀ ਨਾ, ਚਾਰੇ ਪਾਸੋਂ ਆਰ ਡਿਸਟੈਂਸ ਬਰਾਬਰ, ਆਰ ਡਿਸਟੈਂਸ ਕਿੰਨਾ ਆਏਗਾ r² + x² ਹੋਏਗਾ ਕਿ ਨਹੀਂ ਅੰਡਰ ਦਾ ਰੂਟ। Yes, sir. ਇਹਦਾ ਨਾਮ ਤੁਸੀਂ z ਰੱਖ ਦਿਓ ਤਾਂ ਬੇਸਿਕਲੀ ਇਸ ਜਗ੍ਹਾ ਤੇ ਪੋਟੈਂਸ਼ੀਅਲ ਕਿੰਨਾ ਆਏਗਾ k, ਸੋਚੋ ਕਿੰਨਾ ਆਏਗਾ k Q/z ਆ ਜਾਏਗਾ ਸਿੱਧਾ ਹੀ, ਸਿੱਧਾ ਹੀ k Q/z। ਅਗਲਾ ਕਹੂਗਾ ਲੈ ਇੱਥੇ ਕੋਈ ਇੰਟੀਗ੍ਰੇਸ਼ਨ ਨਹੀਂ ਕੀਤੀ, ਕੁਝ ਨਹੀਂ ਕੀਤਾ, ਸਿੱਧਾ ਲਿਖਤਾ ਮੈਂ ਦੱਸਦਾ k Q/z ਦੀ ਜਗ੍ਹਾ ਤੁਸੀਂ ਆ ਲਿਖ ਦਿਓ r² + x² ਅੰਡਰ ਦਾ, ਕਿਉਂਕਿ ਇੱਥੇ ਇੰਟੀਗ੍ਰੇਸ਼ਨ ਨੇ ਬਹੁਤ ਪੰਗਾ ਪਾਇਆ ਹੀ ਨਹੀਂ। ਦੇਖੋ r dq ਸਭ ਦੇ ਕਰਕੇ ਜਿਹੜਾ ਪੋਟੈਂਸ਼ੀਅਲ ਕਿੰਨਾ ਆਏਗਾ, ਮੰਨ ਲਓ ਉੱਪਰਲਾ ਆ ਐਲੀਮੈਂਟ ਲੈ ਲਓ, ਇਹਨੂੰ 1 ਕਹਿ ਦਿਓ, ਅਗਲੇ ਨੂੰ 2 ਕਹਿ ਦਿਓ, ਅਗਲੇ ਨੂੰ 3 ਕਹਿ ਦਿਓ, ਤੁਸੀਂ ਹੋਏਗਾ ਕੀ ਪਹਿਲੇ ਕਰਕੇ ਪੋਟੈਂਸ਼ੀਅਲ ਆਏਗਾ k dq/z ਆਏਗਾ ਨਾ, अगला एलिमेंट फिर k dq/z ही आएगा, फिर अगला वाला भी k dq/z ही आएगा। ऐ करते 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 पूरी रिंग कवर करोगे k dq/z, तब बेसिकली k/z कॉमन आ जाएगा, सारे dq ऐड होकर पूरा q नहीं बना देंगे। यस सर। या फिर कोई बंदा इन्हों जे इंटीग्रेट करके सोचना चाहिए, बहुत सौखा काम है। अगला कहूगा लो जी स्मॉल एलिमेंट दे करके जो स्मॉल पोटेंशियल है उस जगह पे वो होएगा k dq/z, ਤੇ ਮੈਂ ਕਹੂੰਗਾ ਜੇ ਟੋਟਲ ਪੋਟੈਂਸ਼ੀਅਲ ਪਤਾ ਕਰਨਾ ਇੰਟੀਗਰਲ ਆਫ d ਦੀ, ਇਹ ਚ k ਵੀ ਕਾਂਸਟੈਂਟ ਹੈ z ਵੀ ਕਾਂਸਟੈਂਟ ਹੈ ਹਰ ਇੱਕ ਐਲੀਮੈਂਟ ਲਈ, ਇੰਟੀਗਰਲ ਆਫ dq ਬਲਾ ਸਾਰੇ dq ਜੋੜ ਦੋ ਕੀ ਆਊਗਾ k Q/z। ਸਮਝ ਲੱਗ ਰਹੀ ਗੱਲ। Yes, sir. ਬਹੁਤ ਸਿੰਪਲ ਹੈ, ਇਹਦੇ ਚ ਕੁਝ ਵੀ ਨਹੀਂ ਕੀਤਾ ਸੀ ਅਸੀਂ, ਸਿਰਫ ਤੇ ਸਿਰਫ ਟੋਟਲ ਸਾਰਾ ਚਾਰਜ ਭਾਵੇਂ ਡਿਸਟ੍ਰੀਬਿਊਟਡ ਸੀਗਾ ਪਰ ਉਹ ਡਿਸਟੈਂਸ ਤਾਂ z ਹੀ ਸੀ ਨਾ,
अच्छा हुण मैनूं ਇਹ ਦੱਸੋ कि जे आही चार्ज Q, बहुत इंपॉर्टेंट गल है, हुण आ के के क्यू बाय आ तुहानूं याद रहेगा, ये कुछ नहीं करना, पोटेंशियल तुहानूं पता होना चाहिए के क्यू बाय दैट, एंड इलैक्ट्रिक फील्ड तुहानूं पता न्यूमरेटर च की आंदा सी, x आंदा सी ना, ते नीचे r स्क्वायर प्लस x की पावर कितनी आंदी सी 3/2 मैं ये पूछ रहा व्हाट इफ चार्ज इज नॉट डिस्ट्रीब्यूटेड यूनिफॉर्मली, जे चार्ज यूनिफॉर्मली डिस्ट्रीब्यूटेड ना होवे, जिवें मान लो इधर ज्यादा चार्ज है, इधर थोड़ा घट चार्ज है, इधर फिर थोड़ा ज्यादा है, इधर घट है, इस तरह, तां इस जगह ते समझ लग रही है गल, तां जिहड़ा पोटेंशियल होएगा वो कितना होएगा, हुण मैनूं दसो जल्दी। उन्ना ही होएगा। एग्जैक्टली उन्ना ही होएगा, कोई फर्क नहीं पेगा, क्योंकि चार्ज नूं आ गल मैं समझाने लई तुहानूं आ समझा रहा सी पोटेंशियल दे केस, आ वाली गल, चार्ज इत्थे पिया आर डिस्टेंस ते तां पिया ना, चार्ज चाहे रिंग विच डिस्ट्रीब्यूटेड यूनिफॉर्मली नहीं भी हैगा, पिया तां उन्ना ही है ना टोटल, ते सारा मुड़ के जुड़ के के क्यू ही आ जाना, सो पोटेंशियल उन्ना ही आऊगा के क्यू बाय Z। Z, या फिर कह लो कि के क्यू बाय बेटर आर स्क्वायर प्लस एक्स स्क्वायर कहना ज्यादा सही है। समय लगी गल? यस सर। हिमानी हाँ जी सर। अगर इलैक्ट्रिक फील्ड पूछदा तां इलैक्ट्रिक फील्ड दी वैल्यू जिहड़ी इत्थे आंदी है, इलैक्ट्रिक फील्ड दी वैल्यू तुहानूं पता ना, अदरवाइज यूनिफॉर्म दे केस अगर यूनिफॉर्म डिस्ट्रीब्यूशन होवे तां इलैक्ट्रिक फील्ड दी वैल्यू कितनी आंदी है अपनी, के क्यू x बाय r स्क्वायर प्लस x स्क्वायर पावर 3/2। कि इस वैल्यू में फर्क पड़ेगा अगर नॉन यूनिफॉर्म हो गया था? सर नहीं, क्योंकि अपन इंटीग्रेट करके कर दिया शायद, इसलिए हैं? सर शायद नहीं। सोचो सारे ने सोचो, ये ਤੁਹਾਡੇ ਸਾਰਿਆਂ पर ਛੱਡਣਾ मैं, ਇਹਦੇ पर फर्क पेगा, पोटेंशियल में तो कोई फर्क पैना नहीं है, क्योंकि बेसिकली ਜਿਹੜਾ ਚਾਰਜ ਹੈ ਉਹਦਾ ਡਿਸਟੈਂਸ ਸੇਮ ਹੈ, ਉਹ ਸਭ ਕੁਝ ਸੇਮ ਹੈ, ਤੇ ਆਬਵੀਅਸਲੀ ਜਿਹੜੀ ਹੁਣ ਇੱਥੇ ਬੇਸਿਕਲੀ ਕੀ ਹੈ ਕਿ ਇਲੈਕਟ੍ਰਿਕ ਫੀਲਡ ਦੇ ਕੁਝ ਕੰਪੋਨੈਂਟ ਜਿਹੜੇ ਹੋਣਗੇ, ਜਿਵੇਂ ਪਹਿਲਾਂ ਉੱਥੇ ਆਪਾਂ ਇਹ ਕੰਪੋਨੈਂਟ ਆ ਲੈ ਲੈਂਦੇ ਸੀ, ਆਪਾਂ ਉਹ ਕੰਪੋਨੈਂਟ ਆ ਲੈਂਦੇ, ਉਹਨਾਂ ਦੇ ਆਪਾਂ ਪੋਟੈਂਸ਼ੀਅਲ ਆ ਕੰਪੋਨੈਂਟ ਲੈਂਦੇ ਹੈ ਨਾ, ਹੁਣ ਕੁਝ ਕੰਪੋਨੈਂਟ ਜਿਹੜੇ ਹੋ ਸਕਦਾ ਵੱਡੇ ਹੋ ਜਾਣਗੇ ਕਿ ਨਹੀਂ? यस सर। ਜਦੋਂ ਕੁਝ ਕੰਪੋਨੈਂਟ ਵੱਡੇ ਹੋ ਜਾਣਗੇ ਤੇ ਉਹਦੇ ਦੂਜੇ ਪਾਸੇ ਵਾਲਾ ਕੰਪੋਨੈਂਟ ਜਿਹੜਾ ਹੋਏਗਾ, ਇਹਦਾ ਵਰਟੀਕਲ ਕੰਪੋਨੈਂਟ ਨੂੰ ਕੀ ਪਤਾ ਕੈਂਸਲ ਨਾ ਕਰ ਪਾਏ, ਨੀਚੇ ਕੀ ਪਤਾ ਘੱਟ ਚਾਰਜ ਹੋਵੇ ਤਾਂ ਘੱਟ ਇਲੈਕਟ੍ਰਿਕ ਫੀਲਡ ਹੋਵੇ ਕਿ ਨਹੀਂ? यस चलो मैं अभी हिंट दई जाना, तुसी आप सोचो कि पोटेंशियल तो सेम ही रहेगा, अगर चार्ज यूनिफॉर्मली डिस्ट्रीब्यूट ना होवे तां भी सेम ही रहेगा। एक गल सब नु समझ लगी? यस सर। मैनू बस आ दसो इत्थे जे ਇਹਦੇ सेंटर ते कितना होएगा फिर पोटेंशियल? के क्यू बाय r। एग्जैक्टली, क्योंकि सारा का सारा चार्ज r डिस्टेंस ते है बस, है ना? वैसे x नु 0 पुट करके भी सोच सकते हो, पर वो भी सोचो ना, सारे का डिस्टेंस की है, r डिस्टेंस तो है चारे पासे, है ना? सारा चार्ज मुड़ के जो चार्ज ऐड कर देंगे ਆਪਾਂ, ਆਹੀ ਜਿਹੜਾ q1 q2 q3 कर रहे सी ਆਪਾਂ, आ सारा चार्ज टोटल q हैगा वा डिस्ट्रीब्यूटेड जिवें मर्जी r डिस्टेंस ते ऐ ही समझ रहे हो गल? यस सर। तो टोटल चार्ज बस इधर लिखांगे kq बाय r, बस उत्ते गल खत्म हो जाएगी। ਇਹਦਾ मतलब ਇਹ ਹੈ कि जे मैं किसी रिंग तो किसी भी डिस्टेंस के ऊपर प्लॉट करना चाहां पोटेंशियल नूं, आ रिंग है, ये सब तुसीं अपने नोट्स च बना लेना चंगी तरह, मैं दस रहा तुहानूं भी एक गल्लां बाद च तुहानूं याद नहीं रहिंदियां, नहीं तां नोट्स तुहाडे पूरे प्रिपेयर्ड होने चाहिए। मैं अजकल च गूगल के उपर बना रहा नवा ग्रुप जिहा, ते ਉਹਦੇ ਵਿੱਚ ਤੁਸੀਂ पिछली 5 प्रैक्टिस शीट्स ਤੇ जो भी काम ਦਿੱਤਾ है सारा अपलोड करना ਨਾਲ ही, ਜਦੋਂ मैं क्या ਤੁਹਾਨੂੰ मैं पहले ही कहा ਸੀ ਤਿਆਰ ਰੱਖਿਓ, ਉਹ ਕੰਮ ਨਾਲ ਹੀ ਅਪਲੋਡ ਕਰ ਦੇਣਾ ਤੁਸੀਂ ਸਾਰਿਆਂ ਨੇ। ਤੇ ਮੰਨ ਲਓ ਇਹਦੇ ਵਿੱਚੋਂ ਤੁਸੀਂ ਇਹਨੂੰ ਪਲਾਟ ਕਰਨਾ ਹੈ ਪੋਟੈਂਸ਼ੀਅਲ ਨੂੰ, ਤੇ ਇੱਥੇ ਪੋਟੈਂਸ਼ੀਅਲ ਪਲਾਟ ਕਰਦੇ ਆਪਾਂ ਐ ਕਰਕੇ, ਉੱਪਰ ਨੂੰ ਪੋਟੈਂਸ਼ੀਅਲ ਪਲਾਟ ਕਰਨੇ ਆਪਾਂ, ਆ ਪੋਟੈਂਸ਼ੀਅਲ ਦੀ ਵੈਲਿਊ ਪਲਾਟ ਕਰਾਂਗੇ। ਸੈਂਟਰ ਤੇ ਪੋਟੈਂਸ਼ੀਅਲ ਜਿਹੜਾ ਹੋਏਗਾ KQ ਬਾय R ਹੋਏਗਾ, ਤੇ ਉਹ ਸਭ ਤੋਂ ਜ਼ਿਆਦਾ ਹੋਏਗਾ ਕਿ ਨਹੀਂ? यस सर। ਕਿਉਂਕਿ ਉਸ ਤੋਂ ਬਾਅਦ ਫਿਰ डिस्टेंस बढ़ने ਜਾਂਦਾ ਨਾ, ਜਿਵੇਂ ਵਧਦੇ ਹੋ ਤੁਸੀਂ R ਤੋਂ, ਤੇ ਫਿਰ ਪੋਟੈਂਸ਼ੀਅਲ ਕੀ ਆ ਇੱਥੋਂ ਘਟਣਾ ਸ਼ੁਰੂ ਹੋ ਜਾਏਗਾ, ਫਿਰ ਇਸ ਤਰ੍ਹਾਂ ਇਧਰ ਨੂੰ ਵੀ ਤੇ ਸਿਮੈਟ੍ਰਿਕਲੀ ਇਧਰ ਨੂੰ ਵੀ। ਸਮਝ ਲੱਗੀ ਗੱਲ? यस सर। So potential is maximum at center.
ਐਂਡ ਕਿੰਨਾ ਉਹ ਤੁਸੀਂ ਦੇਖ ਰਹੇ ਹੋ। ਸੋ ਪੋਟੈਂਸ਼ੀਅਲ ਨੂੰ ਤੇ ਪੋਟੈਂਸ਼ੀਅਲ એનર્ਜੀ ਨੂੰ ਕੈਲਕੂਲੇਟ ਕਰਨ ਦੇ ਇਹ ਜਿਹੜੇ ਆ ਚੀਜ਼ਾਂ ਨੇ ਇਹ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਣੀਆਂ ਚਾਹੀਦੀਆਂ ਨੇ। ਹੁਣ ਸਿਮਿਲਰਲੀ ਹੁਣ ਇੱਕ ਕੰਮ ਤੁਹਾਡੇ ਲਈ ਮੈਂ ਦਿੰਦਾ ਵਾ, ਇਹ ਕੰਮ ਸਾਰਿਆਂ ਨੇ ਕਰਕੇ ਅੱਜ ਸ਼ਾਮ ਤੱਕ ਜਾਂ ਭੇਜਣਾ, ਨਹੀਂ ਤਾਂ ਫਿਰ ਮੇਰੇ ਤੋਂ ਅਗਲੇ ਲੈਕਚਰ 'ਚ ਪੁੱਛਣਾ ਆ। ਠੀਕ ਹੈ, ਇਹ ਹੈਗਾ ਜੀ ਪੋਟੈਂਸ਼ੀਅਲ ਡਿਊ ਟੂ uniformly charged disk अगर होए, it is not ring, it is disk, ਤੇ thin disk ਹੈ ਕਾਫੀ, ਯਾਨੀ ਤੁਸੀਂ ਇਹਦੇ ਇੱਕ ਸਰਫੇਸ ਤੇ ਤੁਸੀਂ ਚਾਰਜ ਅਜ਼ਿਊਮ ਕਰੋਗੇ ਤੇ ਉਹਦੇ ਕਰਕੇ ਕਿਸੇ x ਡਿਸਟੈਂਸ ਤੇ ਐਕਸਿਸ ਤੋਂ ਕਿੰਨਾ ਪੋਟੈਂਸ਼ੀਅਲ ਹੋਏਗਾ, ਯਾਨੀ ਕਿ ਆਹ ਕੇਸ ਹੈ ਤੇ ਇਹਦੇ ਵਿੱਚ ਸਾਰੀ ਦੇ ਉੱਪਰ ਚਾਰਜ ਹੈ। ਕਦੀ ਵੀ ਟੈਸਟ ਤੋਂ ਪਹਿਲਾਂ ਜਿਵੇਂ ਆ ਚੀਜ਼ਾਂ ਰਿਵਾਈਜ਼ ਆਈ ਰਿਜ਼ਲਟਸ ਰਿਵਾਈਜ਼ ਕਰਨੇ ਚਾਹੀਦੇ ਹੁੰਦੇ ਆ, ਹਮੇਸ਼ਾ ਰਿਜ਼ਲਟਸ ਯੂਜ਼ ਕਰਨੇ ਪੈ ਜਾਂਦੇ ਆ। ਹੁਣ ਇਹਦਾ ਡਿਸਟੈਂਸ r ਹੈ, ਸੌਰੀ ਇਹਦਾ ਰੇਡੀਅਸ r ਹੈ, ਚਾਰ ਟੋਟਲ q ਹੈ ਤੇ ਆਬਵੀਅਸਲੀ ਇਹਦਾ ਫਿਰ ਸਿਗਮਾ ਯੂਜ਼ ਕਰਨਾ ਹੋਏਗਾ ਤਾਂ ਤੁਸੀਂ ਕਰ ਸਕਦੇ ਨਾ ਸਰਫੇਸ ਚਾਰਜ ਡੈਂਸਿਟੀ uq ਬਾਈ ਪਾਈ r ਸਕੁਅਰ, ਕਿਉਂਕਿ ਥਿਨ ਹੈ। ਇਹ ਤੋਂ ਕਿਸੇ x ਡਿਸਟੈਂਸ ਤੇ ਤੁਸੀਂ ਪਤਾ ਕਰਨਾ ਹੈ ਇਸ ਜਗ੍ਹਾ ਤੇ ਪੋਟੈਂਸ਼ੀਅਲ। ਹੁਣ ਇਹ ਤੋਂ x ਡਿਸਟੈਂਸ ਤੇ ਪੋਟੈਂਸ਼ੀਅਲ ਸਿੱਧਾ ਹੀ ਨਹੀਂ ਪਤਾ ਕਰ ਪਾਓਗੇ, ਕਿਉਂਕਿ ਇਹਦਾ ਸਾਰੇ ਚਾਰਜ ਇਸ ਤੋਂ ਸੇਮ ਡਿਸਟੈਂਸ ਤੇ ਨਹੀਂ ਹੈਗੇ ਨਾ, ਤਾਂ ਤੁਸੀਂ ਇੱਥੇ ਕੀ ਬਣਾਓਗੇ, ਐਲੀਮੈਂਟਰੀ ਰਿੰਗ ਬਣਾਓਗੇ ਤੇ ਉਸ ਰਿੰਗ ਦੇ ਚਾਰਜ ਲਈ ਰਿਜ਼ਲਟ ਪਿਛਲਾ ਵਾਲਾ ਯੂਜ਼ ਕਰ ਲੋਗੇ। ਰਿੰਗ ਜਿਹੜੀ ਬਣਾਓਗੇ ਐਲੀਮੈਂਟਰੀ ਇਸ ਤਰ੍ਹਾਂ ਦੀ ਬਣਾਓਗੇ ਤੇ ਰਿੰਗ ਦਾ ਤੁਸੀਂ ਰੇਡੀਅਸ ਮੰਨ ਲਓ ਕੋਈ ਵੇਰੀਏਬਲ y ਮੰਨ ਲਓ ਤੇ ਰਿੰਗ ਦੀ ਜਿਹੜੀ ਵਿਡਥ ਹੈ ਉਹਨੂੰ ਮੰਨ ਲਓ dy। ਤਾਂ ਇਹਦੇ ਕਰਕੇ ਇਸ ਰਿੰਗ ਦੇ ਕਰਕੇ ਇਸ ਜਗ੍ਹਾ ਤੇ ਤੁਸੀਂ ਪੋਟੈਂਸ਼ੀਅਲ ਪਤਾ ਕਰੋਗੇ ਤਾਂ ਆਹ ਡਿਸਟੈਂਸ ਨੂੰ ਯੂਜ਼ ਕਰੋਗੇ। ਰਿੰਗ ਦਾ ਰੇਡੀਅਸ ਅਗਰ y ਹੈ ਤਾਂ ਆਹ ਡਿਸਟੈਂਸ ਕਿੰਨਾ ਆਏਗਾ, y ਸਕੁਅਰ ਪਲੱਸ आएगा ना। तो स्मॉल पोटेंशियल ड्यू टू दैट रिंग की आएगा कि जिन्ना चार्ज है इस रिंग के ऊपर, ਇਹਦੇ ਉੱਪਰ ਚਾਰਜ ਕਿੰਨਾ ਆਏਗਾ, ਸਿਗਮਾ ਇਨਟੂ 2 ਪਾਈ y dy। ਇਹ ਹੁਣ ਸਮਝ ਆਈ ਸਾਰਿਆਂ ਨੂੰ ਗੱਲ, ਅੱਜ ਵੀ ਕੀ ਕੀਤਾ ਹੈ, ਬਹੁਤ ਵੱਡਾ ਮਹਾਨ ਕੰਮ ਨਹੀਂ ਕੀਤਾ, ਕੋਈ ਬਹੁਤ ਜ਼ਿਆਦਾ ਔਖਾ ਕੰਮ ਨਹੀਂ ਕੀਤਾ। ਇਹ ਉਦੋਂ ਮੈਂ ਜਸ਼ਨਜੋਤ ਜਦ ਪੁੱਛ ਰਿਹਾ ਸੀ ਤਾਂ ਉਹਨੂੰ ਆਹੀ ਗੱਲ ਸਮਝਾ ਰਿਹਾ ਸੀ ਮੈਂ, ਉੱਥੇ ਆਪਾਂ ਸਫੀਅਰ ਦੇ ਵਿੱਚ ਗੱਲ ਕਰ ਰਹੇ ਸ਼ਾਇਦ, ਹੋਰ ਆਹੀ ਗੱਲ ਕਰ ਰਹੇ ਸੀ। ਜਸ਼ਨਜੋਤ ਯਾਦ ਆ? ਹਾਂਜੀ ਸਰ। ਆਪਾਂ ਇਹਦਾ ਆ ਏਰੀਆ ਪਤਾ ਕੀਤਾ, ਆ ਰਿੰਗ ਵਾਲਾ, ਇਹਦਾ ਐਕਸਟਰਨਲ ਰੇਡੀਅਸ ਲਾ ਲਓ ਤੁਸੀਂ y plus dy, ਇੰਟਰਨਲ ਰੇਡੀਅਸ ਲਾ ਲਓ ਤੁਸੀਂ y 2 ਫਿਰ ਉਹੀ ਕਰਕੇ ਆ ਆਪਣੇ ਕੋ ਆਇਆ ਉਹਦਾ ਏਰੀਆ, ਉਹਦੇ ਏਰੀਏ ਨੂੰ ਸਿਗਮਾ ਨਾਲ ਗੁਣਾ ਕਰਾਂਗੇ ਤਾਂ ਇਹਦੇ ਅੰਦਰ ਦਾ ਚਾਰਜ ਆਏਗਾ ਰਿੰਗ ਦਾ। ਹੁਣ k ਇਨਟੂ ਰਿੰਗ ਦਾ ਚਾਰਜ ਬਟਾ ਆਏਗਾ y ਸਕੁਅਰ ਪਲੱਸ x ਸਕੁਅਰ ਅੰਡਰ ਦਾ ਰੂਟ, ਆਏਗਾ dy। ਫਿਰ ਉਸ ਤੋਂ ਬਾਅਦ ਆਪਾਂ ਜਦੋਂ ਇਹਨੂੰ ਕਰਾਂਗੇ ਟੋਟਲ ਪੋਟੈਂਸ਼ੀਅਲ ਫਾਈਂਡ ਕਰਾਂਗੇ ਤਾਂ ਕੀ ਕਰਾਂਗੇ ਹਿਮਾਨੀ, इंटीग्रेट करांगे। तो इंटीग्रेट करते हुए मैंने दोस्तों k सिग्मा 2 पाई, चलो दोस्तों बाहर ही आ रहेगा, y dy डिवाइडेड बाय y स्क्वायर प्लस x स्क्वायर अंडर द रूट। वेरिएबल की है थे अपना y है, x नहीं है, x कांस्टेंट है। ते y दी वैल्यू कितों कितने तक लावांगा, 0 ਤੋਂ r। हां ਇਹਨੂੰ ਸੋਲਵ ਕਰਾਂਗੇ ਤੇ ਸਾਡੇ ਕੋਲ ਵੀ ਆਏਗਾ। ਇਹ ਤੁਹਾਡੇ ਉੱਪਰ ਛੱਡ ਰਿਹਾ, ਇਹਨੂੰ ਆਪਣੇ ਆਪ ਕਰਨਾ। ਇਹਨੂੰ ਤੁਸੀਂ ਨਵਾਂ ਵੇਰੀਏਬਲ z ਪੁੱਟ ਕਰ ਲੈਣਾ ਅੰਦਰ ਵਾਲੇ ਨੂੰ ਤੇ ਕਰਕੇ ਦੇਖਣਾ, ਸਾਰਿਆਂ ਨੇ ਕਰਨਾ ਆ, ਸਾਰਿਆਂ ਨੇ। ਤੇ ਫਿਰ ਮੇਰੇ ਤੋਂ ਅਗਲੀ ਵਾਰੀ ਪੁੱਛਣਾ ਆ, ਜੇ ਇਹ ਨਹੀਂ ਹੋਇਆ ਤਾਂ ਫਿਰ ਇੱਥੇ ਗੱਲ ਕਰਾਂਗੇ। ਸਮਝ ਲੱਗ ਗਈ ਸਾਰਿਆਂ ਨੂੰ ਗੱਲ, ਦੱਸੋ ਚੰਗੀ ਤਰ੍ਹਾਂ। ਯੈਸ ਸਰ। ਆਪਾਂ ਹੁਣ ਤੱਕ ਆਪਾਂ ਪੋਟੈਂਸ਼ੀਅਲ ਡਿਊ ਟੂ ਰਿੰਗ ਕੀਤਾ ਤੇ ਡਿਸਕ ਤਾਂ ਚਲੋ ਉਤੋਂ ਹੀ ਆਪਾਂ ਕੱਢ ਰਹੇ ਹਾਂ। ਸੋ ਹੁਣ ਤੁਸੀਂ ਬੇਸਿਕਲੀ ਪੋਟੈਂਸ਼ੀਅਲ ਬਾਰੇ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਹੈ ਨਾ ਉਹ ਹੁਣ ਮੈਂ ਦੱਸਣ ਜਾ ਰਿਹਾ, ਤੁਸੀਂ ਇਹਨੂੰ ਬਹੁਤ ਧਿਆਨ ਨਾਲ ਸੁਣੋ, ਸਾਰੇ ਜਣੇ ਧਿਆਨ ਨਾਲ ਸੁਣੋ, ਸਮਝੋ। ਪੋਟੈਂਸ਼ੀਅਲ ਦੇ ਤੇ ਪੋਟੈਂਸ਼ੀਅਲ એનર્ਜੀ ਦੀ ਡੈਫੀਨੇਸ਼ਨ ਦੇ ਵਿੱਚ ਇਹ ਗੱਲ ਪਈ ਹੋਈ ਹੈ। ਮੈਂ ਤੁਹਾਨੂੰ ਬਿਲਕੁਲ ਦੇਸੀ ਜਿਹੇ ਤਰੀਕੇ ਨਾਲ ਬਸ ਇੱਕ ਵਾਰ ਕਨਵਿੰਸ ਕਰਨ ਜਾ ਰਿਹਾ ਉਸ ਗੱਲ ਦੇ ਲਈ। ਬਟ ਥੋੜੀ ਜਿਹੀ ਅਜੀਬ ਗੱਲ ਹੈ ਸ਼ੈਲ ਦੇ ਬਾਰੇ। ਇਟ ਇਜ਼ ਨਾਟ ਅਬਾਊਟ ਰਿੰਗ, ਇਟ ਇਜ਼ ਅਬਾਊਟ ਸ਼ੈਲ। ਸੋ ਇਹ ਬਹੁਤ ਬਹੁਤ ਇੰਪੋਰਟੈਂਟ ਹੈ, ਬਹੁਤ ਧਿਆਨ ਨਾਲ ਸਮਝੋ। ਉਹ ਨਹੀਂ ਸੌਖਾ ਵੀ ਹੈ, ਇੰਪੋਰਟੈਂਟ ਹੀ ਨਹੀਂ ਹੈ, ਸੌਖਾ ਵੀ ਹੈ। potential due to uniformly charged shell, potential due to uniformly charged shell, ये बड़ी इंपॉर्टेंट चीज है।
ਹੁਣ ਇੱਥੇ ਬੇਸਿਕਲੀ ਤੁਸੀਂ ਕੀ ਹੈ, ਮੈਂ ਸਿੱਧਾ ਰਿਜ਼ਲਟ ਦੱਸ ਰਿਹਾ, ਤੁਸੀਂ ਇਹਨੂੰ ਯੂਜ਼ ਕਰਨਾ ਹੈ ਰਿਜ਼ਲਟ ਨੂੰ। ਇਹਦੀ ਡਾਇਰੈਕਟ ਸਕੂਲ ਐਗਜ਼ਾਮ ਲਈ ਵੀ ਕੁਝ ਨਹੀਂ ਕਰਨਾ ਇਦਾਂ ਦਾ, ਠੀਕ ਹੈ ਡਾਇਰੈਕਸ਼ਨ। ਪਰ ਵੈਸੇ ਸਮਝੋ ਤੁਸੀਂ ਗੱਲ ਨੂੰ ਧਿਆਨ ਨਾਲ, ਜਦੋਂ ਤੁਸੀਂ ਸ਼ੈਲ ਦੇ ਬਾਰੇ ਗੱਲ ਕਰਦੇ ਹੋ ਤਾਂ ਕਿਸੇ ਸ਼ੈਲ ਨੂੰ ਜਦੋਂ ਆਊਟਸਾਈਡ ਪੁਆਇੰਟਸ ਲਈ ਇਲੈਕਟ੍ਰਿਕ ਫੀਲਡ ਕਰਦੇ ਸੀ, ਤੁਸੀਂ ਸ਼ੈਲ ਦੇ ਸਾਰੇ ਚਾਰਜ ਨੂੰ ਕੀ ਮੰਨਦੇ ਸੀ, ਕਿੱਥੇ ਕਨਸੈਂਟਰੇਟਡ ਮੰਨਦੇ ਸੀ, ਦੱਸੋ? एट सेंटर। ਸੈਂਟਰ ਤੇ ਨਾ। यस सर। ਸੋ ਜੇ ਇਹਦਾ ਟੋਟਲ ਚਾਰਜ Q ਹੈ ਤੇ ਰੇਡੀਅਸ R ਹੈ, ਪਰ ਜੇ ਤੁਸੀਂ ਇਹਦੇ ਬਾਹਰ ਕਿਸੇ ਪੁਆਇੰਟ ਤੇ ਪੋਟੈਂਸ਼ੀਅਲ ਪਤਾ ਕਰਨਾ ਚਾਹੁੰਦੇ ਹੋ ਜਿਹਦਾ ਕਿ ਡਿਸਟੈਂਸ ਇਹਦੇ ਤੋਂ R ਹੈ, ਤਾਂ ਇਸ ਜਗ੍ਹਾ ਤੇ ਪੋਟੈਂਸ਼ੀਅਲ ਦੀ ਵੈਲਿਊ ਆਊਟਸਾਈਡ ਪੁਆਇੰਟ ਤੇ ਕਿੰਨੀ ਆਉਂਦੀ ਹੈ ਦੱਸੋ? KQ by small r। नहीं ओ हाँ ठीक है सॉरी मैं गलती कर गया। KQ by small r where small r is greater than r ना। यस सर। Yes, ਹੁਣ ਬਾਈ ਡੈਫੀਨੇਸ਼ਨ ਹੀ ਇਹਦਾ ਇੱਕ ਆਨਸਰ ਹੈ ਕਿ ਜੇ ਆਪਾਂ ਇਹਦੇ ਇਨਸਾਈਡ ਗੱਲ ਕਰੀਏ ਵੀ ਇਹਦੇ ਇਨਸਾਈਡ ਕਿਸੇ ਪੁਆਇੰਟ ਤੇ ਪੋਟੈਂਸ਼ੀਅਲ ਕਿੰਨਾ ਆਏਗਾ, ਤਾਂ ਇਨਸਾਈਡ ਪੋਟੈਂਸ਼ੀਅਲ ਕਿੰਨਾ ਆਏਗਾ ਦੱਸੋ ਮੈਨੂੰ ਸੋਚ ਕੇ, ਡੈਫੀਨੇਸ਼ਨ ਨਾਲ ਸੋਚ ਕੇ ਦੇਖਿਓ। ਅੱਛਾ ਮੈਨੂੰ ਇਹ ਦੱਸੋ ਪਹਿਲਾਂ ਇਹਦੇ ਅੰਦਰ ਇਲੈਕਟ੍ਰਿਕ ਫੀਲਡ ਕਿੰਨਾ ਆਏਗਾ ਤਾਂ ਦੱਸ ਦਿਓ। ਜ਼ੀਰੋ ਹੋਏਗਾ, ਬਿਲਕੁਲ ਸ਼ੈਲ ਦੇ ਅੰਦਰ ਇਲੈਕਟ੍ਰਿਕ ਫੀਲਡ ਜ਼ੀਰੋ ਹੁੰਦਾ ਹੈ। ਹੁਣ ਇਹਦੇ ਵਿੱਚੋਂ ਹੀ ਤੁਹਾਡਾ ਜਵਾਬ ਨਿਕਲ ਜਾਣਾ ਹੈ ਕਿ ਪੋਟੈਂਸ਼ੀਅਲ ਅੰਦਰ ਕਿੰਨਾ ਹੋਏਗਾ। 0 ਵਾਹ ਜੀ ਵਾਹ, ਬੜੀ ਵਧੀਆ ਡੈਫੀਨੇਸ਼ਨ ਨਾਲ ਸੋਚਿਆ। ਹੋਰ ਕੋਈ ਜਵਾਬ ਦੇਣਾ ਚਾਹਦਾ ਕੋਈ? सर KQ by capital R। ਕਿਉਂ? ਇਹ ਤਾਂ ਗੱਲ ਇਹ ਹੈ। ਕੌਣ ਬੋਲਿਆ? ਜਸਜੋਤ? ਜਸਜੋਤ? ਰਾਜਵੀਰ ਦੱਸੋ ਕਿਉਂ? सर वही केस लिया रिंग वाला। ਨਹੀਂ ਰਿੰਗ ਵਾਲੇ ਦਾ ਤਾਂ ਕੋਈ ਉਹ ਗੱਲ ਨਹੀਂ ਨਾ। ਮੇਰੀ ਗੱਲ ਸੁਣ, ਜੇ ਰਿੰਗ ਵਾਲਾ ਕੇਸ ਵੀ ਲਿਆ ਤੂੰ ਤਾਂ ਤੈਨੂੰ ਐ ਨਹੀਂ ਲੱਗਦਾ ਵੀ ਆਹ ਵਾਲਾ ਜਿਹੜੇ ਪੁਆਇੰਟ ਲਏਗਾ ਇਨਸਾਈਡ ਇਹ ਵਾਲੇ ਚਾਰਜ ਨੇੜੇ ਨਹੀਂ ਹੋਣਗੇ ਹੈ ਤੇ ਆਹ ਵਾਲੇ ਚਾਰਜ ਦੂਰ ਹੋਣਗੇ, ਫਿਰ ਤੂੰ ਕੈਪੀਟਲ ਆਰ ਕਿਵੇਂ ਲੈ ਲਿਆ? ਮੈਂ ਤਾਂ ਆਹ ਪੁੱਛ ਰਿਹਾ। ਇਨਸਾਈਡ ਕਿਸੇ ਵੀ ਪੁਆਇੰਟ ਤੇ ਸੈਂਟਰ ਤੇ ਥੋੜੀ ਗਿਆ ਮੈਂ। ਸੈਂਟਰ ਤੇ ਤੁਸੀਂ ਸੋਚ ਸਕਦੇ ਹੋ ਹਾਂ ਸੈਂਟਰ ਵੀ ਐਟ ਸੈਂਟਰ ਜੇ ਕੋਈ ਪੁੱਛ ਲਵੇ ਨਾ ਤਾਂ ਤੁਹਾਡੇ ਦਿਮਾਗ 'ਚ ਆਊ ਗੱਲ ਹੈ ਇਹ ਆਰ ਡਿਸਟੈਂਸ ਸਾਰਾ ਚਾਰਜ ਤਾਂ ਆਰ ਡਿਸਟੈਂਸ ਤੇ ਹੀ ਆ, ਤਾਂ KQ ਬਾय कैपिटल R दिस इज ओके, ये ठीक है। एट इनसाइड पॉइंट पूछ रहा मैं, आ गल समझ लग गई ना राजवीर? यस सर। जो तू सोचिया वो सेंटर ते सही है, सेंटर तो थोड़ा हिलिया ते नाल ही चार्जेस दा जेड़ा डिस्टेंस आ वखरा नहीं हो जाना। यस सर। हुण मैंने दसो डेफिनेशन की हुंदी है, मैंने कोई दसेगा व्हाट इज द डेफिनेशन ऑफ इलेक्ट्रिक पोटेंशियल एट अ पॉइंट? पिछले लग जे चज नाल मैं उत्ते एडी अपनी जबान घसाई आ, ਹੁਣ ਤੁਸੀਂ ਦੱਸੋ ਜਲਦੀ ਸਮਝ ਆਇਆ? work done in thinking unit positive charge। हाँ from Infinity। from infinity to that point। यस सर। yes sir। ਦੋ ਗੱਲਾਂ ਹੋਰ ਲਿਖਾਈਆਂ ਸੀ विदाउट एक्सप्लेनेशन। ਵਿਦਆਊਟ ਇੱਕ ਹੋਰ ਲਿਖਾਈ ਸੀ ਗੱਲ against electrostatic force। ਐਗਜ਼ੈਕਟਲੀ, ਤੇ ਉਹ ਚੀਜ਼ ਤੁਸੀਂ ਭੁੱਲ ਗਏ ਹੋ। ਹੁਣ ਮੇਰੀ ਗੱਲ ਧਿਆਨ ਨਾਲ ਸੁਣੋ, ਇਨਫਿਨਿਟੀ ਤੋਂ ਮੈਂ ਲੈ ਕੇ ਆ ਰਿਹਾ ਚਾਰਜ, ਠੀਕ ਹੈ ਐ ਲੈ ਕੇ ਆ ਰਿਹਾ ਇੱਥੇ ਪਹੁੰਚਿਆ, ਵਰਕ ਡਨ ਕਿੰਨਾ ਕਰਨਾ ਪਿਆ? ਇੰਨਾ ਨਾ ਬਾਈ ਡੈਫੀਨੇਸ਼ਨ। ਇਹ ਤਾਂ ਸਮਝ ਆਈ ਗੱਲ ਕਿ ਨਹੀਂ? यस सर। Yes, sir। ਮੈਂ ਹੋਰ ਨੇੜੇ ਲੈ ਕੇ ਜਾ ਰਿਹਾ, ਹੋਰ ਵਰਕ ਡਨ ਕਰਨਾ ਪੈ ਰਿਹਾ, ਹੋਰ ਔਖਾ ਕਿਉਂਕਿ ਇਲੈਕਟ੍ਰਿਕ ਫੀਲਡ ਸਟਰੋਂਗ ਹੋਈ ਜਾ ਰਿਹਾ ਨਾ, ਮੇਰਾ ਬੜਾ ਜ਼ੋਰ ਲੱਗ ਰਿਹਾ, ਹੋਰ ਔਖਾ ਇੱਥੇ ਤੱਕ ਆਇਆ ਇੱਕਦਮ ਸਰਫੇਸ ਤੇ, ਤਾਂ ਪੋਟੈਂਸ਼ੀਅਲ ਕਿੰਨਾ ਆਏਗਾ ਦੱਸੋ? KQ by capital R। KQ by capital R। ਇਹ ਸਮਝ ਲੱਗੀ ਗੱਲ? यस सर। ਜਿਵੇਂ ਮੈਂ ਥੋੜਾ ਅੰਦਰ ਗਿਆ, ਇਲੈਕਟ੍ਰਿਕ ਫੀਲਡ ਹੀ ਨਹੀਂ ਹੈਗਾ ਮੇਰਾ ਰਸਤਾ ਰੋਕਣ ਵਾਲਾ, ਅਗੇਂਸਟ ਇਲੈਕਟ੍ਰੋਸਟੈਟਿਕ ਫੀਲਡ ਕੋਈ ਵਰਕ ਹੋਏਗਾ ਕਿਤੇ ਵੀ? ਅੰਦਰ ਵੜਦੇ ਹੀ ਇਲੈਕਟ੍ਰਿਕ ਫੀਲਡ ਕਿੰਨਾ ਹੈ ਦੱਸੋ? 0। ਕੋਈ ਹੈ ਹੀ ਨਹੀਂ ਕੋਈ ਇਹਨੂੰ ਰੋਕਣ ਟੋਕਣ ਵਾਲਾ। ਹੁਣ ਤਾਂ ਕੋਈ ਇਲੈਕਟ੍ਰੋਸਟੈਟਿਕ ਫੋਰਸ ਦੇ ਅਗੇਂਸਟ ਕੋਈ ਵਰਕ ਨਹੀਂ ਹੋ ਰਿਹਾ ਨਾ। ਆ ਸੈਰਾ ਕਰ ਰਿਹਾ, ਦੇਖੋ ਆ ਦੇਖੋ ਘੁੰਮ ਰਿਹਾ ਫਿਰ ਰਿਹਾ ਆਰਾਮ ਨਾਲ। ਇਲੈਕਟ੍ਰਿਕ ਫੀਲਡ ਹੀ ਨਹੀਂ ਹੈ, ਕੋਈ ਇਲੈਕਟ੍ਰਿਕ ਫੀਲਡ ਹੀ ਨਹੀਂ ਹੈ, ਕੋਈ ਰੋਕਣ ਵਾਲਾ ਨਹੀਂ ਹੈ, ਕਿਹਦੇ ਖਿਲਾਫ ਕੰਮ ਕਰੇ ਹੋ?
ਤਾਂ ਅੰਦਰ ਜਿੱਥੇ ਮਰਜ਼ੀ ਲਿਆ ਕੇ ਰੱਖ ਦੋ, ਤੁਹਾਡਾ ਵਰਕ ਡਨ ਇੱਥੇ ਤੱਕ ਹੀ ਗਿਣਿਆ ਜਾਏਗਾ, ਅੰਦਰਲਾ ਗਿਣਿਆ ਨਹੀਂ ਜਾਣਾ, ਕਿਉਂਕਿ इलेक्ट्रिक फील्ड 0 है अगेंस्ट इसके नाम। हाँ अंदर फील्ड ही नहीं है, किसी के खिलाफ काम करोगे ता एनर्जी स्टोर होएगी ना। तुसी गुरेल खिंची हुई है, मैं रबड़ ही कट दी तो खिंची जाओ, फिर जिथे मर्जी उच एनर्जी थोड़ी स्टोर हो रही है। फिर ये गल कीती सी ना चंगी तरह आपां। यस सर। कन्विंस हो गए हो सारे कि एवं मारी जाने हो? यस सर। यस सर। तो बस हुण आ गल हो गई, ਇਹਦਾ मतलब की है आपां ਇਹਨੂੰ ਪਹਿਲਾਂ ਤਾਂ ਗੰਦ ਪਾਇਆ ਹਟਾਈਏ। ਇਹਦੇ ਅੰਦਰ ਸੈਂਟਰ ਇਨਸਾਈਡ ਇਲੈਕਟ੍ਰਿਕ ਪੋਟੈਂਸ਼ੀਅਲ ਕਿੰਨਾ ਹੋਏਗਾ? KQ/R। ਆ ਗੱਲ ਆਪਣੀ ਪਹਿਲਾਂ ਨਹੀਂ ਸੀ, ਫੀਲਡ ਵਾਲੇ ਕੇਸ 'ਚ ਆਪਣੀ ਗੱਲਾਂ ਹੋਰ ਸੀਗੀਆਂ, ਕਿਤੇ 0 ਸੀ ਜਾਂ ਅੰਦਰ ਆਪਣਾ KQ ਸਮਾਲ r ਬਾय ਵਟਐਵਰ ਜੋ ਆਪਾਂ ਕੀਤਾ ਸੀ, ਹੈਨਾ। ਉਹ ਯੂਨੀਫਾਰਮਲੀ ਚਾਰਜ ਸ਼ੈਲ ਲਈ ਸੀਗਾ, ਉਹ ਸ਼ਾਰਡ ਸਫੀਅਰ ਲਈ ਸੀਗਾ, ਸੋਲਿਡ ਸਫੀਅਰ ਲਈ, ਤੇ ਇਹਦੇ ਲਈ 0 ਸੀਗਾ ਇਲੈਕਟ੍ਰਿਕ ਫੀਲਡ। ਪਰ ਇਹਦੇ ਅੰਦਰ ਇਹਦੇ ਸੈਂਟਰ ਤੇ ਇਹਦੇ ਸਰਫੇਸ ਤੇ ਸੈਂਟਰ ਦਾ ਅੰਦਰ ਹੀ ਹੈ, ਸਰਫੇਸ ਤੇ ਹਰ ਜਗ੍ਹਾ ਪੋਟੈਂਸ਼ੀਅਲ ਬਿਲਕੁਲ ਇਕੁਅਲ ਹੁੰਦਾ ਹੈ। ਬੜੀ ਇੰਪੋਰਟੈਂਟ ਗੱਲ ਹੈ। ਤੇ ਕਿਉਂ ਹੁੰਦਾ ਹੈ? ਕਿਉਂਕਿ ਅੰਦਰ ਵੜਦੇ ਹੀ ਤੁਹਾਨੂੰ ਵਰਕ ਤਾਂ ਕੋਈ ਕਰਨਾ ਪਿਆ ਨਹੀਂ ਇਲੈਕਟ੍ਰਿਕ ਫੀਲਡ ਦੇ ਅਗੇਂਸਟ, ਇਸੇ ਲਈ ਅੰਦਰ ਪੋਟੈਂਸ਼ੀਅਲ ਸਾਰੇ ਪੁਆਇੰਟਸ ਤੇ ਕੀ ਲਵਾਂਗੇ? KQ/R ਹੀ ਲਵਾਂਗੇ। ਯਾਨੀ ਜੇ ਇਹਦੇ ਸਰਫੇਸ ਤੇ ਪੋਟੈਂਸ਼ੀਅਲ 5 ਵੋਲਟ ਹੈ ਤੇ ਅੰਦਰ ਹਰੇਕ ਪੁਆਇੰਟ ਤੇ ਪੋਟੈਂਸ਼ੀਅਲ ਕਿੰਨਾ ਹੈ? 5 वोल्ट। ਤੇ ਜੇ ਮੈਂ ਇਹਨੂੰ ਮੈਂ ਪਲਾਟ ਕਰਨਾ ਚਾਹਾਂ ਇੱਥੇ ਇਹਦੇ ਸੈਂਟਰ ਤੋਂ ਡਿਸਟੈਂਸ ਨੂੰ ਪੋਟੈਂਸ਼ੀਅਲ ਦੇ ਨਾਲ ਐ ਕਰਕੇ, ਤਾਂ ਆਪਾਂ ਪੋਟੈਂਸ਼ੀਅਲ ਸੈਂਟਰ ਤੋਂ ਲੈ ਕੇ ਆ R ਤੱਕ ਇੱਥੇ ਤੱਕ ਇੰਨਾ ਹੀ ਦਿਖਾਵਾਂਗੇ ਬਿਲਕੁਲ। ਕਿੰਨਾ? KQ/R। ਆ ਵੈਲਿਊ ਕਿੰਨੀ ਹੈ? KQ/R ਇੰਨਾ ਹੀ ਰਹੇਗਾ, ਸੈਂਟਰ ਤੋਂ ਲੈ ਕੇ R डिस्टेंस तक आ जाने रहे। उस तो बाद पोटेंशियल इनवर्सली प्रोपोर्शनल टू R हो जाएगा, तो इथों कटना शुरू हो जाएगा। गल समझ लगी? गल दसो भाई। यस यस सर। Yes, sir. तो फिर बाद इस तो बाद कटना शुरू हो जाएगा। हुण इहनूं चंगी तरह कर लियो, समझिया करो गल नूं। डेफिनेशन नहीं छड्डनी कदी भी, डेफिनेशन छड्डती गए ਤੁਹਾਨੂੰ ਮੈਂ ਡੈਫੀਨੇਸ਼ਨ, ਤਾਂ ਹੀ ਮੈਂ ਇੰਨੀ ਚੰਗੀ ਤਰ੍ਹਾਂ ਪੂਰਾ ਲੈਕਚਰ ਲਾਇਆ ਸੀ ਵੀ ਡੈਫੀਨੇਸ਼ਨ ਨੂੰ ਨਾ ਭੁੱਲਿਓ, ਉਹਦਾ ਪੱਲਾ ਨਾ ਛੱਡਿਓ, ਨਹੀਂ ਤਾਂ ਤੁਸੀਂ ਫਿਰ ਗੱਲਾਂ ਗੜਬੜ ਕਰੋਗੇ। ਇੱਥੇ ਦੇਖੋ ਹੁਣ ਗੱਲ ਸਮਝ ਆ ਗਈ ਨਾ। ਹੁਣ ਆਪਾਂ ਐ ਕਰਦੇ ਆ, ਮਤਲਬ ਜਿੱਥੇ ਫੀਲਡ 0 ਹੋ ਜਾਏਗਾ ਉਸ ਜਗ੍ਹਾ ਤੇ ਚਾਰਜ ਨੂੰ ਲੈ ਕੇ ਫਿਰੀ ਜਾਓ, ਸਾਰੇ ਪਾਸੇ ਹੀ ਤੁਹਾਡਾ ਫਿਰ ਪੋਟੈਂਸ਼ੀਅਲ ਬਰਾਬਰ ਰਹਿਣ ਵਾਲਾ ਆ, ਜਿੰਨਾ ਵੀ ਹੋਏਗਾ ਮਤਲਬ ਉੱਥੇ ਤੱਕ ਦਾ। ਹੁਣ ਕੁਐਸਚਨ ਦੇਖੋ, ਹੁਣ ਸ਼ੈਲਸ ਵਾਲਾ ਕੁਐਸਚਨ, ਹੁਣ ਬੜੇ ਇੰਪੋਰਟੈਂਟ ਕੁਐਸਚਨ ਨੇ ਇਹ। ਕੰਸੈਂਟ੍ਰਿਕ ਸ਼ੈਲਸ ਲੈ ਲਈਏ ਜੇ ਆਪਾਂ, ਤੇ ਆਪਾਂ ਉਹਦੇ ਅੰਦਰਲੇ ਤੇ ਬਾਹਰਲੇ ਪੁਆਇੰਟਸ ਲਈ ਕਿਵੇਂ ਪਤਾ ਕਰਾਂਗੇ ਪੋਟੈਂਸ਼ੀਅਲ? ਤਾਂ ਇਹਦੇ ਲਈ ਆਪਾਂ ਮੰਨ ਲੈਂਦੇ ਹਾਂ ਕਿ ਮੰਨ ਲਓ ਆ ਇੱਕ ਸ਼ੈਲ ਹੈ, ਇਸ ਸ਼ੈਲ ਤੇ ਚਾਰਜ ਹੈਗਾ ਮੰਨ ਲਓ Q, ਇੱਕ ਸ਼ੈਲ ਹੋਰ ਹੈ, 3 ਸ਼ੈਲ ਨੇ ਸਾਰੇ, ਇਹ ਤੇ ਚਾਰਜ ਹੈਗਾ ਮੰਨ ਲਓ 4Q, ਤੇ ਇੱਕ ਬਾਹਰਲਾ ਸ਼ੈਲ ਹੈ ਹੋਰ, ਬੜਾ ਭੈੜਾ ਬਣਿਆ ਵੈਸੇ। ਚਲੋ ਇਹ ਬਿਊਟੀਫਿਕੇਸ਼ਨ ਤੁਸੀਂ ਆਪ ਹੀ ਕਰ ਲਿਆ ਕਰਿਓ ਨੋਟਸ ਵਿੱਚ, ਵਧੀਆ ਜੀ, ਠੀਕ ਹੈ। ਲਓ ਜੀ, ਠੀਕ ਹੈ। ਇਹਦਾ ਆ ਗਿਆ 9Q, ਮੰਨ ਲਓ ਚਾਰਜ ਇਹ ਤੇ Q ਹੈ ਤੇ 4Q 9Q, ਇਹਦਾ ਰੇਡੀਅਸ ਹੈਗਾ 4R, ਠੀਕ ਹੈ। ਤੇ ਇਹਦਾ ਰੇਡੀਅਸ ਵੀ R ਜਾਂ ਕੁਝ ਹੋਏਗਾ, ਚਲੋ ਇੱਥੇ ਇੰਪੋਰਟੈਂਟ ਨਹੀਂ ਹੈ ਆਪਣੇ ਲਈ। ਜੋ ਸਵਾਲ ਪੁੱਛਣ ਜਾ ਰਿਹਾ ਮੈਂ ਇਹ ਪੁੱਛਣ ਜਾ ਰਿਹਾ, ਤੁਸੀਂ ਮੈਨੂੰ ਇਹ ਦੱਸੋ ਵੀ ਆ ਜਿਹੜਾ ਪੁਆਇੰਟ P ਹੈ ਨਾ, ਇੱਥੇ ਪੁਆਇੰਟ P ਹੈ ਆ ਵਾਲਾ, ਤੇ ਪੁਆਇੰਟ P ਦਾ ਇਹਦੇ ਸੈਂਟਰ ਤੋਂ ਡਿਸਟੈਂਸ ਜਿਹੜਾ ਆ ਉਹ ਹੈਗਾ ਸਮਾਲ r ਆ ਗਿਵਨ ਹੈ। ਤੁਸੀਂ ਮੈਨੂੰ ਇਹ ਦੱਸਣਾ what is the potential at P? What is potential at P? Solution। ਹੁਣ at potential P ਆਪਾਂ ਕਿਵੇਂ ਪਤਾ ਕਰਾਂਗੇ? ਹਰ ਸ਼ੈਲ ਲਈ ਵੱਖਰਾ ਵੱਖਰਾ ਪਤਾ ਕਰੋ। ਸਭ ਤੋਂ ਅੰਦਰ ਵਾਲੇ ਸ਼ੈਲ ਦੇ ਲਈ P ਆਊਟਸਾਈਡ ਪੁਆਇੰਟ ਹੈ ਨਾ? Yes, sir. देखो P ਦੇ ਅੰਦਰ ਜਿੰਨੇ ਵੀ ਸ਼ੈਲ ਨੇ ਸਾਰਿਆਂ ਦਾ ਸ਼ੈਲ ਦਾ ਤੁਸੀਂ ਸੈਂਟਰ ਤੇ ਮੰਨ ਸਕਦੇ ਹੋ। Q ਤੇ 4Q ਇਕੱਠੇ ਹੀ ਕਰ ਲਓ, 4 ਤੇ Q 5Q ਆ ਜਾਊਗਾ ਨਾ ਸਿੱਧਾ ਹੀ, ਕਿ ਨਹੀਂ? यस सर। ਪੁਆਇੰਟ ਦੇ ਅੰਦਰ ਜਿੰਨੇ ਵੀ ਸ਼ੈਲ ਹੋਣਗੇ ਸਾਰੇ ਸ਼ੈਲ ਤੁਸੀਂ ਕਨਸੈਂਟਰੇਟ ਕਰ ਸਕਦੇ ਹੋ ਸੈਂਟਰ ਤੇ ਨਾ। ਇਹ ਬਾਹਰਲੇ ਸੇਮ ਹੀ ਰੂਲ ਲੱਗਣਾ ਹੈ। Q ਲਈ 4Q ਲਈ ਵੀ ਉਹੀ ਲੱਗੇਗਾ, K 4Q/R, KQ/R, ਟੋਟਲ K 5Q/R। ਅੰਦਰਲੇ ਸ਼ੈਲ ਇਕੱਠੇ ਕਰ ਲਓ। ਬਾਹਰਲਾ ਜਿਹੜਾ ਸ਼ੈਲ ਹੈ ਉਹਦੇ ਕਰਕੇ ਪੋਟੈਂਸ਼ੀਅਲ ਕਿੰਨਾ ਆਏਗਾ ਦੱਸੋ ਜਲਦੀ? A 9Q/4R।
हाँ 4R ਇੱਥੇ ਬੱਚੇ ਗਲਤੀ ਕਰ ਜਾਂਦੇ ਨੇ, ਉਹ ਸਮਾਲ r ਲਿਖ ਦਿੰਦੇ ਨੇ ਕਿਉਂਕਿ ਬਾਹਰਲੇ ਸ਼ੈਲ ਦੇ ਅੰਦਰ ਹੈ ਉਹ ਪੁਆਇੰਟ, ਤੇ ਬਾਹਰਲੇ ਸ਼ੈਲ ਦੇ ਕਰਕੇ ਉਹਦੇ ਅੰਦਰ ਸਾਰੇ ਪੁਆਇੰਟਸ ਤੇ ਉਹ ਪੋਟੈਂਸ਼ੀਅਲ ਇੰਨਾ ਹੀ ਕੰਟਰੀਬਿਊਟ ਕਰੇਗਾ ਜਿੰਨਾ ਆਵਲੀ ਟਰਮ ਹੈ। ਸੋ ਇਹ ਆਨਸਰ ਹੈ। ਸਮਝ ਲੱਗ ਗਈ ਗੱਲ? Yes. Yes sir. ਠੀਕ ਹੈ। ਸੋ ਇਹ ਬੜੀ ਇੰਪੋਰਟੈਂਟ ਚੀਜ਼ ਹੈ ਜਿਹੜੀ ਤੁਸੀਂ ਸ਼ੈਲ ਦੇ ਲਈ ਲਗਾਣੀ ਹੈ ਹਮੇਸ਼ਾ। ਤੇ ਜੇ ਸ਼ੈਲ ਦੇ ਵਿੱਚ ਆਪਾਂ ਮੰਨ ਲਓ ਕਈ ਵਾਰ ਇਹ ਵੀ ਕਰ ਲਈ, ਸ਼ੈਲ ਤੇ ਆਪਾਂ ਜਿਵੇਂ ਚਾਰਜ ਡਿਸਟ੍ਰੀਬਿਊਸ਼ਨ ਦੀ ਗੱਲ ਕਰਦੇ ਸੀ ਨਾ ਕਿ ਅੰਦਰ ਤੇ ਬਾਹਰਲੇ ਸਰਫੇਸ ਤੇ ਚਾਰਜ ਅਲੱਗ-ਅਲੱਗ ਵੀ ਹੋਵੇ, ਤਾਂ ਵੀ ਆਪਾਂ ਇਹ ਸ਼ੈਲ ਥਿਊਰਮ ਲਗਾ ਸਕਦੇ ਇਸ ਤਰ੍ਹਾਂ। ਜਿਵੇਂ ਕਿ ਫॉर एग्जांपल मान लो आप क्वेश्चन करते हैं, इफ शेल इज वेरी थिन ਦਾ ਮਤਲਬ ਬੇਸਿਕਲੀ ਆ ਹੁੰਦਾ ਕਿ ਇੰਟਰਨਲ ਅੰਦਰ ਵਾਲਾ ਰੇਡੀਅਸ ਤੇ ਬਾਹਰਲਾ ਰੇਡੀਅਸ ਵੱਖਰਾ ਵੱਖਰਾ ਨਾ ਲਓ, ਸੇਮ ਲਓ, ਬਸ ਹੋਰ ਕੁਝ ਨਹੀਂ ਹੁੰਦਾ। ਤੇ ਮੰਨ ਲਓ ਇਨਰ ਸਰਫੇਸ ਤੇ ਚਾਰਜ ਹੈਗਾ Q1 ਐਂਡ ਆਊਟਰ ਸਰਫੇਸ ਤੇ ਚਾਰਜ ਹੈਗਾ Q2। ਹੁਣ ਤੁਸੀਂ ਕਹਿਣਾ ਹੈ ਕਿ ਮਤਲਬ ਕਿਸੇ ਵੀ ਤਰ੍ਹਾਂ ਜਦ ਡਿਸਟ੍ਰੀਬਿਊਸ਼ਨ ਕਰਦੇ ਆ ਆਪਾਂ, ਤਾਂ ਆਪਾਂ ਦੇਖਿਆ ਨਾ ਡਿਸਟ੍ਰੀਬਿਊਸ਼ਨ ਵਿੱਚ ਇਨਰ ਤੇ ਆਊਟਰ ਸਰਫੇਸ ਤੇ ਚਾਰਜ ਆ ਸਕਦਾ, ਵੱਖਰਾ ਵੱਖਰਾ ਵੀ ਹੋ ਸਕਦਾ ਹੈ। ਤੇ ਆ ਮੰਨ ਲਓ ਆਪਣਾ ਇਹ ਕੋਈ ਸ਼ੈਲ ਹੈ, ਥਿਨ ਸ਼ੈਲ ਹੈ, ਆਪਾਂ ਦੋ ਸਰਫੇਸ ਤੇ ਇਸ ਲਈ ਦਿਖਾ ਰਹੇ ਹਾਂ ਕਿ ਆਪਾਂ ਅਲੱਗ-ਅਲੱਗ ਚਾਰजेस ਦਿਖਾਣਾ ਉਹਨਾਂ ਦੇ, ਤੇ ਰੇਡੀਅਸ ਇਹਨਾਂ ਦਾ ਦੋਨਾਂ ਦਾ ਹੀ r ਰਹੇਗਾ ਕਿਉਂਕਿ ਥਿਨ ਸ਼ੈਲ ਹੈ। ਤੇ ਮੰਨ ਲਓ ਇਹਦੇ ਅੰਦਰਲੇ ਸਰਫੇਸ ਤੇ ਚਾਰਜ ਹੈਗਾ Q1, ਬਾਹਰਲੇ ਸਰਫੇਸ ਤੇ Q2, ਤਾਂ ਇਹਦੇ ਅੰਦਰ ਕੋਈ ਪੁਆਇੰਟ P ਲਓ ਤੁਸੀਂ, P ਪੁਆਇੰਟ ਤੇ ਪੋਟੈਂਸ਼ੀਅਲ ਕਿੰਨਾ ਹੋਏਗਾ ਦੱਸੋ ਬਈ ਜਲਦੀ ਦੱਸੋ ਕਿੰਨਾ ਆਏਗਾ। एक शैल ਤੇ Q1 चार्ज ਹੈਗਾ ਨਾ, ਤਾਂ Q1/r ਨਹੀਂ ਆ ਜਾਏਗਾ, ਦੂਜੇ ਤੇ Q2 ਹੈਗਾ Q2/r ਆ ਜਾਏਗਾ। ਬੇਸਿਕਲੀ ਆਹੀ ਆਏਗਾ ਜਿੰਨਾ ਨੈਟ ਚਾਰਜ ਆਏਗਾ ਮਤਲਬ Q1 ਤੇ Q2, ਤਾਂ ਇਹ ਵਜ੍ਹਾ K ਟਾਈਮਸ Q1 + Q2/r। ਬਹੁਤ ਸੌਖਾ ਹੈ, ਰੇਡੀਅਸ ਲੈਣਾ ਪੂਰਾ, ਚਾਹੇ P ਪੁਆਇੰਟ ਜਿੱਥੇ ਮਰਜ਼ੀ ਹੋਵੇ ਅੰਦਰ, ਰੇਡੀਅਸ r ਹੀ ਲੈਣਾ ਕਿਉਂਕਿ ਜਿੰਨਾ ਸਰਫੇਸ ਤੇ ਪੋਟੈਂਸ਼ੀਅਲ ਹੈ ਉਹਨੇ ਅੰਦਰ ਹੁੰਦਾ ਹੈ। ਸਮਝ ਲੱਗੀ ਸਾਰਿਆਂ ਨੂੰ ਗੱਲ? Yes, sir. ਜੇ ਮੈਂ S ਪੁਆਇੰਟ ਲੈ ਲਵਾਂ ਬਾਹਰ ਕਿਤੇ ਇੱਥੇ, ਜਿਹਦਾ ਕਿ ਡਿਸਟੈਂਸ ਸੈਂਟਰ ਤੋਂ ਹੋਵੇ r, ਤਾਂ S ਪੁਆਇੰਟ ਤੇ ਪੋਟੈਂਸ਼ੀਅਲ ਕਿੰਨਾ ਆਏਗਾ? K into Q1 + Q2 by small small r। r ਆ ਜਾਏਗਾ ਬਸ। Smaller. ਸੋ ਆ ਗੱਲਾਂ ਤੁਹਾਨੂੰ ਸਮਝ ਲੱਗਣੀ ਚਾਹੀਦੀਆਂ ਨੇ ਹੁਣ ਚੰਗੀ ਤਰ੍ਹਾਂ। ਕਲੀਅਰ ਹੋ ਗਈ ਗੱਲ? Yes, sir. ਠੀਕ ਹੈ। ਪੋਟੈਂਸ਼ੀਅਲ ਵਾਲਾ ਕੰਮ ਨਾ ਬੜਾ ਇੰਟਰਸਟਿੰਗ ਹੈ, ਬਹੁਤ ਇੰਟਰਸਟਿੰਗ ਤਰੀਕੇ ਨਾਲ ਤੁਸੀਂ ਇਹਨੂੰ ਅਪਲਾਈ ਕਰੋਗੇ, ਜਿੰਨਾ ਜ਼ਿਆਦਾ ਉਹਨਾਂ ਸਿੱਖੋਗੇ। ਹੁਣ ਤੁਹਾਡੀ ਪ੍ਰੈਕਟਿਸ ਸ਼ੀਟ 6ਵੀਂ ਹੋ ਜਾਣੀ ਹੈ ਬਹੁਤ ਵਧੀਆ ਤਰ੍ਹਾਂ, 5ਵੀਂ 6ਵੀਂ ਇਹ ਸਭ ਕੰਮ ਕਰਨ ਤੋਂ ਬਾਅਦ। ਪਹਿਲਾਂ ਆਪਾਂ ਗੱਲ ਕਰੀਏ, ਦੇਖੋ ਮੰਨ ਲਓ 3 ਕੰਸੈਂਟ੍ਰਿਕ ਸ਼ੈਲਸ ਹੋਣ, ਅਗਰ ਪੋਟੈਂਸ਼ੀਅਲ ਲਿਖਣਾ ਆਣਾ ਚਾਹੀਦਾ ਬੰਦੇ ਨੂੰ, ਇੱਕ ਪੁਆਇੰਟ ਤੇ ਪੋਟੈਂਸ਼ੀਅਲ ਲਿਖਣਾ ਜਿਹਨੇ ਸਿੱਖ ਲਿਆ ਉਹਨੇ ਬਹੁਤ ਕੁਝ ਸਿੱਖ ਲਿਆ, ਸਮਝ ਲਓਗੇ ਉਹਨੂੰ ਕਾਫੀ ਗੱਲਾਂ ਪਤਾ ਲੱਗ ਗਈਆਂ। ਅੱਛਾ, ਪਹਿਲੇ ਸ਼ੈਲ ਤੇ ਮੰਨ ਲਓ ਚਾਰਜ ਹੈਗਾ 4Q, ਰੇਡੀਅਸ ਹੈਗਾ r, ਮੈਂ ਇੱਥੇ ਲਿਖ ਦੇਣਾ ਗੰਦ ਨਾ ਪਵੇ ਉੱਥੇ। ਦੂਜਾ ਸ਼ੈਲ ਜਿਹੜਾ ਹੈਗਾ ਉਹਦਾ ਚਾਰਜ ਹੈਗਾ 6Q ਤੇ ਰੇਡੀਅਸ ਹੈਗਾ ਮੰਨ ਲਓ 2r। ਤੀਜੇ ਸ਼ੈਲ ਤੇ ਮੰਨ ਲਓ ਚਾਰਜ ਹੈਗਾ 5Q, ਰੇਡੀਅਸ ਹੈਗਾ ਮੰਨ ਲਓ 3r। ਠੀਕ ਹੈ। ਤੇ ਆਪਾਂ ਜੇ ਇਹਨੂੰ ਉਹ ਚਾਰਜ ਡਿਸਟ੍ਰੀਬਿਊਸ਼ਨ ਕਰਦੇ ਆ, ਆਪਾਂ ਐ ਕਰਦੇ ਆ, ਵੈਸੇ ਤਾਂ ਆਪਾਂ ਐ ਕਰਦੇ ਆ ਨਾ, ਮੰਨ ਲਓ ਆ ਚਾਰਜ ਹੈ, ਸੌਰੀ ਆ ਪਹਿਲਾ ਸ਼ੈਲ ਹੈ, ਫਿਰ ਆ ਦੂਜਾ ਸ਼ੈਲ ਹੈ, ਫਿਰ ਤੀਜਾ ਸ਼ੈਲ ਹੈ, ਇਹਨਾਂ ਦੇ ਉੱਪਰ ਚਾਰਜ ਕਿੰਨਾ ਹੈ ਤੇ ਰੇਡੀਅਸ ਕਿੰਨਾ ਉਹ ਦੱਸਿਆ ਤੁਹਾਨੂੰ ਅਲੱਗ ਤੋਂ। ਠੀਕ ਹੈ। ਤੇ ਮੰਨ ਲਵੋ ਆ ਪੁਆਇੰਟ P ਹੈ, ਜਿਸ ਪੁਆਇੰਟ P ਤੇ ਪੋਟੈਂਸ਼ੀਅਲ ਪੁੱਛਿਆ ਗਿਆ ਹੈ। ਠੀਕ ਹੈ। ਤੇ P ਪੁਆਇੰਟ ਦਾ ਸੈਂਟਰ ਤੋਂ ਡਿਸਟੈਂਸ ਜਿਹੜਾ ਹੈ ਉਹ ਮੰਨ ਲਓ r ਹੈ, ਤੇ ਤੁਹਾਨੂੰ ਪਤਾ ਲੱਗ ਗਿਆ ਕਿ r ਜਿਹੜਾ ਹੈ ਉਹ ਤੁਹਾਡੇ ਸਮਾਲ r ਤੇ ਕੈਪੀਟਲ 2r, ਸੌਰੀ r ਤੇ 2r ਤੋਂ ਵੱਡਾ ਹੀ ਹੋਏਗਾ ਨਾ ਪੱਕਾ, ਕਿਉਂਕਿ ਬਾਹਰ ਹੈ ਨਾ, 3r ਤੋਂ ਛੋਟਾ ਹੋਏਗਾ। ਕਿੰਨਾ ਆਏਗਾ? ਆਪਾਂ r ਹੀ ਲਵਾਂਗੇ ਬਸ, ਆਪਾਂ ਐਕਸਪ੍ਰੈਸ਼ਨ ਲਿਖਣਾ ਬਸ। ਕੀ ਆਏਗਾ ਪੋਟੈਂਸ਼ੀਅਲ ਦੱਸੋ ਫਿਰ ਐਟ P? K into 10Q by small r। 10Q, K into 10Q। ਠੀਕ ਹੈ। ਅੰਦਰ ਵਾਲੇ ਸ਼ੈਲ ਲੈ ਲੈ ਪਹਿਲਾਂ ਤੋਂ, ਉਹਦੇ ਲਈ ਤਾਂ ਸਾਰਾ ਇਹ ਬਾਹਰ ਵਾਲਾ ਪੁਆਇੰਟ ਹੀ ਹੋ ਗਿਆ ਨਾ, ਪਲੱਸ K into 5Q upon 3R। K into 5Q 5Q upon 3 capital R। upon 3 into capital R। ਇਹ ਆਇਆ। ਠੀਕ ਹੈ ਗੱਲ? ਸਮਝ ਲੱਗੀ ਸਾਰਿਆਂ ਨੂੰ ਗੱਲ? Yes.
ਸੋ ਇਸ ਤਰ੍ਹਾਂ ਲਿਖਣਾ ਹੈ। ਅੱਛਾ ਇੱਕ ਗੱਲ ਇਹ ਚ ਆਪਾਂ ਚੇਂਜ ਕਰ ਦਿੰਦੇ ਆ। ਮੰਨ ਲਓ ਜੇ ਚਾਰਜ ਦੂਜੇ ਸ਼ੈਲ ਤੇ -6 Q ਹੁੰਦਾ, ਦੂਜੇ ਸ਼ੈਲ ਤੇ ਚਾਰਜ -6 Q ਹੁੰਦਾ ਤਾਂ ਆਪਾਂ ਕਿਵੇਂ ਲਿਖਦੇ? ਫਿਰ ਆਪਾਂ ਇਹਨਾਂ ਨੇ ਲਿਖਦੇ, ਇਹਨੂੰ ਮੈਂ ਲਿਖ ਦਿੰਦਾ, ਮੈਂ ਇਹ ਤਾਂ ਤੁਸੀਂ ਪਹਿਲਾਂ ਵੀ ਕਰ ਚੁੱਕੇ ਹੋ, ਥੋੜਾ ਆਹ ਵਾਲਾ ਲਿਖਦੇ ਹੋ। ਤਾਂ ਪੋਟੈਂਸ਼ੀਅਲ ਐਟ P ਕੀ ਆਂਦਾ? -2 KQ upon small r। ਅੱਛਾ ਇੱਕ ਹੋਰ ਚੀਜ਼ ਕਰਦਾ, ਖੜ ਜਾਓ, ਉਹ ਵੀ ਠੀਕ ਆ। ਮੈਂ ਇਹ ਕਹਿ ਰਿਹਾ ਕਿ ਮੰਨ ਲਓ ਆ ਵੀ ਹੁੰਦਾ 6 -6 Q ਪਹਿਲੇ ਦੂਜੇ ਸ਼ੈਲ ਤੀਜੇ ਸ਼ੈਲ ਤੇ ਚਾਰਜ ਤੁਹਾਨੂੰ ਪਤਾ ਹੀ ਆ, ਤੇ ਇਹਦੇ ਸੈਂਟਰ ਤੇ ਨਾ ਆਪਾਂ ਇੱਕ ਚਾਰਜ ਰੱਖ ਵੀ ਦਿੱਤਾ, ਪੁਆਇੰਟ ਚਾਰਜ Q, ਆ ਪੁਆਇੰਟ ਚਾਰਜ ਵੀ ਰੱਖਤਾ ਅੰਦਰ Q, ਤੇ ਇਹਦੇ ਆ ਸੈਂਟਰ ਤੋਂ ਡਿਸਟੈਂਸ r ਤੇ P ਪੁਆਇੰਟ ਹੈਗਾ, P ਪੁਆਇੰਟ ਤੇ ਪੋਟੈਂਸ਼ੀਅਲ ਲਿਖਣਾ। ਹੁਣ ਤੁਸੀਂ ਦੇਖੋਗੇ ਧਿਆਨ ਨਾਲ ਕਿ ਜੇ ਅੰਦਰ ਚਾਰਜ Q ਹੈਗਾ ਤਾਂ ਇਹਦੇ ਇਨਰ ਫੇਸ ਤੇ ਕਿੰਨਾ ਚਾਰਜ ਆਏਗਾ? ਦੱਸੋ ਮੈਨੂੰ, ਮੈਂ ਗੌਸ ਥਿਊਰਮ ਨਾਲ ਕਰਾਇਆ ਸੀ ਉਦੋਂ। -Q ਤੇ ਅੰਦਰਲੇ ਸ਼ੈਲ ਤੇ ਟੋਟਲ ਚਾਰਜ ਕਿੰਨਾ ਹੈ ਦੱਸੋ ਪਹਿਲਾਂ? 4Q ਹੈ ਨਾ, ਤੇ ਅੰਦਰ 4Q ਹੈ ਤਾਂ ਟੋਟਲ ਬਾਹਰਲੇ ਫੇਸ ਤੇ ਕਿੰਨਾ ਆਏਗਾ ਫਿਰ? 5Q ਆਏਗਾ ਕਿ ਨਹੀਂ? Yes sir। 5Q ਆਏਗਾ ਤਾਂ ਹੀ ਬਣੇਗੀ ਗੱਲ, ਕਿਉਂਕਿ ਟੋਟਲ 4Q ਹੋਣਾ ਚਾਹੀਦਾ। ਹੁਣ ਜੇ ਇੱਧਰ 5Q ਆ ਗਿਆ ਤਾਂ ਫਿਰ ਇੱਧਰਲੇ ਸ਼ੈਲ ਤੇ ਕਿੰਨਾ ਆਣਾ ਚਾਹੀਦਾ ਫਿਰ? -5 ਇਨਰ ਤੇ ਆਊਟਰ ਚ ਆਊਗਾ, ਪਹਿਲਾਂ ਟੋਟਲ ਦੇਖ ਲਓ, -6Q ਤੇ ਆਊਟਰ ਚ ਕਿੰਨਾ ਆਊਗਾ ਫਿਰ? -Q ਤੇ ਫਿਰ ਇਹਦੇ -Q ਤਾਂ ਫਿਰ ਇਹਦੇ ਇਨਰ ਚ ਕਿੰਨਾ ਆਊਗਾ? -Q ਤੇ ਟੋਟਲ ਕਿੰਨਾ ਹੈ? 5Q ਤੇ ਬਾਹਰ ਕਿੰਨਾ ਆਊਗਾ? 6Q। ਸਮਝ ਲੱਗੀ ਗੱਲ? ਇਸ ਤਰ੍ਹਾਂ ਆਪਾਂ ਚਾਰਜ ਡਿਸਟ੍ਰੀਬਿਊਟ ਕਰਦਾ ਤਾਂ ਟੋਟਲ ਪੋਟੈਂਸ਼ੀਅਲ ਐਟ P ਕਿੰਨਾ ਆਏਗਾ? ਹੁਣ ਦੱਸੋ ਮੈਨੂੰ। ਇਹਦੇ ਲਈ ਤੁਹਾਨੂੰ ਦੱਸਾਂ, ਤੁਹਾਨੂੰ ਆ ਇਹਨਾਂ ਚਾਰजेस ਦੀ ਲੋਡ ਨਹੀਂ ਪੈਣੀ ਵੈਸੇ ਤਾਂ, ਕਿਉਂਕਿ ਆਪਾਂ ਨੂੰ ਪੋਟੈਂਸ਼ੀਅਲ ਨੈਟ ਚਾਰਜ ਦੀ ਲੋਡ ਪੈਂਦੀ ਹੈ ਬਸ। ਸਿੱਧੀ ਗੱਲ ਦੱਸਾਂ, ਸਿੱਧੀ ਗੱਲ ਆ। ਇਹ ਤੇ ਅੰਦਰ ਚਾਰਜ Q ਹੈਗਾ, ਇਹਦੇ ਤੇ ਚਾਰਜ ਕਿੰਨਾ ਹੈਗਾ? ਟੋਟਲ ਚਾਰਜ 4Q, ਇਹਦੇ ਤੇ -6Q, ਇਹਦੇ ਤੇ 5Q ਹੈ ਨਾ। ਤੁਸੀਂ ਚੁੱਪ ਕਰਕੇ ਆਈ ਚੱਕੋ ਬਸ, ਨੈਟ ਅੰਦਰ P ਦੇ ਅੰਦਰ ਕਿੰਨੇ ਆ? Q 4Q -6Q -Q ਨਾ, यस तो -KQ/r आ जाऊगा, ਤੇ ਬਾਹਰਲਾ 5Q ਹੈਗਾ ਸਿੱਧਾ ਹੀ 5Q r ਉਹ 3r। ਸਮਝ ਲੱਗੀ ਗੱਲ? ਇਹਨਾਂ ਨਹੀਂ ਬੰਦਾ, ਕਿਉਂਕਿ ਇਹਨਾਂ ਨੇ ਕਿਹੜਾ ਕੁਝ ਕਰਨਾ, ਇਹਨਾਂ ਨੇ ਟੋਟਲ ਚਾਰਜ ਤਾਂ ਉਹਨੇ ਬਣਾ ਦੇਣਾ ਜਿੰਨਾ ਹੈ। ਇਹ ਵੀ r ਡਿਸਟੈਂਸ ਤੇ ਆ ਵੀ r ਡਿਸਟੈਂਸ ਤੇ ਹੈ ਨਾ, ਇਹਦੇ ਲਈ ਵੀ r, ਇਹਦੇ ਲਈ ਵੀ r। ਇਸ ਲਈ ਆਪਾਂ ਸਿੱਧਾ ਹੀ ਆਪਾਂ ਨੈਟ ਚਾਰਜ ਦੀ ਗੱਲ ਕਰਦੇ ਆ ਇਨ ਕੇਸ ਆਫ ਪੋਟੈਂਸ਼ੀਅਲ। ਜਦੋਂ ਪੋਟੈਂਸ਼ੀਅਲ ਜਦ ਪੁੱਛਦੇ ਆਪਾਂ ਨੂੰ, ਦੈਨ ਆਪਾਂ ਨੂੰ ਚਾਰजेस ਦੇ ਇਨਰ ਤੇ ਆਊਟਰ ਸਰਫੇਸਿਸ ਦੇ ਵੱਖਰੇ ਵੱਖਰੇ ਚਾਰजेस ਦੀ ਕੋਈ ਲੋੜ ਨਹੀਂ ਹੁੰਦੀ, ਠੀਕ ਹੈ। ਸੋ ਮੈਂ ਇੱਥੇ ਲਿਖ ਵੀ ਦਿੰਦਾ ਨੋਟ that in case potential is asked, we don't need to specify charges on inner and outer surfaces separately, क्योंकि ਆਪਾਂ ਬਸ ਨੈਟ ਚਾਰਜ ਨਾਲ ਹੀ ਸਾਰ ਲੈਣੇ ਨੇ, ਫਿਰ ਅੰਦਰ ਕਿੰਨਾ ਹੈ ਬਾਹਰ ਕਿੰਨਾ, ਬਸ ਬਾਹਰਲੇ ਹਿਸਾਬ ਲਿਖ ਦਿੰਦੇ। ਸਮਝ ਲੱਗ ਰਹੀ ਹੈ ਸਾਰਿਆਂ ਨੂੰ ਗੱਲ? यस सर। ਤੇ ਜਦੋਂ ਰੇਡੀਅਸ ਵੱਖਰੇ ਵੱਖਰੇ ਹੋਣ ਨਾ, ਜਦੋਂ ਥਿਨ ਸ਼ੈਲ ਨਾ ਹੋਵੇ, ਜਦੋਂ ਹੋਵੇ ਥਿਕ ਸ਼ੈਲ, ਤਾਂ ਆਪਾਂ ਨੂੰ ਸੋਚਣਾ ਪੈਂਦਾ ਹੈ ਗੱਲ ਨੂੰ ਵੀ ਜੇ ਹੋਵੇ ਸਵਾਲ ਤੁਹਾਡਾ ਥਿਕ ਸ਼ੈਲ ਦੇ ਬਾਰੇ। ਥਿਕ ਸ਼ੈਲ ਦੇ ਵਿੱਚ ਕੀ ਹੁੰਦਾ ਕਿ ਉਹਦੇ ਇਨਰ ਤੇ ਆਊਟਰ ਰੇਡੀਅਸ ਅਲੱਗ ਹੁੰਦੇ ਨੇ। ਥਿਕ ਸ਼ੈਲ ਦਾ ਫੋਰ ਐਗਜ਼ਾਮਪਲ ਆ ਮੰਨ ਲਓ ਥਿਕ ਸ਼ੈਲ ਹੈ, ਆ ਸ਼ੈਲ ਹੈ, ਇਹ ਦੋ ਸ਼ੈਲ ਨਹੀਂ ਹੈਗੇ ਬੇਸਿਕਲੀ, ਇਹ ਥਿਕ ਸ਼ੈਲ ਹੈ, ਯਾਨੀ ਕਿ ਸਮਝ ਲਓ ਆ ਮੈਟਲ ਹੈ ਸਾਰੀ। ਸਮਝ ਰਹੇ ਹੋ ਗੱਲ? ਇਹ ਮੈਟਲ ਦਾ ਥਿਕ ਸ਼ੈਲ ਹੈ, ਮੈਟੈਲਿਕ ਥਿਕ ਸ਼ੈਲ। ਇਹ ਜਿਹੜਾ ਸ਼ੈਲ ਹੈ ਇਹ ਨਿਊਟਰਲ ਹੈ, ਐਂਡ ਇਹ ਨਿਊਟਰਲ ਹੈ। ਨਿਊਟਰਲ ਮਤਲਬ ਇਹਦੇ ਉੱਪਰ ਕੋਈ ਵੀ ਚਾਰਜ ਨਹੀਂ ਦਿੱਤਾ ਹੈ, ਠੀਕ ਹੈ, ਓਵਰਆਲ ਨੈਟ ਚਾਰਜ ਕੋਈ ਵੀ ਨਹੀਂ ਹੈਗਾ, ਬਸ ਇਹਦੇ ਸੈਂਟਰ ਤੇ ਚਾਰਜ ਰੱਖਿਆ Q ਇੱਥੇ, ਠੀਕ ਹੈ ਜੀ। ਇਹਦਾ ਅੰਦਰ ਵਾਲਾ ਜਿਹੜਾ ਰੇਡੀਅਸ ਹੈਗਾ ਆ ਉਹ ਹੈਗਾ r, ਤੇ ਬਾਹਰ ਵਾਲਾ ਰੇਡੀਅਸ ਹੈਗਾ ਮੰਨ ਲਓ 2r, ਠੀਕ ਹੈ ਜੀ। ਤੇ ਹੁਣ ਤੁਸੀਂ ਇਹ ਦੇਖੋ ਇਹਦੇ ਵਿੱਚ ਆਪਾਂ ਪੁਆਇੰਟ P ਲਿਆ,
पॉइंट P ਆਪਾਂ ਇਹਦੇ ਅੰਦਰ ਲਿਆ ਇਸ ਜਗ੍ਹਾ ਤੇ P point such that ਜਿਹੜਾ OP ਹੈ ਉਹ ਕਿੰਨਾ ਹੈ R/2 ਹੈ। ਆਪਾਂ ਨੂੰ ਪੁੱਛਿਆ ਗਿਆ ਪੋਟੈਂਸ਼ੀਅਲ ਐਟ P ਕਿੰਨਾ ਹੋਏਗਾ, ਦੱਸੋ ਬਈ। ਪੋਟੈਂਸ਼ੀਅਲ ਐਟ P ਕਿੰਨਾ ਹੋਏਗਾ? ਪਹਿਲੀ ਗੱਲ ਤਾਂ ਤੁਸੀਂ ਇੱਥੇ ਡਿਸਟ੍ਰੀਬਿਊਸ਼ਨ ਕਰ ਲਓ, ਦੇਖੋ ਹੈ ਨਾ, ਕਿਉਂਕਿ ਇੱਥੇ ਥਿਕ ਸ਼ੈਲ ਹੈ ਨਾ, ਤੇ ਇੱਥੇ ਇਨਰ ਤੇ ਆਊਟਰ ਰੇਡੀਅਸ, ਇੱਥੇ ਇਨਰ ਤੇ ਆਊਟਰ ਸਰਫੇਸ ਤੇ ਚਾਰਜ ਦੱਸਣਾ ਜ਼ਰੂਰੀ ਇਸ ਲਈ ਹੈ ਕਿਉਂਕਿ ਉਹਨਾਂ ਦੇ ਰੇਡੀਅਸ ਵੱਖਰੇ ਵੱਖਰੇ ਨੇ। ਜਦੋਂ ਆਪਣੇ ਸ਼ੈਲ ਥਿਨ ਸੀਗੇ ਉਦੋਂ ਰੇਡੀਅਸ ਦਾ ਕੋਈ ਫਰਕ ਨਹੀਂ ਸੀ ਪੈਂਦਾ, ਕੋਈ ਫਰਕ ਨਹੀਂ ਸੀ ਪੈਂਦਾ ਆਪਾਂ ਨੂੰ ਫਿਰ, ਹੈ ਨਾ, ਰੇਡੀਅਸ ਤਾਂ ਸੇਮ ਹੀ ਲੈਣੇ ਸੀ, ਇੱਥੇ ਨਹੀਂ ਲੈਣੇ। ਤਾਂ ਇੱਥੇ ਅੰਦਰ ਵਾਲੇ ਪਾਸੇ ਕਿੰਨਾ ਚਾਰਜ ਆਏਗਾ ਮੈਨੂੰ ਦੱਸੋ ਜਲਦੀ। ਮਾਈਨਸ ਕਿਉਂ ਆਏਗਾ, है ना? yes ਤੇ ਬਾਹਰਲੇ ਪਾਸੇ ਕਿੰਨਾ ਆਏਗਾ ਫਿਰ ਪਲੱਸ ਕਿਉਂ, ਕਿਉਂਕਿ ਆ ਨਿਊਟਰਲ ਹੈ ਨਾ, ਨਹੀਂ ਤਾਂ ਆਪਾਂ ਉਸ ਹਿਸਾਬ ਨਾਲ ਲਿਖ ਲੈਂਦੇ ਬਾਹਰਲਾ ਜਿੰਨਾ ਆਪਾਂ ਨੂੰ ਨੈਟ ਚਾਰਜ ਦਿੱਤਾ ਹੁੰਦਾ। ਤਾਂ ਪੋਟੈਂਸ਼ੀਅਲ ਐਟ P ਜਿਹੜਾ ਹੈ ਉਹ ਕਿੰਨਾ ਆਏਗਾ। ਹੁਣ ਦੇਖੋ ਪਹਿਲੀ ਗੱਲ ਤਾਂ P ਪੁਆਇੰਟ ਤੇ Q ਦੇ ਕਰਕੇ ਜਿਹੜਾ ਇੱਕ ਪੁਆਇੰਟ ਚਾਰਜ ਕਰਕੇ ਪੋਟੈਂਸ਼ੀਅਲ ਹੁੰਦਾ ਹੈ, ਪੁਆਇੰਟ ਚਾਰਜ ਕਰਕੇ ਕੀ ਹੁੰਦਾ ਹੈ ਦੱਸੋ? KQ ਬਾਏ R/2 ਫਿਰ ਆ -Q ਜਿਹੜਾ ਕਿ R ਰੇਡੀਅਸ ਦਾ ਇਹਦੇ ਕਰਕੇ ਕਿੰਨਾ ਹੋਗਾ K into -Q, ਤੇ ਉਹਦੇ ਅੰਦਰ ਹੈ ਤਾਂ ਪੂਰਾ ਰੇਡੀਅਸ ਹੀ ਲੈਣਾ ਪੈਣਾ, ਨਹੀਂ? यस सर। ਤੇ ਬਾਹਰਲਾ ਜਿਹੜਾ Q ਹੈਗਾ ਉਹ 2R ਰੇਡੀਅਸ ਤੇ ਹੈ, ਪੂਰਾ 2R ਰੇਡੀਅਸ ਲੈਣਾ ਪੈਣਾ, ਉਹਦੇ ਅੰਦਰ ਹੈ ਪੁਆਇੰਟ, ਕਿਉਂਕਿ ਪਤਾ ਨਾ ਇਹ ਗੱਲ। ਬਸ ਆंसर है, ਇਹਨੂੰ सॉल्व कर लो जो भी आएगा। सर ये K into -Q के नीचे पूरा R क्यों लिया? क्योंकि ये -Q जो है कौन से इस सरफेस पे है ना -Q चार्ज, है ना, ये शेल नहीं है एक, yes sir इसके अंदर वाले हर पॉइंट पे पोटेंशियल के लिए पूरा R ही लेते हैं। yes अभी यही yes, तो मैं बता रहा था इतनी देर से। और ये +Q जो है उसके लिए 2R लेना पड़ेगा क्योंकि उसका बाहर वाले का रेडियस 2R है। yes समझ आई बात? yes दसो भी समझ लग रही है सारे ਨੂੰ, प्रॉब्लम ਤਾਂ ਨਹੀਂ ਕੋਈ ਆ ਰਹੀ? पोटेंशियल ਦਾ टॉपिक बहुत ਚੰਗੀ ਤਰ੍ਹਾਂ ਹੋਣਾ ਚਾਹੀਦਾ ਹੈ ਤੁਹਾਡਾ। ਹੁਣ ਇਹਦੇ ਵਿੱਚ ਕੀ ਹੈ ਕਿ ਜਿਹੜਾ ਆਪਾਂ ਜਦੋਂ ਗੱਲ ਕਰਦੇ ਆ ਕੰਡਕਟਿੰਗ ਸ਼ੈਲ ਦੇ ਬਾਰੇ, ਸੌਰੀ ਯੂਨੀਫਾਰਮਲੀ ਚਾਰਜ ਸੋਲਿਡ ਸਫੀਅਰ ਦੇ ਬਾਰੇ, ਦੈਨ ਆਪਾਂ ਨੂੰ ਫੇਰ ਸੋਚਣਾ ਪੈਂਦਾ ਹੈ ਕਿ ਆਪਾਂ ਉਹਦਾ ਰਿਜ਼ਲਟ ਕਿਵੇਂ ਲਿਖਾਂਗੇ। ਰਿਜ਼ਲਟ ਸਿੱਧਾ ਹੀ ਯੂਜ਼ ਤਾਂ ਤੁਸੀਂ ਸਿੱਧਾ ਹੀ ਕਰਦੇ ਹੋ, ਪਰ ਉਹਦੀ ਡੈਰੀਵੇਸ਼ਨ ਜਿਹੜੀ ਹੈ ਉਹ ਆਪਾਂ ਨੂੰ ਕਰ ਲੈਣੀ ਚਾਹੀਦੀ ਹੈ ਕਿ ਆਪਾਂ ਜੇ ਸੋਲਿਡ ਸਫੀਅਰ ਹੋ ਗਿਆ ਤਾਂ ਕੀ ਕਰਾਂਗੇ। ਤੇ ਸੋਲਿਡ ਸਫੀਅਰ ਤੇ ਸਾਰੇ ਦੇ ਚਾਰਜ ਹੁੰਦਾ ਡਿਸਟ੍ਰੀਬਿਊਟਡ, ਫਿਰ ਆਪਾਂ ਉੱਥੇ ਕੀ ਕਰਾਂਗੇ ਤੁਹਾਨੂੰ ਪਤਾ ਹੈ ਨਾ, ਸ਼ੈਲ ਲੈ ਕੇ ਉਹਦੇ ਲਈ ਇੰਟੀਗ੍ਰੇਟ ਕਰਾਂਗੇ ਕਿ ਰਿੰਗ ਲੈ ਕੇ, बोलो। shell E due to uniformly charged non-conducting solid sphere। नॉन कंडक्टिंग ਤਾਂ ਕਹਿਣਾ ਹੀ ਪੈਣਾ ਨਾ, ਨਹੀਂ ਤਾਂ ਜੇ ਕੰਡਕਟਿੰਗ ਹੋਇਆ ਤਾਂ ਉਹਨੇ ਸਾਰੇ ਚਾਰਜ ਮੁੜ ਕੇ ਫਿਰ ਉੱਪਰ ਹੀ ਆ ਜਾਣਾ ਸਰਫੇਸ ਤੇ, ਫਿਰ ਤਾਂ ਕੋਈ ਗੱਲ ਹੀ ਨਹੀਂ ਬਣਨੀ। ਨॉन ਕੰਡਕਟਿੰਗ ਹੋਏਗਾ ਤਾਂ ਹੀ ਅੰਦਰ ਚਾਰਜ ਰੁਕੇਗਾ ਉਹਦੇ ਤੇ। ਆਪਾਂ ਫਿਰ ਇਹਦੀ ਗੱਲ ਕਰਦੇ ਹਾਂ ਇਸ ਤਰ੍ਹਾਂ, ਇਹਦੇ ਆ ਸੈਂਟਰ ਹੈ ਤੇ ਆਪਾਂ ਮੰਨ ਲਓ ਆ ਚਾਰਜ ਹੈ ਇਹਦੇ ਅੰਦਰ ਸਾਰੇ ਪਾਸੇ ਫੈਲਿਆ ਹੋਇਆ, ਤੇ ਜੇ ਸਾਰਾ ਚਾਰਜ ਅੰਦਰ ਫੈਲਿਆ ਹੋਇਆ ਤਾਂ ਤੁਸੀਂ ਟੋਟਲ ਚਾਰਜ ਤੋਂ ਦੀ ਵੋਲਿਊਮ ਚਾਰਜ ਡੈਂਸਿਟੀ ਵੀ ਲਿਖ ਸਕਦੇ ਹੋ, ਨਹੀਂ ਤਾਂ ਆਪਾਂ ਕੈਲਕੂਲੇਸ਼ਨ ਦੇ ਲਈ ਰੋ ਹੀ ਲਿਖ ਸਕਦੇ ਹੋ, ਬਾਅਦ ਚ ਰੋ ਦੀ ਵੈਲਿਊ ਪੁੱਟ ਕਰਕੇ ਛੋਟਾ ਐਕਸਪ੍ਰੈਸ਼ਨ ਆਪ ਬਣਾ ਸਕਦੇ ਹੋ, ਕੋਈ ਫਰਕ ਨਹੀਂ ਪੈਂਦਾ। ਤਾਂ ਇਹਦੇ ਵਿੱਚ ਟੋਟਲ ਚਾਰਜ ਹੈ ਮੰਨ ਲਓ Q ਤੇ ਰੇਡੀਅਸ ਹੈ ਇਹਦਾ R, ਇਹ ਸਫੀਅਰ ਹੈ ਸੋਲਿਡ ਸਫੀਅਰ, ਯਾਦ ਰੱਖਿਓ। ਤੇ ਬਹੁਤੀ ਗੱਲ ਹੈ ਜੀ, ਰੋ ਲਿਖਣਾ ਚਾਹਾਂ ਮੈਂ ਸਾਈਡ ਤੇ ਲਿਖ ਦਿੰਦਾ, ਰੋ ਇਹਦੀ ਵੋਲਿਊਮ ਚਾਰਜ ਡੈਂਸਿਟੀ ਕੀ ਹੋਏਗੀ? Q/4/3 ਹਾਂ ਇਹ ਆਏਗੀ ਨਾ, ਇਹਨੂੰ ਦੇਖ ਲਾਂਗੇ ਜੀ ਯੂਜ਼ ਕਰਨਾ ਪਿਆ। ਇਹਦੇ ਕਰਕੇ ਕਿਸੇ ਆਊਟਸਾਈਡ ਪੁਆਇੰਟ ਤੇ ਕਿੰਨਾ ਪੋਟੈਂਸ਼ੀਅਲ ਹੋਏਗਾ ਪਹਿਲਾਂ ਦੱਸੋ। ਆਊਟਸਾਈਡ ਪੋਟੈਂਸ਼ੀਅਲੀ ਤੁਹਾਨੂੰ ਪਤਾ ਅੰਦਰਲੇ ਸਾਰੇ ਸਫੀਅਰਸ ਹੀ ਬਣ ਜਾਣਗੇ ਤੇ ਬੇਸਿਕਲੀ ਬਿਲਕੁਲ ਸੇਮ ਰੂਲ ਲੱਗ ਜਾਏਗਾ ਨਾ। R ਡਿਸਟੈਂਸ ਤੇ P ਪੁਆਇੰਟ ਤੇ ਪੋਟੈਂਸ਼ੀਅਲ ਦੇਖਣਾ ਹੈ ਤਾਂ ਪੋਟੈਂਸ਼ੀਅਲ ਐਟ P ਜਿਹੜਾ ਆਊਟਸਾਈਡ ਹੋਏਗਾ ਉਹ ਹੋਏਗਾ K into total Q over R, ਬਿਲਕੁਲ ਸੇਮ as it was for the shell। ਕਿਉਂਕਿ ਬੇਸਿਕਲੀ ਇਹਨੂੰ ਤੁਸੀਂ ਪਿਆਜ਼ ਦੇ ਛਿਲਕੇ ਵਾਂਗੂ ਸੋਚ ਸਕਦੇ ਹੋ ਕਿ ਬਿਲਕੁਲ ਇਹ ਛੋਟੇ ਛੋਟੇ ਯਾਨੀ ਕੰਸੈਂਟ੍ਰਿਕ ਸ਼ੈਲਸ ਤੋਂ ਮਿਲ ਕੇ ਤਾਂ ਬਣਿਆ ਹੋਇਆ ਹੈ ਸਫੀਅਰ ਪੂਰਾ।
ਤੇ ਹਰ ਇੱਕ ਸ਼ੈਲ ਦੇ ਲਈ ਜੇ ਬਾਹਰਲੇ ਪੁਆਇੰਟ ਤੇ ਪਤਾ ਕਰੋਗੇ ਤਾਂ ਹਰ ਇੱਕ ਸ਼ੈਲ ਲਈ ਆਈ ਪਤਾ ਕਰਨਾ ਪਏਗਾ k * ਚਾਰਜ ਔਨ ਸ਼ੈਲ ਬਾਈ r, ਤੇ r ਵੀ ਆਹੀ ਸੇਮ ਹੀ ਆਏਗਾ ਸੈਂਟਰ ਤੋਂ ਸਾਰਿਆਂ ਦੇ, ਤੇ ਬੇਸਿਕਲੀ ਸਾਰੇ ਚਾਰਜ ਇਕੱਠੇ ਹੋ ਜਾਣਗੇ, ਫਿਰ ਮੁੜ ਕੇ k ਕੈਪੀਟਲ Q ਬਾਈ r ਆ ਜਾਏਗਾ, ਕੋਈ ਫਰਕ ਨਹੀਂ ਪੈਂਦਾ। ਕਲੀਅਰ ਹੈ ਗੱਲ? Yes, sir. तो सवाल ये नहीं है, सवाल असल में अंदर वाला है कि अंदर ये कोई पॉइंट S होवे जिदा की डिस्टेंस सेंटर तो R होवे, हुण मैं इहदे दी गल करांगा, तां किवें आपां पता करांगे ओहदे उपर कितना पोटेंशियल है S दे उपर। तां तुहानूं भी पता है कि S दे उपर पता करन लई असीं की करांगे, असीं इस पॉइंट दे अंदर वाले सारे शैल ते जिहड़ा चार्ज है उहनूं कंसीडर करांगे ना कि नहीं? ਜਿਵੇਂ ਜੇ ਤੁਸੀਂ ਕੰਸੈਂਟ੍ਰਿਕ ਵੀ ਗੱਲ ਕਰਦੇ ਹੋ ਤੇ ਇਹਨਾਂ ਨੂੰ ਵੰਡਦੇ ਵੀ ਹੋ ਤਾਂ ਉਹ ਸਾਰੇ ਸ਼ੈਲਸ ਜਿਹੜੇ ਅੰਦਰ ਨੇ ਉਹਨਾਂ ਲਈ S ਪੁਆਇੰਟ ਦਾ ਪੋਟੈਂਸ਼ੀਅਲ ਕੀ ਹੋਏਗਾ K ਇਨਟੂ ਜਿੰਨਾ ਉਹਨਾਂ ਤੇ ਚਾਰਜ ਹੈ ਡਿਵਾਈਡਡ ਬਾਈ ਦਿਸ R ਨਾ। Yes, sir. ਐਂ ਕਰਦੇ ਸੀ ਨਾ ਇਲੈਕਟ੍ਰਿਕ ਫੀਲਡ ਲਈ ਵੀ। Yes, sir. ਪਰ ਇੱਕ ਪ੍ਰੋਬਲਮ ਸੀ ਇਲੈਕਟ੍ਰਿਕ ਫੀਲਡ 'ਚ ਅਸੀਂ ਬਾਹਰ ਵਾਲੇ ਜਿਹੜੇ ਬਾਹਰਲਾ ਰੀਜਨ ਰਹਿ ਗਿਆ ਉਹਨੂੰ ਛੱਡ ਹੀ ਦਿੰਦੇ ਸੀ ਨਾ, ਉਹਦੇ ਕਰਕੇ ਅੰਦਰ ਇਲੈਕਟ੍ਰਿਕ ਫੀਲਡ ਕਿੰਨਾ ਹੁੰਦਾ ਹੈ 0, ਪਰ ਪੋਟੈਂਸ਼ੀਅਲ ਤਾਂ ਹੁੰਦਾ ਹੈ ਨਾ। यस ਤੇ ਬਾਹਰਲੇ ਜਿੰਨੇ ਵੀ ਸ਼ੈਲਸ ਇਹਦੇ ਹੈਗੇ ਨੇ ਉਹਨਾਂ ਸਾਰਿਆਂ ਲਈ ਅੰਦਰ ਪੋਟੈਂਸ਼ੀਅਲ ਤਾਂ ਹੋਏਗਾ ਨਾ, ਹੋਏਗਾ ਨਾ। यस सर वो Yes, sir. ਤੇ ਉਹਨਾਂ ਦੇ ਲਈ ਰੇਡੀਅਸ ਫਿਰ ਉਹਨਾਂ ਦਾ ਅਲੱਗ-ਅਲੱਗ ਹੋਏਗਾ ਰੇਡੀਅਸ। ਜਿਹੜੇ ਬਾਹਰ ਵਾਲੇ ਇਸ ਰੈੱਡ ਵਾਲੇ ਤੋਂ ਬਾਹਰ ਵਾਲੇ ਜਿਹੜੇ ਛੋਟੇ ਛੋਟੇ ਮੈਂ ਸ਼ੈਲਸ ਬਣਾਉਂਗਾ ਉਹਨਾਂ ਦਾ ਰੇਡੀਅਸ ਸਭ ਦਾ ਵੱਖਰਾ ਹੋਏਗਾ, ਤੇ ਆਪਣੇ ਅੰਦਰ ਵਾਲੇ ਪੁਆਇੰਟ ਉਹਨਾਂ ਲਈ S ਪੁਆਇੰਟ ਅੰਦਰਲਾ ਪੁਆਇੰਟ ਹੋਏਗਾ, ਤੇ ਉਹਨਾਂ ਸਾਰਿਆਂ ਦਾ ਵੱਖਰਾ ਰੇਡੀਅਸ ਵਰਤਣਾ ਪੈਣਾ, ਕਿਉਂਕਿ ਉਸ ਸ਼ੈਲ ਦੇ ਲਈ ਅੰਦਰਲਾ ਰੇਡੀਅਸ ਯੂਜ਼ ਕਰਦੇ ਨਾ ਆਪਾਂ, ਸੌਰੀ ਅੰਦਰਲੇ ਪੁਆਇੰਟ ਲਈ ਉਹਦਾ ਪੂਰਾ ਰੇਡੀਅਸ ਯੂਜ਼ ਕਰਦੇ ਆ, ਉਹ ਫਿਰ ਆਪਾਂ ਨੂੰ ਇੰਟੀਗ੍ਰੇਟ ਕਰਨਾ ਪੈਣਾ, ਤੇ ਬਹੁਤ ਧਿਆਨ ਨਾਲ ਸੋਚ ਕੇ ਸਮਝ ਕੇ ਕਰਨਾ ਪੈਣਾ ਇਸ ਚੀਜ਼। ਆਈਡੀਆ ਦੇਖੋ ਕੀ ਆਏਗਾ ਤੁਹਾਡੇ ਦਿਮਾਗ, ਸੋਚੋ ਸਾਰੇ ਨੇ ਕਿਵੇਂ ਕਰ ਸਕਦੇ ਆਪਾਂ। ਪਹਿਲੀ ਗੱਲ ਤਾਂ ਇਹ ਇਸ ਪੁਆਇੰਟ ਲਈ ਅੰਦਰਲੇ ਸ਼ੈਲਸ ਦਾ ਤਾਂ ਕੋਈ ਪ੍ਰੋਬਲਮ ਨਹੀਂ ਨਾ, ਅੰਦਰਲਾ ਜਿਹੜਾ ਮਰਜ਼ੀ ਸ਼ੈਲ ਹੋਵੇ ਡਿਸਟੈਂਸ ਤਾਂ R ਹੀ ਲਵਾਂਗੇ ਨਾ ਉਹਦੇ ਲਈ। Yes, sir. Yes, sir. ਜੇ ਮੈਂ ਅੰਦਰ ਵਾਲਾ ਜਿਹੜਾ ਰੀਜਨ ਹੈਗਾ, ਠੀਕ ਹੈ, ਇਹਨੂੰ ਇਹ ਲੈ ਲਵਾਂ, ਆਹ ਵਾਲਾ ਰੀਜਨ ਜਿਹੜਾ ਹੈ ਸਾਰਾ ਰੈਡ ਵਾਲਾ, ਇਹਦੇ ਵਿੱਚ ਜਿਹੜਾ ਚਾਰਜ ਹੈ ਮੰਨ ਲਓ ਉਹ Q ਹੈ। ਇੱਕ ਮਿੰਟ ਮੇਰਾ ਸ਼ੋ ਕਿੱਥੇ ਗਿਆ, ਇਹਦੇ ਅੰਦਰ ਜਿਹੜਾ ਚਾਰਜ ਹੈ ਮੰਨ ਲਓ Q ਹੈ, Q1 ਕਹਿ ਲਓ ਤੁਸੀਂ, ਠੀਕ ਹੈ। ਤਾਂ ਪੋਟੈਂਸ਼ੀਅਲ ਐਟ S ਲਿਖਣ ਲੱਗੋਗੇ ਜਦੋਂ ਤੁਸੀਂ ਪੋਟੈਂਸ਼ੀਅਲ ਐਟ S, ਤਾਂ ਉਹਦੇ ਚ ਸਭ ਤੋਂ ਪਹਿਲਾਂ ਤਾਂ ਅੰਦਰ ਵਾਲੇ ਜਿਹੜੇ ਚਾਰजेस ਦੇ ਕਰਕੇ ਆ K Q1 ਡਿਵਾਈਡ ਬਾਈ ਦਿਸ R ਆ ਜਾਏਗਾ ਕਿ ਨਹੀਂ, ਦੱਸੋ ਮੈਨੂੰ, ਸਮਝ ਲੱਗ ਰਹੀ ਗੱਲ? ਬੋਲੋ ਭਾਈ। Yes. Yes, sir. ਤੇ ਆ Q1 ਪਤਾ ਕੀਤਾ ਜਾ ਸਕਦਾ ਨਾ, ਬੇਸਿਕਲੀ ਆ Q1 ਕੋਈ ਬਹੁਤੀ ਵੱਡੀ ਗੱਲ ਨਹੀਂ ਹੈ, ਇਹਨੂੰ Q1 ਨੂੰ ਲਿਖਿਆ ਜਾ ਸਕਦਾ। Q1 ਕਿਵੇਂ ਲਿਖ ਸਕਦੇ ਆਪਾਂ, ਡੈਂਸਿਟੀ इनटू वॉल्यूम ऑफ दैट अंदर वाला स्फीयर, सारा चार्ज आ जाएगा, तो कितना आ जाएगा Q R क्यूब बाय R क्यूब, ਇਹਨੂੰ ਯੂਜ਼ ਕਰ ਲਾਂਗੇ ਨਾ ਬਾਅਦ ਚ ਆਪਾਂ ਇੱਥੇ, ਪਰ ਫਿਲਹਾਲ ਮੈਂ ਸਿੱਧਾ ਲਿਖਿਆ ਪਲੱਸ। ਹੁਣ ਜਦੋਂ ਆਪਾਂ ਇਹਦੀ ਬਾਹਰਲੀ ਗੱਲ ਕਰਾਂਗੇ ਨਾ, ਬਾਹਰਲੀ ਗੱਲ ਕਰਨ ਲਈ ਆਪਾਂ ਨੂੰ ਇਹਦੇ ਬਾਹਰ ਇੱਥੇ ਆਪਾਂ ਇੱਕ ਐਲੀਮੈਂਟਰੀ ਸ਼ੈਲ ਲੈਣਾ ਪਏਗਾ ਆਪਾਂ ਨੂੰ, ਕੋਈ ਵੀ ਜਨਰਲ, ਜੋ ਸ਼ੈਲ ਦਾ ਰੇਡੀਅਸ ਕਿੰਨਾ ਹੋਵੇ y, ਤੇ ਜਿਹੜੇ ਸ਼ੈਲ ਦੀ ਵਿਡਥ ਕਿੰਨੀ ਹੋਵੇ dy, ਕਿਉਂਕਿ ਬਾਹਰਲਿਆਂ ਲਈ S ਪੁਆਇੰਟ ਤੇ ਰੂਲ ਵੱਖਰਾ ਹੋ ਜਾਏਗਾ ਨਾ। ਆ ਆਪਣਾ dy ਹੈ ਤੇ ਇਹਦਾ ਰੇਡੀਅਸ y ਹੈ, ਤਾਂ ਬੇਸਿਕਲੀ ਬਾਹਰਲੇ ਸ਼ੈਲ ਦੇ ਲਈ ਆ ਗ੍ਰੀਨ ਵਾਲਾ ਸ਼ੈਲ ਹੈ, ਇਹਦੇ ਤੇ ਚਾਰਜ ਮੰਨ ਲੈਂਦੇ ਆਪਾਂ dq, ਤੇ ਗ੍ਰੀਨ ਸ਼ੈਲ ਤੇ ਜੋ ਚਾਰਜ ਹੋਏਗਾ ਮੈਂ ਕੀ ਲਿਖਾਂਗਾ ਫਿਰ ਤੇ k dq ਡਿਵਾਈਡ ਬਾਈ ਕੀ ਆਏਗਾ y ਆਏਗਾ ਨਾ ਇਸ ਸ਼ੈਲ ਦਾ ਜਿਹੜਾ ਰੇਡੀਅਸ ਹੈ। Yes, sir. ਤੇ ਉਹਦਾ ਇੰਟੀਗ੍ਰੇਟ ਕਰਨੀ ਪਏਗੀ y ਦੀ ਵੈਲਿਊ ਕਿੱਥੋਂ ਕਿੱਥੇ ਤੱਕ, ਆਹ ਬੜੀ ਇੰਪੋਰਟੈਂਟ ਗੱਲ ਆ, ਦੱਸੋ। Small r to capital R. ਹਾਂ ਬਿਲਕੁਲ ਇਹ ਕਰਨਾ ਪਏਗਾ। ਤੇ ਹੁਣ ਮੈਂ ਜੇ dq ਵੀ ਲਿਖਣਾ ਚਾਹਾਂ ਤਾਂ dq ਨੂੰ ਕਿਵੇਂ ਲਿਖਾਂਗਾ ਮੈਂ, dq ਹੋਏਗਾ ਇਹਦਾ ਵੋਲਿਊਮ ਚਾਰਜ ਡੈਂਸਿਟੀ
रो बाद रो की वैल्यू पुट कर देंगे आवली इनटू ਕੀ आएगा 4 पाई y स्क्वायर dy आएगा कि नहीं देखो करवाया है सारा कुछ ਤੁਹਾਨੂੰ ਬਾਰ-ਬਾਰ ਇਹ ਆਪਾਂ ਯੂਜ਼ ਕਰਦੇ ਰਹੇ ਹਾਂ ਠੀਕ ਹੈ ਇਹਨੂੰ ਇੱਥੇ ਪੁੱਟ ਕਰਨਾ ਪਏਗਾ ਸਾਰਾ ਕੁਝ ਪੁਰਾਣੇ ਰਿਜ਼ਲਟ 'ਚ ਲੈਣਾ ਪਏਗਾ ਆ ਬਣੇਗਾ ਆਪਣਾ k q1 ਦੀ ਵੈਲਿਊ ਪੁੱਟ ਕਰ ਦਵਾਂ ਚਲੋ q ਪਾਰਟਿਕ ਪੁੱਟ ਕਰ ਦਿੰਦੇ ਆ q r3 r3 ਤੇ ਬਟਾ r ਹੈਗਾ ਆ ਪਲੱਸ ਇੱਥੇ ਇੰਟੀਗ੍ਰੇਟ ਕਰੋ r ਤੋਂ ਲੈ ਕੇ r ਤੱਕ k वैल्यू बाहर ही आ रही है चलो बाहर लिख देते हैं k dq की जगह आएगा रो पेन नहीं चल रहा मेरा की हो गया ना रो 4 पाई y स्क्वायर dy डिवाइडेड बाय ए देखो पहली गल तो मैं तुहानू दस दवां ਇਹਦੀ ਡੈਰੀਵੇਸ਼ਨ ਦੇ ਚੱਕਰ 'ਚ ਤੁਸੀਂ ਨਹੀਂ ਪੈਣਾ ਖਾਸ ਕਰਕੇ ਮੈਡੀਕਲ ਵਾਲਿਆਂ ਨੂੰ ਬਿਲਕੁਲ ਲੋੜ ਨਹੀਂ ਹੈ ਡੈਰੀਵੇਸ਼ਨ ਦੀ ਤੁਸੀਂ ਇਹਦਾ ਰਿਜ਼ਲਟ ਯਾਦ ਰੱਖਣਾ ਹੈ पर ਤੁਹਾਨੂੰ ਰਿਜ਼ਲਟ ਯਾਦ ਰੱਖਣ ਤੋਂ ਪਹਿਲਾਂ ਨਾ ਆਪਣੇ ਆਪ ਨੂੰ ਕਨਵਿੰਸ ਹੋਣਾ ਪੈਂਦਾ ਆ ਉਹਦੇ ਲਈ ਤੁਹਾਨੂੰ ਮੈਂ ਕਰਵਾ ਜ਼ਰੂਰ ਰਿਹਾ ਹਾਂ ਤੁਸੀਂ ਇਹਦੀ ਡਾਇਰੈਕਟਲੀ ਰਿਜ਼ਲਟ ਕਹਿੰਦਾ ਤੁਸੀਂ ਫਿਰ ਰੱਟਾ ਮਾਰਨ ਲੱਗ ਜਾਣਾ ਸੀ ਫਿਰ ਉਹ ਗੱਲ ਬਣਨੀ ਨਹੀਂ ਸੀ ਆਪਾਂ ਤੁਹਾਨੂੰ ਪ੍ਰੋਸੈਸ ਪਤਾ ਹੋਣਾ ਚਾਹੀਦਾ ਕਿ ਕਿਵੇਂ ਆਪਾਂ ਪਤਾ ਕਰਦੇ ਹਾਂ ਚੀਜ਼ਾਂ ਨੂੰ ਕਿਵੇਂ ਰਿਜ਼ਲਟਸ ਪੁਰਾਣੇ ਨੂੰ ਯੂਜ਼ ਕਰਕੇ ਨਵਾਂ ਰਿਜ਼ਲਟ ਬਣਦਾ ਹੈ ਤੇ ਸਕੂਲ ਐਗਜ਼ਾਮ ਲਈ ਬਿਲਕੁਲ ਵੀ ਨਹੀਂ ਕਰਨਾ ਹੈ ਕਿਸੇ ਨੇ ਵੀ ਨਾਨ ਮੈਡੀਕਲ ਨੇ ਵੀ ਕੀ ਆ ਰਹੇਗਾ नीचे y है ना आ सॉल्व करना सौखा है देखो ये सीधी इंटीग्रेशन होनी है क्योंकि r ना y ना y कटा है ना y dy आ सारा कुछ बाहर आया ना रो दी वैल्यू पुट कर दियो ठीक है जी गल ये आ जाएगा k q r दी इथे r ना r कट दो स्क्वायर डिवाइड बाय r q प्लस इथे की आ जाऊगा इथे भी रो दी वैल्यू पुट कर दो तुसी जो भी q बाय दिस कैपिटल q बाय दिस एक कर आके रिजल्ट एट लास्ट आ जाएगा तुसी सॉल्व कर लिया 3kq डिवाइडेड बाय r क्यूब ये आ जाऊगा ਤੁਹਾਡਾ r स्क्वायर माइनस r स्क्वायर बाय 2 ये किमें आएगा तुम सोचो y dy y स्क्वायर बाय 2 बनेगा फिर ऊपर कैपिटल r पुट करोगे r स्क्वायर बाय 2 माइनस r स्क्वायर बाय 2 आ बनेगा वो सो इन्हें सॉल्व करें सॉल्व करके एट लास्ट जो रिजल्ट आपा यूज करना है जो अपने लिए बनेगा वो आ बनेगा kq बाय 2r क्यूब into 3r square minus r square ਤੇ ਰਿਜ਼ਲਟਸ ਨੂੰ ਸਮ ਅਪ ਜ਼ਰੂਰ ਕਰਿਆ ਕਰੋ ਐਂਡ ਜੇ ਵੀ ਐਟ ਸੈਂਟਰ ਪੁੱਛਿਆ ਤੁਹਾਡੇ ਤੋਂ ਤਾਂ ਐਟ ਸੈਂਟਰ ਤੁਸੀਂ ਦੱਸੋ ਵੀ r ਕਿੰਨਾ ਆਏਗਾ 0 ਤੇ ਇੱਥੇ ਪੁੱਟ ਕਰੋ ਕੀ ਆ ਜਾਏਗਾ ਇਹ 3kq by 2r ਠੀਕ ਹੈ ਜੀ ਗੱਲ ਸਮਝ ਲੱਗੀ ਗੱਲ ਸਾਰਿਆਂ ਨੂੰ यस ਸੋ ਬੇਸਿਕਲੀ ਕਿ ਜੇ ਮੈਂ ਕੋਈ ਸ਼ੈਲ ਲਿਆ शैल जिदे ऊपर चार्ज q है जिदा रेडियस r है तो शैल दे बाहरले किसी पॉइंट ते पोटेंशियल लिखना है आपा kq बाय r वेयर r इज ग्रेटर देन r ते शैल दे अंदरले जेड़े मर्जी पॉइंट ते या सरफेस ते है ना इनसाइड पोटेंशियल कितना होएगा समझ लगी गल यस पर जे शैल की बजाय जिवें ਇਹਦੇ ਉੱਪਰ ਤਾਂ ਚਾਰਜ ਤੁਹਾਨੂੰ ਪਤਾ ਸਿਰਫ ਸਰਫੇਸ ਤੇ ਸੀਗਾ ਲਿਖ ਦੇਣਾ ਚਾਹੀਦਾ ਇੱਥੇ ਬਣਾ ਦੇਣਾ ਚਾਹੀਦਾ ਠੀਕ ਹੈ ਜੇ ਤੁਹਾਡਾ ਇਹੀ ਗੱਲਾਂ ਇਲੈਕਟ੍ਰਿਕ ਫੀਲਡ ਬਾਰੇ ਉਹਦੇ ਬਾਰੇ ਹਰ ਚੀਜ਼ ਬਾਰੇ ਤੁਸੀਂ ਜੋ ਕਰੋਗੇ ਤੁਹਾਨੂੰ ਹੌਲੀ ਹੌਲੀ ਯਾਦ ਰਹਿਣੀ ਸ਼ੁਰੂ ਹੋ ਜਾਣਗੀ ਆਪਣੇ ਆਪ ਇਹਦੇ ਅੰਦਰ ਵੀ ਚਾਰਜ ਹੈ ਜਦੋਂ ਇਹਦੇ ਅੰਦਰ ਵੀ ਚਾਰਜ ਹੈ ਤਾਂ ਇਹਦੇ ਲਈ ਵੀ ਕਿਸੇ ਬਾਹਰਲੇ ਪੁਆਇੰਟ ਇਹਦੇ ਪਰ ਟੋਟਲ ਚਾਰਜ q ਹੈ ਇਹਦਾ ਟੋਟਲ ਰੇਡੀਅਸ r ਹੈ ਬਾਹਰਲੇ ਕਿਸੇ ਪੁਆਇੰਟ ਤੇ ਜਿਹਦਾ ਡਿਸਟੈਂਸ r ਹੋਵੇ इतने पोटेंशियल कितना आएगा ਉਹੀ ਹੋਏਗਾ ਜੋ ਹੋਇਆ ਸੀ ਉਹਦੇ ਲਈ ਸ਼ੈਲ ਦੇ ਲਈ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਪਰ ਇਹਦੇ ਇਨਸਾਈਡ ਜੇ ਤੁਸੀਂ ਕੋਈ ਪੁਆਇੰਟ ਲੈਂਦੇ ਹੋ ਜਿਹਦਾ ਡਿਸਟੈਂਸ ਇਥੋਂ r ਹੈ ਤਾਂ v ਇਨਸਾਈਡ ਜੋ ਆਂਦਾ ਆ r ਡਿਸਟੈਂਸ ਤੇ ਉਹ ਕਿਹਦੇ ਬਰਾਬਰ ਆਂਦਾ ਹੈ ਉਹ ਪਿਛਲਾ ਰਿਜ਼ਲਟ ਦੇਖੋ kq by 2r cube 3r square minus r square kq by 2r cube 3 कैपिटल r square minus small r square ये आंदा है इत्थों ही r दी वैल्यू 0 पुट करांगे तां सेंटर ते भी आ जांदा है इथे तां सेंटर ते भी वही है ना इथे सेंटर ते भी सेम ही है kq by r इथे भी एट सेंटर की है 3kq by 2r सो आ चीज़ां दा देखो एक्सप्रैशन जदों आपां करदे नाल दी नाल लिख के
ਕੰਪੇਅਰ ਕਰ ਲਿਆ ਕਰੋ ਤਾਂ ਕਿ ਪਤਾ ਤਾਂ ਲੱਗੇ ਕੀ ਆ ਕੀ ਨਹੀਂ ਹੈਗਾ। ਸੋ ਤੁਸੀਂ ਕਈ ਵਾਰ ਕੰਪੇਅਰ ਨਹੀਂ ਕਰਦੇ, ਸਭ ਐਵੇਂ ਅੱਗੇ ਅੱਗੇ ਚੱਲੀ ਜਾਂਦੇ ਹੋ, ਪਿਛਲਾ ਭੁੱਲੀ ਜਾਂਦੇ ਹੋ, ਤਾਂ ਕਰਕੇ ਪ੍ਰੋਬਲਮ ਆ ਜਾਂਦੀ ਹੈ ਤੁਹਾਨੂੰ, ਇਹ ਸਮਝ ਨਹੀਂ ਆਉਂਦੀ ਗੱਲਾਂ। ਦੱਸੋ ਸਾਰਿਆਂ ਨੂੰ ਸਮਝ ਲੱਗ ਗਈ ਗੱਲ ਜਿਹੜੀ ਮੈਂ ਸਮਝਾਈ ਹੁਣ ਕਿ ਨਹੀਂ? ਯੈਸ ਸਰ। ਸੋ ਆਪਾਂ ਬੇਸਿਕਲੀ ਇਲੈਕਟ੍ਰਿਕ ਫੀਲਡ ਦੇ ਬਾਰੇ ਜੋ ਬਹੁਤ ਪੜਿਆ ਸੀ, ਹੁਣ ਆਪਾਂ ਪੋਟੈਂਸ਼ੀਅਲ ਬਾਰੇ ਤੇ ਪੋਟੈਂਸ਼ੀਅਲ એનર્ਜੀ ਬਾਰੇ ਪੜਿਆ ਆ। ਤੇ ਬੇਸਿਕਲੀ ਹੁਣ ਸਾਡੇ ਲਈ ਜ਼ਿਆਦਾ ਜ਼ਰੂਰੀ ਜਿਹੜੀ ਚੀਜ਼ ਹੈ ਨਾ, ਉਹ ਹੈਗੀ ਆ ਇਲੈਕਟ੍ਰਿਕ ਫੀਲਡ ਤੇ ਇਲੈਕਟ੍ਰਿਕ ਪੋਟੈਂਸ਼ੀਅਲ ਚ ਰਿਲੇਸ਼ਨ ਕੀ ਹੈ। ਉਸ ਚੀਜ਼ ਨੂੰ ਲੈ ਕੇ ਅਗਲਾ ਪੂਰਾ ਪਾਰਟ ਚੱਲੇਗਾ ਆਹ ਵਾਲਾ ਚੈਪਟਰ ਦਾ, ਬਾਕੀ ਇਹਦੇ ਵਿੱਚ ਉਹ ਨਹੀਂ ਹੈਗਾ। ਤੇ ਜਿਹੜਾ ਤੁਹਾਡੀ ਡਾਈਪੋਲ ਦੇ ਕਰਕੇ ਪੋਟੈਂਸ਼ੀਅਲ ਆ, ਜਿਹੜਾ ਤੁਹਾਨੂੰ ਪੇਪਰ 'ਚ ਵੀ ਆਇਆ ਸੀ ਕੱਲ੍ਹ, ਇਹ ਬਹੁਤ ਸੌਖਾ ਸਿੱਧਾ ਇਹ ਆਰਟੀਕਲ ਸੀਗਾ, ਪਰ ਸੰਡੇ ਨੂੰ ਆਪਣਾ ਚਲੋ ਨਹੀਂ ਲੱਗ ਪਾਈ ਕਲਾਸ, ਠੀਕ ਆ। ਮੈਂ ਤੁਹਾਨੂੰ ਹੁਣ ਦੱਸੂਗਾ, ਉਹ ਕਰਾ ਦੂੰਗਾ ਅਗਲੀ ਕਲਾਸ 'ਚ, ਆਪਣਾ ਇਹ ਕਵਰ ਹੋ ਜਾਣਾ ਸਾਰਾ ਕੁਝ ਮੈਨੂੰ ਲੱਗ ਰਿਹਾ। ਪਰ ਜਿਹੜੀ ਯਾਦ ਰੱਖਿਓ ਕਿ ਅੱਗੇ ਤੋਂ ਵੀ ਜਿਵੇਂ ਹੋਊਗਾ ਨਾ, ਕੋਈ ਸਕੂਲ ਐਗਜ਼ਾਮ ਲਈ ਕੁਝ ਆਏਗਾ ਤਾਂ ਮਤਲਬ ਉਹਦੇ ਲਈ ਮੈਂ ਤੁਹਾਨੂੰ ਦੱਸ ਦਿਆ ਕਰੂੰਗਾ, ਆਹ ਸਭ ਚੀਜ਼ਾਂ ਜਿਵੇਂ ਸਭ ਕਰਨ ਨਹੀਂ ਬੈਠਣਾ ਤੁਸੀਂ, ਠੀਕ ਹੈ ਨਾ। ਦੇਖੋ ਵੀ ਆਹ ਵਾਲਾ ਰਿਜ਼ਲਟ ਇੱਕ ਵਾਰ ਪੂਰਾ ਹੀ ਕਰ ਦਿੰਦੇ ਆ, ਵੈਸੇ ਤਾਂ ਤੁਹਾਡਾ ਇਹ ਹੋਮਵਰਕ ਸੀ, ਠੀਕ ਹੈ। ਤੇ ਇਹਦੇ 'ਚ ਤੁਸੀਂ ਦੇਖੋ ਸਾਰੀ ਗੱਲ ਆਪਾਂ ਇੱਥੇ ਲਿਖ ਚੁੱਕੇ ਹਾਂ। ਪਹਿਲਾਂ ਵੀ ਆਪਾਂ ਸੋਲਵ ਕਰਦੇ ਹਾਂ ਡਾਇਰੈਕਟਲੀ, ਬਸ ਇਹਦੇ 'ਚ ਕੇ ਬਾਹਰ ਆ ਜਾਏਗਾ, ਸਿਗਮਾ ਵੀ ਬਾਹਰ ਆ ਜਾਏਗਾ, ਬਾਅਦ 'ਚ ਵੈਲਿਊ ਪੁੱਟ ਕਰ ਲਾਂਗੇ, 2 ਪਾਈ ਵੀ ਬਾਹਰ ਰੱਖ ਲਓ, ਬਾਅਦ 'ਚ ਦੇਖ ਲਾਂਗੇ। ਇੰਟੀਗਰਲ ਦੇ ਅੰਦਰ ਬੇਸਿਕਲੀ ਕੀ 0 ਤੋਂ ਲੈ ਕੇ r ਤੱਕ ਕੀ ਬਣੇਗਾ, y dy ਬਣ ਜਾਏਗਾ ਸਿਰਫ। ਆ ਇੰਟੀਗਰਲ ਜਿਹੜਾ ਹੈ ਨਾ, ਇਹ ਇੰਨਾ ਸਿੰਪਲ ਸਿੱਧਾ ਨਹੀਂ ਹੈਗਾ, ਇਹ ਬਿਨਾ ਸਬਸਟੀਟਿਊਸ਼ਨ ਦੇ ਸੋਲਵ ਨਹੀਂ ਹੋਏਗਾ। ਇਹਦੇ 'ਚ ਦੱਸੋ x ਕਾਂਸਟੈਂਟ ਹੈ ਨਾ, ਯੈਸ ਸਰ। ਤਾਂ ਇਹਨੂੰ ਸੋਲਵ ਕਰਨ ਦਾ ਦੇਖੋ ਤਰੀਕਾ ਕੀ ਹੈ। ਤੁਸੀਂ ਕੀ ਕਰੋ, ਨੀਚੇ ਵਾਲੇ ਦੇਖੋ, ਹਮੇਸ਼ਾ ਜੋ ਕੁਆਡਰੇਟਿਕ ਨੀਚੇ ਹੋਵੇ ਉੱਪਰ ਲੀਨੀਅਰ ਜੀ ਬਣ ਰਹੀ ਹੋਵੇ ਨਾ, ਤਾਂ ਕੁਆਡਰੇਟਿਕ ਉਹਦਾ ਡੈਰੀਵੇਟਿਵ ਉੱਪਰ ਪਿਆ ਹੁੰਦਾ। ਤੁਸੀਂ ਕੀ ਕਰੋ, ਪੁੱਟ ਕਰ ਦਿਓ। ਦੇਖੋ ਸਬਸਟੀਟਿਊਸ਼ਨ ਬੜੀ ਧਿਆਨ ਨਾਲ ਪੁੱਟ ਕੀ ਕਰੋ, y² plus x² ਜਿਹੜਾ ਨਾ, ਇਹਨੂੰ ਤੁਸੀਂ ਪੁੱਟ ਕਰ ਦਿਓ z। ਇਹਦਾ ਡੈਰੀਵੇਟਿਵ ਕਰੋਗੇ ਤਾਂ y ਦਾ ਆ ਜਾਏਗਾ 2y into dy है ना, विद रिस्पेक्ट टू y। x ਦਾ ਡੈਰੀਵੇਟਿਵ ਕੀ ਆਏਗਾ, 0 ਆਏਗਾ ਨਾ, ਕਿਉਂਕਿ x ਤਾਂ ਕਾਂਸਟੈਂਟ ਹੀ ਹੈ। ਇਹ ਬਣੇਗਾ dz, ਜਾਂ ਤੁਸੀਂ ਐ ਸਮਝ ਲਓ dz by dy ਕਰੋਗੇ ਤਾਂ 2y ਆਏਗਾ। ਫਿਰ y ਨੂੰ ਮੈਂ ਅੱਗੇ ਇਹ ਮਲਟੀਪਲਾਈ ਕਰ ਲਿਆ ਇੱਥੇ, ਤਾਂ ਇੱਥੇ ਕੀ ਆ, 2 ਨਾਲ ਮਲਟੀਪਲਾਈ ਕਰੋਗੇ, 2 ਨਾਲ ਡਿਵਾਈਡ ਕਰੋਗੇ, ਤਾਂ ਇਹ ਇੰਟੀਗਰਲ ਕੀ ਬਣ ਜਾਏਗਾ ਤੁਹਾਡਾ, k into sigma into 2 ਪਾਈ ਨਹੀਂ, ਪਾਈ ਆ ਜਾਏਗਾ ਇਕੱਲਾ। ਤੇ ਇੱਥੇ ਆ ਜਾਏਗਾ ऊपर dz आ जाएगा ना, देखो, तो नीचे रूट ऑफ z आ जाएगा, देखो आया ना, पावर च आ गया। लिमिट चाहे पहला पुट कर लियो, चाहे हुणी चेंज करनी कर लो, थोड़ी मर्जी है। जिवें देखो लिमिट भी पुट करनी, y की लिमिट है ना 0 तो r, जो y 0 होएगा तो z कितना होएगा, देखो y 0 होएगा तो z कितना होएगा, r² होएगा ना, सॉरी x², सॉरी y जो 0 होएगा ਤਾਂ ਇੱਥੇ z ਦੀ ਵੈਲਿਊ ਕਿੰਨੀ ਆਏਗੀ, ਇੱਥੋਂ ਦੇਖੋ ਨਾ, x² ਆਏਗੀ, ਤਾਂ ਇੱਥੇ x² ਆ ਜਾਏਗਾ। ਤੇ ਜੋ y ਨੂੰ r ਪੁੱਟ ਕਰੋਗੇ ਤਾਂ ਆ ਜਾਏਗੀ। ਰਹਿਣ ਦਿਓ, ਛੱਡੋ, ਤੁਸੀਂ ਨਾ ਉਹਦੇ ਵਿੱਚ ਲਿਆਓ, ਐਵੇਂ ਕਾਹਨੂੰ ਦੁਖੀ ਹੋਣਾ, ਤੁਸੀਂ ਸਿਰਫ ਇਹਨੂੰ ਸੋਲਵ ਕਰ ਲਓ ਪਹਿਲਾਂ, ਬਾਅਦ ਚ ਆਪਾਂ ਲਿਮਿਟਸ ਪੁੱਟ ਕਰ ਲਾਂਗੇ। ਹਾਂ, z ਦੀ ਪਾਵਰ ਨੀਚੇ ਹੈ, ਇਹਨੂੰ ਉੱਪਰ ਲੈ ਆਓਗੇ ਤਾਂ ਬੇਸਿਕਲੀ -1/2 ਬਣ ਜਾਏਗੀ ਨਾ। ਇਹਦਾ ਇੰਟੀਗਰਲ ਰਫ ਚ ਕਰ ਲਓ, ਕੀ ਹੋਏਗਾ, z ਦੀ ਪਾਵਰ -1/2 ਦੇ ਵਿੱਚ +1 ओवर -1/2 ਵਿੱਚ +1 नीचे आएगा हाफ, ਉਹਦਾ 2 ਉੱਪਰ ਆ ਜਾਏਗਾ, ਇਹ z ਦੀ ਪਾਵਰ ਕੀ ਬਣੇਗੀ, ਹਾਫ, ਤਾਂ ਇਹਨੂੰ √z, 2√z। ਤੁਹਾਨੂੰ ਬਹੁਤ ਵਾਰ ਇਹਦੀ ਇੰਟੀਗ੍ਰੇਸ਼ਨ ਆਏਗੀ, ਤੁਸੀਂ ਇਹਦੀ ਇੰਟੀਗ੍ਰੇਸ਼ਨ ਨੂੰ ਕਈ ਵਾਰ ਯੂਜ਼ ਕਰੋਗੇ, ਸਿੱਧਾ ਹੀ dz/√z ਦੀ ਇੰਟੀਗਰਲ ਬਾਈ ਪਾਵਰ ਫਾਰਮੂਲਾ ਆ ਦੇਖੋ ਲਿਖ ਰਿਹਾ, 2√z ਹੀ ਆਉਂਦੀ ਹੈ। ਸੋ ਮੈਂ ਸਿੱਧਾ ਹੀ ਇਹਨੂੰ ਲਿਖ ਸਕਦਾ, k into sigma into pi ਤੇ 2 times √z, ਤੇ z ਦੀ ਵੈਲਿਊ ਸਿੱਧੇ ਪੁੱਟ ਕਰ ਦਿਓ। ਫਿਰ लिमिट पुट करते हैं आप, लिमिट बाद च लिख देंगे, रूट ऑफ y² plus x²। हुण लिमिट y दी रखो ना, वही जेडी रख रहे सी वही ले, ताई मैं क्या z विच लिमिट ना ले जाओ, लिमिट पहले सॉल्व कर लो, z नु बाद y च वापस ले आयो। हुण पुट कर लो, इच k दी वैल्यू k ही रहन दो, सिग्मा दी वैल्यू तुसी लिख दो q by pi r², इथे आ जाएगा पाई, इथे आ जाएगा 2, इथे r पुट करोगे बन जाएगा r² plus x² अंडर द रूट, -0 पुट करोगे तो x आ जाएगा, तो बस ये कैंसिल कर दो, ये आ गया तो रिजल्ट जो भी है, इन्हें सॉल्व कर लियो, ठीक है जी। यस सर। चलो
ਹੁਣ ਬਾਕੀ ਕੰਮ ਆਪਾਂ ਕਰਦੇ ਆ ਅਗਲੇ ਲੈਕਚਰ 'ਚ। ਹੁਣ ਪ੍ਰੈਕਟਿਸ ਸ਼ੀਟ ਸਾਰਿਆਂ ਦੀ 5ਵੀਂ 6ਵੀਂ ਤੇ ਜੋਰ ਲਾਓ ਜਿਹ 'ਚ ਪੋਟੈਂਸ਼ੀਅਲ ਹੈਗਾ ਵਾ, ਠੀਕ ਹੈ। ਪਹਿਲਾਂ ਉਹ ਚੰਗੀ ਤਰ੍ਹਾਂ ਕਰੋ ਕਿਉਂਕਿ ਅਗਲਾ ਟੈਸਟ ਹੋਣਾ ਤੁਹਾਡਾ ਪੋਟੈਂਸ਼ੀਅਲ ਦਾ, ਤੇ ਹੁਣ ਚੰਗੀ ਤਰ੍ਹਾਂ ਕਰਨਾ ਸਾਰਿਆਂ ਨੇ ਇਕੱਠੇ ਮਿਲ ਕੇ, ਮਤਲਬ ਇਕੱਠੇ ਹੀ ਟੈਸਟ ਹੋਊਗਾ ਸੈਕਸ਼ਨ A ਸੈਕਸ਼ਨ B ਤੇ ਮੈਡੀਕਲ ਸਭ ਦਾ। ਤੇ ਇਸ ਲਈ ਮੈਂ 5ਵੀਂ 6ਵੀਂ ਪ੍ਰੈਕਟਿਸ ਸ਼ੀਟ ਦੇ ਕੁਐਸਚਨਸ ਵੀ ਡਾਊਟ ਹੋਣ ਤਾਂ ਅਗਲੇ ਲੈਕਚਰ 'ਚ ਪਹਿਲਾਂ ਉਹ ਪੁੱਛ ਲਿਓ, ਫਿਰ ਆਪਾਂ ਅਗਲੇ ਲੈਕਚਰ 'ਚ ਜੋ ਕੰਮ ਕਰਨਾ ਉਹ ਕਰਾਂਗੇ। 5ਵੀਂ 6ਵੀਂ ਪ੍ਰੈਕਟਿਸ ਸ਼ੀਟ ਪਹਿਲਾਂ ਡਿਸਕਸ ਹੋਊਗੀ, ਫਿਰ ਲੈਕਚਰ ਹੋਊਗਾ ਪਰਸੋਂ ਆਪਣਾ। ਥੈਂਕ ਯੂ। थैंक यू सर।